राम प्रगासा गुरमुख बिरले जानी। हाँ। जानी जानी ने राजा राम की कहानी। कबीर कहना मैं जान ली राजा राम की कहानी। राजा राम की कहानी रामायण भी है, पर रामायण तो लोग सुनाते ही थे रोज। आ केड़ी कहानी कहता जानी जानी रे राजा राम की कहानी। गुरबाणी च राजा राम की कहानी असली है और राजा राम की कहानी नकली है। गुरबाणी की रामायण होर है, काशी वाले की पंडित की रामायण होर है। पंडित की अपनी रामायण है, गुरमुखां की अपनी रामायण है। पंडित ने जब बाट पाड़ी है ना, रामायण भी नकली बना ली। जब उन्हें डुप्लीकेट कुछ बनाना है, सिमरतियां बनाइया ने, शास्त्र बनाए ने वेद विचों। राम भी तो उन्हें मनघड़ंत बनाना ही सी। इस करके रामायण नूं कोर्टां सच्चा नहीं मनदियां, सच नहीं मनदियां। मानस चरित्र तां ही कहा राम मानस चरित्र। मानस का चरित्र का चित्रण किया है, मानस का जिहड़ा है सुभाव करैक्टर ਉਹਦਾ चित्रण। ਉਹਦੇ ਚੰਗਾ मानस का ਵਧੀਆ मानस ਜਿਹੜਾ ਹੁੰਦਾ ਉਹਦਾ ਚਰਿੱਤਰ ਕਿਹੋ ਜਿਹਾ ਚਾਹੀਦਾ, ਇਹੋ ਜਿਹਾ ਚਾਹੀਦਾ ਜਿਹੋ ਜਿਹਾ ਰਾਮ ਦਾ ਹੁੰਦਾ। ਉਹਨਾਂ ਦੇ ਹਿਸਾਬ ਨਾਲ ਉਹਨਾਂ ਨੂੰ ਚੰਗਾ ਲੱਗਦਾ, ਸਾਰਿਆਂ ਨੂੰ ਚੰਗਾ ਲੱਗੇ ਚਾਹੇ ਨਾ ਲੱਗੇ। ਪਰ ਜਿੱਥੋਂ ਅੱਗੇ ਸ਼ੰਭੂ ਕੇਸੀ ਦਾ ਸਿਰ ਵਢਾਉਂਦੇ ਨੇ ਰਾਮ ਤੇ ਭਗਤ ਦਾ, ਉੱਥੇ ਤਾਂ ਲੋਕਾਂ ਨੂੰ ਚੰਗਾ ਨਹੀਂ ਲੱਗਦਾ। ਚਲੋ ਕਿਸੇ ਨੂੰ ਚੰਗਾ ਨਾ ਲੱਗੇ, ਇਹ ਲੱਗੇ ਪੰਡਤ ਨੂੰ ਚੰਗਾ ਲੱਗਦਾ। ਦੂਏ ਦਾ ਧਰਮ ਹੈ, ਦੂਏ ਨੂੰ ਚੰਗਾ ਲੱਗੇ ਚਾਹੇ ਨਾ ਲੱਗੇ। ਜਿਹਦਾ ਧਰਮ ਉਹਨੂੰ ਚੰਗਾ ਲੱਗਦਾ। ਸਾਰੀਆਂ ਮਤਾਂ ਦਾ ਇਹੋ ਜਿਹਾ ਹੀ ਹਾਲ ਹੈ। जानी जानी राजा राम की कहानी। अंतर जोत राम प्रकाशा। राम जी दे अंदर राम का प्रकाश हो ना, चानण हो, वो किसी बिरले गुरमुख ने कदे जानी है। इसका मतलब जो प्रचलित राम की कहानी, वो कहानी नहीं है राम की। साडे प्रचारक रामायण नूं मूहरे लिया के बाणी उठा रहे हैं। गुरबाणी रामायण नूं रद्द कर रही है। तलवाड़े नाल मेरी गल हुई भी राम जी रामायण है रद्द की है गुरबाणी ने। कहना तुसीं कुछ कही जाओ, असीं यही मनांगे। पंडित है ना हो, पंडित सी ना हो, मूर्तियां लैके आए सी ना ये लोग। इन्हां ने विरोध किया सी मूर्तियां का। ये जिहड़े बाबू तेजा सिंह रणधीर सिंह का चेला सी, ਇਹ ਤਾਂ ਰਣਧੀਰ ਸਿੰਘ ਦੀ ਔਲਾਦ ਹੈ। ਰਣਧੀਰ ਸਿੰਘ ਦਾ ਪਰਿਵਾਰ ਹੈ ਸਾਰੇ। ਮੂਰਤੀਆਂ ਦਾ ਹੀ ਲੈ ਕੇ ਆਏ ਸੀ। ਜਦ ਮੂਰਤੀਆਂ ਕੱਢੀਆਂ ਇਹਨਾਂ ਨੇ ਵਿਰੋਧ ਕੀਤਾ ਸੀ। ਉਹ ਕਿਵੇਂ ਮੰਨ ਲੈਂਦੇ ਵੀ ਰਾਮਾਇਣ ਹੈ ਨਹੀਂ। ਅਸਲ 'ਚ ਨਵੇਂ ਪੰਡਤ ਵੜ ਗਏ ਆ ਕੇ ਸਾਡੇ 'ਚ। ਉਹ ਰਾਮ ਰਾਮ ਕਰਦਾ ਤਾਂ ਵੈਰੂ ਵੈਰੂ ਕਰਨ ਲੱਗੇ, ਗੁਰਬਾਣੀ ਪੜ੍ਹਨ ਤੇ ਬੰਦ ਕਰਤੇ। ਉਹ ਨਹੀਂ ਚਾਹੁੰਦੇ ਵੀ ਦੂਜੇ ਰਾਮ ਦੀ ਕਹਾਣੀ ਅਸੀਂ ਕਰੀਏ। गुरबाणी वाले राम नूं असीं हाईलाइट करिए, नहीं चाहते। कबीर जब कह रहा जानी जानी रे राजा राम की कहानी, इसका मतलब है वो राम की कहानी कबीर ने जानी है। पहला वो प्रचलित है नहीं, उदों है किहड़ी है डुप्लीकेट। डुप्लीकेट है सारी कहानी। 3,500 साल का बनते ने आरिया लोगों 2,500 साल दे आए हुए। आरिया लोग रामचंद्र नूं जानते ने, त्रेते युग का अवतार मनते ने। किन्ने लख साल हो गए, उन्हें लख साल का तो आरिया इत्थे है ही नहीं, हिंदुस्तान च नहीं है। ये सब झूठ लिखा होया है। ना दा त्रेता युग हुंदा कदे वखरा, ना द्वापर युग कदे वखरा होया। जब त्रेता द्वापर युग नहीं होए तो रामायण महाभारत कित्थों होगी। गुरबाणी नहीं मनती, वेद नहीं मनता कि युग कदे ए धरती के उत्ते द्वापर अर कलयुग
ਕਲਯੁਗ ਹੁੰਦਾ ਕਿ ਬਸ ਜਦੋਂ ਜੀਵ ਜੰਤ ਸਰੀਰ ਦੇ ਧਾਰੀ ਹੁੰਦੇ ਨੇ ਸਾਰੇ ਹੀ ਕਲਪਨਾ ਕਰਦੇ ਨੇ, ਕਲਪਨਾ ਕਰਨ ਦਾ ਨਾਂ ਕਲਯੁਗ ਹੈ। ਦੁਆਪਰ 'ਚ ਕਲਪਨਾ ਕਰਦਾ ਨਹੀਂ, ਗਰਭ ਦੇ ਵਿੱਚ ਦੁਆਪਰ ਹੈ। ਤ੍ਰੇਤਾ ਉਦੋਂ ਆ ਜਾਂਦੇ ਦੇਵਲੋਕ 'ਚ ਜਦੋਂ ਸਰੀਰ ਛੱਡ ਜਾਂਦਾ, ਸਰੀਰ ਹੁੰਦਾ ਨਹੀਂ ਉਹਦੇ ਕੋਲ, ਜੋਤ ਹੁੰਦੀ ਹੈ, ਆਤਮਾ ਹੁੰਦੀ ਹੈ, ਸਰੀਰ ਨਹੀਂ ਹੁੰਦਾ, ਉਹ ਤ੍ਰੇਤਾ। ਗੁਰਬਾਣੀ ਇਹ ਗੱਲ ਕਹਿੰਦੀ ਹੈ। ਉਹ ਵੀ ਬੁੱਝੇ ਨਾ ਜੁਗ ਹੈ, ਜਿਵੇਂ ਜਾਣੀ ਜਾਣੀ ਦੇ ਰਾਜਾ ਰਾਮ ਦੀ ਕਹਾਣੀ ਹੈ ਨਾ, ਉਹ ਪਿੱਛੇ ਬਾਗ ਨਖਰੀ ਇਹੀ ਗੱਲ ਕਹੀ ਸੀ, ਗੁਪਤੇ ਬੂਝੇ ਜੁਗ ਚਤੁਆਰੇ। ਗੁਪਤਾ ਕੌਣ ਹੈ? ਗੁਪਤਾ ਹੀ ਤਾਂ ਰਾਮ ਹੈ, ਸਭੇ ਘਟ ਰਾਮ ਬੋਲੇ। ਉਹ ਗੁਪਤਾ ਰਾਮ ਹੈ ਸਾਰਿਆਂ ਦੇ ਅੰਦਰ, ਜਿਹੜਾ ਗੁਪਤਾ ਹੈ। ਸਤਿਗੁਰ ਗੁਪਤਾ ਅੰਦਰ, ਸਤਿਗੁਰ ਤੇ ਖਾਲੀ ਕੋਈ ਨਹੀਂ, ਸਤਿਗੁਰ ਤੇ ਖਾਲੀ ਕੋਈ ਨਹੀਂ, ਸਤਿਗੁਰ ਬਾਹਰ ਟੋਲਦੇ ਫਿਰਦੇ ਨੇ। ਜੇ ਸਤਿਗੁਰ ਅੰਦਰ ਟੋਲ ਲੈਂਦੇ ਤਾਂ ਬਾਹਰਲੇ ਦੀ ਲੋੜ ਕੀ ਸੀ? ਬਾਹਰਲੇ ਦੀ ਲੋੜ ਉਹਨਾਂ ਨੂੰ ਹੈ ਜਿਹਨਾਂ ਨੇ ਅੰਦਰ ਟੋਲਿਆ ਨਹੀਂ। ਗੁਪਤੇ ਬੂਝੇ ਜੁਗ ਚਤੁਆਰੇ, ਘਟ ਘਟ ਵਰਤੈ ਉਧਰ ਬੁਝਾਰੇ। ਉਹ ਹਿਰਦੇ 'ਚ ਵਰਤਦੇ ਹੁੰਦੇ ਨੇ। ਯੁਗ ਤਾਂ ਅੰਦਰ ਹੈ ਆਦਮੀ ਦੇ, ਉਹਦੀ ਅਵਸਥਾ ਕੀ ਹੈ? ਇੱਕ ਘੜੀ ਨਾ ਮਿਲਤੇ ਤਾਂ ਕਰ ਜੁਗ ਹੋਤਾ, ਪੰਜਵੇਂ ਪਾਤਸ਼ਾਹ ਕਹਿੰਦੇ ਨੇ। ਜਦ ਮੈਂ ਆਪਣੇ ਮੂਲ ਨਾਲ ਟੁੱਟ ਜਾਂਦਾ, ਮਨ ਚਿੱਤ ਮੇਰੇ ਅੱਡ ਅੱਡ ਹੋ ਜਾਂਦੇ ਨੇ, ਜਿੰਨਾ ਚਿਰ ਚੇਤਰ ਮਨ ਇੱਕ ਰਹਿੰਦੇ ਨੇ ਸਤਿਯੁਗ ਹੁੰਦਾ, ਜਾਂ ਵੱਖਰਾ ਹੋ ਜਾਂਦਾ ਕਲਯੁਗ ਹੋ ਜਾਂਦਾ। ਤੇ ਬਾਹਰ ਯੁੱਗ ਫਿਰ ਕਿੱਥੇ ਹੋਏ? ਇਹ ਪੰਡਤ ਦੇ ਬਣਾਏ ਨੇ ਬਾਹਰ ਯੁੱਗ। ਸਿਮਰਤ ਵੇਦ ਪੁਰਾਣ ਪਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ, ਗੱਲ ਹੀ ਓਛੀਆਂ। ਤਾਂ ਕਿਹਾ ਸਭ ਝੂਠ ਹੈ। ਮੰਨਦਾ ਕੌਣ ਹੈ ਇਹਨੂੰ? ਮੰਨਣ ਵਾਲੀ ਕੋਈ ਗੱਲ ਹੀ ਨਹੀਂ। ਆਪਾਂ ਵਿਰੋਧੀ ਗੱਲਾਂ ਨੇ ਸਾਰੀਆਂ, ਆਪਾਂ ਵਿਰੋਧੀ ਗੱਲਾਂ ਨੇ, ਚਲਦੀਆਂ ਉਹਨਾਂ ਦੇ, ਚੱਲੀ ਜਾਣ। ਗੁਰਮਤਿ 'ਚ ਆਪਾਂ ਵਿਰੋਧੀ ਗੱਲ ਕੋਈ ਨਹੀਂ ਹੈ। ਗੁਰਬਾਣੀ 'ਚ ਆਪਾਂ ਵਿਰੋਧੀ ਨਹੀਂ ਹੈ ਕੋਈ ਗੱਲ। ਜਿਨ੍ਹਾਂ ਨੂੰ ਆਪਾਂ ਵਿਰੋਧੀ ਲੱਗਦੀ ਹੈ ਉਹਨਾਂ ਦੀ ਮੱਤ ਥੋੜ੍ਹੀ ਹੈ। ਉਹ ਆਹ ਤਾਂ ਪੰਡਤ ਦੇ ਚੇਲੇ ਨੇ, ਜਾਣ ਬੁੱਝ ਕੇ ਕਿ ਪੰਡਤ ਨਾਲ ਗੱਲ ਬਣਾਉਂਦੇ ਨੇ ਆਪਣੀ। ਰਾਜਾ ਰਾਮ ਕੀ ਕਹਾਣੀ ਰਮਾਇਣ ਵਾਲੀ ਬਣਾਉਂਦੇ ਨੇ, ਉਹ ਬਣਦੀ ਨਹੀਂ ਹੈ, ਉਹ ਤਾਂ ਹੈ ਨਹੀਂ। ਜੇ ਉਹਦੇ ਨਾਲ ਬਣਾਵਾਂਗੇ ਫਿਰ ਨਹੀਂ ਬਣਦੀ ਗੱਲ ਹੈ। ਉਹ ਦਰੁਸਤ ਕੀਤੀਆਂ ਨੇ ਉਹ ਗੱਲਾਂ ਸਮਾਂ। ਸੋਧੇ ਸਿਮਰਤ ਸ਼ਾਸਤਰ ਸਗਲ, ਇਹ ਸੋਧ ਕੇ ਰੱਖੀਏ ਕਹਾਣੀ ਅਸਲੀ ਆਹ ਹੈ। ਉਹ ਵਿਗਾੜੀ ਹੋਈ ਹੈ ਜਾਣ ਬੁੱਝ ਕੇ, ਉਹ ਤਾਂ ਜਾਣ ਬੁੱਝ ਕੇ ਵਿਗੜੀ ਨਹੀਂ ਹੈ, ਜਾਣ ਬੁੱਝ ਕੇ ਵਿਗਾੜੀ ਹੈ। ਕਬੀਰ ਕਹਿੰਦਾ ਪੰਡਤ ਪਾੜੀ ਬਾਟ, ਭਗਤ ਕਬੀਰ ਦੀ ਬਾਣੀ ਹੈ ਵੀ। ਸਾਰੀ ਰਾਜਾ ਰਾਮ ਕੀ ਕਹਾਣੀ ਦੀ ਸਮਝ ਆ ਜਾਂਦੀ ਹੈ ਕਬੀਰ ਚੋਂ, ਪੂਰੀ ਟੋਟਲ, ਕੋਈ ਸ਼ੰਕਾ ਨਹੀਂ ਰਹਿੰਦੀ। ਇਸੇ ਦੀ ਵਿਆਖਿਆ ਕਰੀ ਜਾਂਦੀ ਹੈ ਗੁਰਬਾਣੀ। ਔਖੀ ਹੈ ਇਹ ਬਾਣੀ, ਭਗਤ ਬਾਣੀ ਨੂੰ ਕੋਈ ਛੇੜਦਾ ਨਹੀਂ ਛੇਤੀ। ਔਖੀ ਕਰਕੇ ਇਹਦੀ ਵਿਆਖਿਆ ਕੀਤੀ ਹੈ ਗੁਰੂ ਨਾਨਕ ਨੇ, ਹੋਰ ਸਾਰੇ ਗੁਰੂਆਂ ਨੇ ਵਿਆਖਿਆ ਕਰਕੇ ਸੌਖੀ ਬਣਾਈ ਹੈ। ਜਦ ਉਹ ਵੀ ਸੌਖੀ ਨਾ ਬਣੀ, ਦਸਮ ਪਾਤਸ਼ਾਹ ਨੇ ਹੋਰ ਸੌਖੀ ਬਣਾਤੀ, ਬਹੁਤ ਹੀ ਜ਼ਿਆਦਾ ਸੌਖੀ ਬਣਾਤੀ। ਸੌਖੀ ਬਣਾਤੀ ਫੇਰ ਵੀ ਨਹੀਂ ਸਮਝ ਆ ਰਹੀ, ਇੰਨੀ ਸੌਖੀ ਬਣਾਈ ਹੋਈ ਵੀ ਨਹੀਂ ਸਮਝ ਆ ਰਹੀ। ਪਰ ਜੇ ਕੋਈ ਕੋਸ਼ਿਸ਼ ਸਮਝਣ ਦੀ ਕਰੇ, ਇਮਾਨਦਾਰੀ ਨਾਲ ਸਮਝ ਆ ਜਾਂਦੀ ਹੈ। ਕੋਸ਼ਿਸ਼ ਕੀਤੀ ਨਹੀਂ ਸਮਝਣ ਦੇ ਵਿੱਚ, ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਅਸੀਂ। ਨਾ ਸਮਝਣ ਦੀ ਤਾਂ ਉਹ ਕੋਸ਼ਿਸ਼ ਕੀਤੀ ਜੋ ਅਰਦਾਸ ਕਰਦੇ ਆ ਪਿੱਛੋਂ, ਉਹੀ ਸਮਝਿਆ ਅਸੀਂ। ਜੋ ਪਿੱਛੋਂ ਅਰਦਾਸ ਹੈ ਨਾ, ਸੂਈ ਤਾਂ ਉੱਥੇ ਅਟਕੀ ਹੋਈ ਹੈ ਸਾਰਿਆਂ ਦੀ। ਗੁਰਬਾਣੀ ਕਈ ਸੁਣੀ, ਇੱਧਰ ਸੁਣੀ ਇੱਧਰ ਕਰਤੀ, ਅਰਦਾਸ ਵੇਲੇ ਸਾਰੀ ਗੱਲ ਪ੍ਰਗਟ ਹੋ ਗਈ। ਜੇ ਮਨ ਦੀ ਗੱਲ ਹੈ ਅਰਦਾਸ ਵੇਲੇ ਪ੍ਰਗਟ ਹੁੰਦੀ ਹੈ ਸਾਡੇ। ਸਿੱਖੀ ਤੋਂ ਨਹੀਂ ਕੁਝ ਲੈਣਾ ਦੇਣਾ ਕਿਸੇ ਨੇ। ਅਰਦਾਸ 'ਚ ਗੱਲ ਸਾਰੀ ਅੰਦਰਲੀ ਗੱਲ ਅਰਦਾਸ 'ਚ ਪ੍ਰਗਟ ਹੁੰਦੀ ਹੈ ਵੀ ਸਿੱਖ ਕਿਹੋ ਜਿਹੇ ਨੇ, ਕੀ ਚਾਹੁੰਦੇ ਨੇ। ਜਿਹੜੇ ਚਾਹੁੰਦੇ ਹੀ ਉਹ ਕੁਛ ਨੇ, ਜੋ ਅਰਦਾਸ 'ਚ ਮੰਗਦੇ ਨੇ, ਉਹ ਗੁਰਮਤਿ ਤੋਂ ਵਿਰੁੱਧ ਹੈ। ਉਹ ਸਾਰਾ ਕੁਛ ਹੀ ਸਾਰਾ ਕੁਛ ਪੰਡਤ ਵਾਲਾ ਹੀ ਹੈ ਉਹ।
ਜਾਣੀ ਜਾਣੀ रे राजा राम की कहानी, राजा राम की कहानी ਜਿਹਨੇ ਜਾਣ ਲਈ ਉਹਦੀ ਅਰਦਾਸ ਬਦਲ ਜਾਂਦੀ ਹੈ, ਉਹਦੀ ਅਰਦਾਸ ਨਹੀਂ ਰਹਿੰਦੀ। ਉਹਦੀ ਕੀ ਅਰਦਾਸ ਹੈ? ਸਤ ਸੰਤੋਖ ਦੀ ਅਰਦਾਸ ਉਹਦੀ, ਕਿਉਂਕਿ ਸਤ ਸੰਤੋਖ ਦੀ ਵਿਚਾਰਧਾਰਾ। ਮੈਨੂੰ ਉਹ ਸੰਤੋਖ ਮਿਲੇ ਜਿਹੜਾ ਟੁੱਟੇ ਹੀ ਨਾ ਕਿਸੇ ਕੀਮਤ ਤੇ। ਸਤ ਸੰਤੋਖ ਉਹਨੂੰ ਕਹਿੰਦੇ ਨੇ, ਅਕਟ ਸੰਤੋਖ, ਅਟੁੱਟ ਸੰਤੋਖ, ਸਤ ਹਮੇਸ਼ਾ ਰਹਿਣ ਵਾਲਾ ਸੰਤੋਖ, ਸਦੀਵੀ ਸੰਤੋਖ। ਇੱਕੋ ਹੀ ਚੀਜ਼ ਹੈ ਸਤ ਸੰਤੋਖ, ਦੋ ਨਹੀਂ ਹਨ। ਜਿਹੜੇ ਦੋ ਸਮਝਦੇ ਨੇ ਬੁੱਧੀਹੀਨ, ਫਿਰ ਤਾਂ ਸਤਨਾਮ ਵੀ ਦੋ ਬਣ ਜਾਣਗੇ। ਸਤਨਾਮ ਦੋ ਨਹੀਂ, ਸਤ ਔਰ ਨਾਮ ਦੋ ਨਹੀਂ ਬਣ ਗਏ, ਪਰ ਉਹ ਤਾਂ ਇੱਕ ਹੈ ਸਤਨਾਮ। ਸਤਨਾਮ ਨੇ ਇੱਕ ਨਹੀਂ ਲੱਗਿਆ ਹੈ, ਕਰਤੇ ਪੁਰਖ ਨੇ ਇੱਕ ਨਹੀਂ, ਕਰਤਾ ਪੁਰਖ ਦੋ ਹੋ ਜਾਣਗੇ। ਫਿਰ ਇਵੇਂ ਸਤ ਸੰਤੋਖ ਵੀ ਇੱਕੋ ਹੀ ਨੇ। ਸਤ ਸੰਤੋਖ ਹੋਵੇ ਅਰਦਾਸ ਤਾਂ ਸੁਣ ਸਦ ਬਾਹਲੇ ਪਾਸ। ਉਹ ਸੰਤੋਖ, ਸਤ ਸੰਤੋਖ ਦੀ ਅਰਦਾਸ ਤੋਂ ਬਿਨਾਂ ਕੋਈ ਅਰਦਾਸ ਦਰਗਾਹ ਸੁਣੀਓ ਨਹੀਂ ਜਾਂਦੀ। ਪੜ੍ਹਾ ਤਾਂ ਸਤ ਸੰਤੋਖ ਦੀ ਪਾਠ ਰਿਹਾ, ਗੁਰਬਾਣੀ ਸਤ ਸੰਤੋਖ ਦੀ ਵਿਚਾਰ ਹੈ ਨਾ। ਟੀਚਰ ਦਾ ਸਤ ਸੰਤੋਖ ਦਾ ਪਾਠ ਪੜ੍ਹਾ ਰਿਹਾ, ਤੂੰ ਕੋਈ ਹੋਰ ਇੱਕ ਚੀਜ਼ ਪੁੱਛਦਾ ਹੋਗਾ ਉਸ ਨੂੰ ਸੁਣੂ ਤੇਰੀ, ਜੋ ਉਹਦਾ ਵਿਸ਼ਾ ਹੀ ਨਹੀਂ ਹੈ। ਮਾਇਆ ਦਾ ਪਾਠ ਪੜ੍ਹਾਇਆ ਗੁਰਬਾਣੀ 'ਚ, ਮਾਇਆ ਕਾਹਦੇ ਮੰਗਦੇ ਉੱਥੇ ਜਾ ਕੇ? ਨਾਨਕ ਦੇ ਘਰ ਹੈ ਉਹ ਨਹੀਂ ਹੋਰ ਕੋਈ ਨਾਮ ਤੇ ਬਿਨਾਂ, ਨਾਨਕ ਕੇ ਘਰ ਕੇਵਲ ਨਾਮ। ਤੁਸੀਂ ਨਾਨਕ ਦੇ ਘਰ ਤੇ ਹੋਰ ਕੋਈ ਮੰਗਦੇ ਹੋ? ਇਹ ਮੰਗਦੇ ਨੇ ਨਾਨਕ ਦੇ ਘਰ ਤੇ ਵੇਖੋ, ਜਾ ਕੇ ਵੇਖੋ। ਵੇਖੋ ਤੇ ਹੈ ਨਹੀਂ, ਜੋ ਕੋਈ ਮੰਗਦੇ ਨੇ ਵੇਖ ਹੈ। ਨਾਨਕ ਨੇ ਦਾ ਬਿਗ ਝਾੜੂ ਮਾਰ ਕੇ ਸਭ ਬਾਹਰ ਸੁੱਟਤੀ, ਬਾਹਰ ਪਈਆ ਉਹ ਬਾਹਰੋਂ ਲੈ ਲਓ। ਰੇਸ ਲੱਗੀ ਆ ਬਾਹਰੋਂ ਲੈਂਦੇ ਨੇ ਲੋਕ ਜਾ ਕੇ। ਗੁਰੂ ਘਰ ਚੋਂ ਨਹੀਂ ਇਹ ਚੀਜ਼ਾਂ ਮਿਲਦੀਆਂ ਹੁਣ। ਇੱਥੋਂ ਸਤ ਸੰਤੋਖ ਮਿਲਦਾ ਜੇ ਕਿਸੇ ਨੇ ਲੈਣਾ, ਉਹੀ ਪਾਇਆ ਹੋਇਆ ਥਾਲ ਦੇ ਵਿੱਚ। ਸਤ ਸੰਤੋਖ ਵਿਚਾਰੋ, ਸਤ ਸੰਤੋਖ ਦੀ ਵਿਚਾਰ ਨੂੰ ਹੀ ਅੰਮ੍ਰਿਤ ਨਾਮ ਕਹਿੰਦੇ ਨੇ। ਅੰਮ੍ਰਿਤ ਨਾਮ ਵਾਲਾ ਨਾਮ ਗਿਆਨ, ਗਿਆਨ ਹੀ ਸੰਤੋਖ ਦਾ ਅਸਲ ਰੂਪ ਹੈ। ਗਿਆਨ ਦਾ ਵੱਡਾ ਮੰਨ ਲੈ, ਗਿਆਨ ਹੀ ਸੰਤੋਖ ਹੈ। ਉਹ ਸੰਤੋਖ ਜਿਹੜਾ ਮਾਇਆ, ਉਹ ਗਿਆਨ ਜਿਹੜਾ ਮਾਇਆ ਦੀ ਭੁੱਖ ਅੰਦਰੋਂ ਖੋ ਦੇਵੇ, ਜਿਹੜਾ ਮਾਇਆ ਦੀ ਭੁੱਖ ਖੋ ਦੇਵੇ ਅੰਦਰੋਂ ਨਾ, ਖਤਮ ਕਰ ਦੇਵੇ, ਨਸ਼ਟ ਕਰ ਦੇਵੇ, ਉਹ ਗਿਆਨ ਸਤ ਸੰਤੋਖ ਦੀ ਵਿਚਾਰਧਾਰਾ ਉਹ ਗੁਰਬਾਣੀ 'ਚ ਹੈ। ਫੇਰ ਮਨ ਡੋਲਦਾ ਨਹੀਂ ਹੈ, ਫੇਰ ਟਿਕਦਾ। ਬਾਲਾ ਮਨ ਟਿਕਦਾ ਹੀ ਨਹੀਂ ਹੈ, ਮਨ ਨਹੀਂ ਟਿਕ ਸਕਦਾ। ਇਹ ਰਾਜਾ ਰਾਮ ਕੀ ਕਹਾਣੀ ਬੁੱਝੇ ਦੇ ਬਿਨਾਂ ਇਹ ਗੱਲ ਦਾ ਪਤਾ ਨਹੀਂ ਲੱਗਦਾ। ਗੁਰਬਾਣੀ ਸਾਹਿਬ ਰਾਜਾ ਰਾਮ ਕੀ ਕਹਾਣੀ ਹੋ। ਅੰਤਰ ਗਿਆਨ ਰਾਮ ਪ੍ਰਗਾਸਾ ਕਰ ਗੁਰਮੁਖ ਵਿਰਲੇ ਜਾਣੀ। ਜਦੋਂ ਗੁਰਬਾਣੀ ਦੀ ਸਮਝ ਆ ਗਈ ਨਾ, ਤਿੰਨ ਲੋਕ ਦਾ ਗਿਆਨ ਹੋ ਗਿਆ। ਇਹ ਤਿੰਨ ਲੋਕ ਦਾ ਗਿਆਨ ਹੈ ਗੁਰਬਾਣੀ। ਜਿਹਨੂੰ ਰਾਜਾ ਰਾਮ ਕੀ ਕਹਾਣੀ ਸਮਝ ਆ ਗਈ, ਤਿੰਨੇ ਲੋਕ ਦਾ ਗਿਆਨ ਹੋ ਜਾਂਦਾ। ਤਿੰਨ ਲੋਕ ਦਾ ਗਿਆਨ ਦੀਆਂ ਗੱਪਾਂ ਮਾਰਦੇ ਨੇ ਸੰਤ, ਕੋਈ ਦੱਸੇ ਤਾਂ ਸਹੀ ਤਿੰਨ ਲੋਕ ਦਾ ਗਿਆਨ ਹੁੰਦਾ ਕੀ ਹੈ। ਗੁਰਬਾਣੀ ਦੀ ਵਿਆਖਿਆ ਜਿਹਨੇ ਸਮਝ ਲਈ, ਤਿੰਨ ਲੋਕ ਦਾ ਗਿਆਨ ਹੈ, ਸਮਝ ਆ ਗਿਆ। ਗੁਰਬਾਣੀ ਜਿਹੀ ਤਿੰਨ ਲੋਕ ਦਾ ਗਿਆਨ, ਕਬੀਰ ਨੇ ਕਹਿਤਾ ਤਿੰਨ ਲੋਕ ਦਾ ਗਿਆਨ ਹੈ। ਜਿਹਨੂੰ ਸਮਝ ਆ ਗਈ ਗੁਰਬਾਣੀ, ਤਿੰਨ ਲੋਕ ਦਾ ਗਿਆਨ ਵੀ ਸਮਝ ਆ ਗਿਆ। ਰਾਜਾ ਰਾਮ ਦੀ ਕਹਾਣੀ ਵੀ ਸਮਝ ਆ ਗਈ ਕਿ ਰਾਜਾ ਰਾਮ ਤਿੰਨ ਲੋਕ ਜੇ ਫਿਰਦਾ, ਚੌਥੇ ਲੋਕ 'ਚ ਨਹੀਂ ਹੁੰਦਾ ਹੈ। ਚੌਥੇ ਲੋਕ ਦਾ ਪਾਰਬ੍ਰਹਮ ਬਣ ਜਾਂਦਾ ਹੈ। ਫਿਰ ਜਾ ਕੇ ਬੀਜ ਰੂਪ ਸੰਸਾਰ 'ਚ ਹੈ। ਜੱਲਾ ਜਰ ਬੀਜ ਰੂਪ ਹੈ ਸੰਸਾਰ 'ਚ ਹੈ, ਸੋਝੀ ਕੋਈ ਨਹੀਂ। ਜੇ ਰਾਜਾ ਰਾਮ ਦੀ ਕਹਾਣੀ ਇਹਨੇ ਜਾਣ ਲਈ, ਫਿਰ ਸੰਸਾਰ ਦੇ ਪਰੇ ਹੋ ਗਿਆ। ਫਿਰ ਸੰਸਾਰ ਦੇ ਵਿੱਚ ਰਹਿੰਦਾ ਹੋਇਆ ਵੀ ਮਾਇਆ ਵਿੱਚ ਉਦਾਸੀ ਹੈ। ਗੁਰਮੁਖ ਮਾਇਆ ਵਿੱਚ ਉਦਾਸੀ, ਗੁਰਮੁਖ ਨਾ ਹੋ। ਅੰਤਰ ਗਿਆਨ ਰਾਮ ਪ੍ਰਗਾਸਾ ਕਹਿਣ ਗੁਰਮੁਖ ਵੇਲੇ ਜਾਣੀ। ਗੁਰਮੁਖ ਜਾਣੀ ਹੈ ਨਾ, ਅੰਤਰ ਜੋਤ ਰਾਮ ਪ੍ਰਗਾਸਾ ਗੁਰਮੁਖ ਵਿਰਲੇ ਜਾਣੀ। ਗੁਰਮੁਖ ਵੇਲੇ ਜਾਣੀ ਹੈ ਨਾ। ਗੁਰਮੁਖ ਮਾਇਆ ਵਿੱਚ ਉਦਾਸੀ ਹੈ। ਫਿਰ ਗੁਰਮੁਖ ਕਿੱਥੇ? ਸੰਸਾਰ 'ਚ ਰਹਿੰਦਾ ਹੋਇਆ ਵੀ ਸੰਸਾਰ ਤੇ ਪਰੇ ਹੈ। ਜਿਹੜਾ ਸੰਸਾਰ ਤੇ ਪਰੇ ਹੈ, ਉਹ ਸੰਸਾਰ ਸਾਰਾ ਸਮਝ ਕੇ ਪਰੇ ਹੋਇਆ, ਉੱਚਾ ਉੱਠ ਗਿਆ। ਉਹ ਨੀਵੇਂ ਸੰਸਾਰ ਦਾ ਸਾਰਾ ਗਿਆਨ ਉਹਦੇ ਕੋਲ ਹੁੰਦਾ ਹੈ। ਉੱਚੇ ਤਾਂ ਹੋਣਾ
ਜਿਹੜਾ ਐਮਏ ਕਰ ਗਿਆ ਉਹਨੂੰ ਐਮਏ ਤੱਕ ਦਾ ਗਿਆਨ ਹੈਗਾ ਹੀ ਆ। ਅੱਗੇ ਫਿਰ ਚੱਲਿਆ ਨਾ ਫਿਲ ਕਰਨਾ, ਐਮਡੀ ਕਰ ਅੱਗੇ ਚੱਲਿਆ, ਫਿਰ ਉਹ PhD ਕਰਨ। ਥੱਲੇ ਵਾਲਾ ਗਿਆਨ ਤਾਂ ਉਹਦੇ ਕੋਲ ਹੈਗਾ। ਜੋ ਕੁਝ ਅੱਜ ਤੱਕ ਗੁਰਮਤਿ ਦੇ ਵਾਸਤੇ ਟੀਕੇ ਲਿਖੇ ਗਏ, ਇਹ ਕਿਹਾ ਗਿਆ ਅੱਜ ਤੱਕ, ਇੱਕ ਗੱਲ ਵੀ ਗੁਰਬਾਣੀ ਨਾਲ ਮੇਲ ਨਹੀਂ ਖਾਂਦੀ, ਕਿਸੇ ਦੀ ਵੀ ਇੱਕ ਗੱਲ ਨਹੀਂ ਮੇਲ ਖਾਂਦੀ। ਨਾ ਜਿਹੜੇ ਟੀਕੇ ਲਿਖੇ ਨੇ, ਕਿਤਾਬਾਂ ਲਿਖੀਆਂ, ਉਹਨਾਂ ਦੀ ਗੱਲ, ਕਿਉਂਕਿ ਵਿਦਵਾਨ ਜੋ ਹੈ ਉਹ ਵਿਦਵਾਨਾਂ ਦੇ ਵਸ ਦੀ ਗੱਲ ਨਹੀਂ ਹੈ। ਇਹ ਗੁਰਮੁਖਾਂ ਦੇ ਹਿੱਸੇ ਚ ਆਈ ਹੋਈ ਹੈ। ਅੰਤਰ ਗਿਆਨ ਜੋਤ ਪ੍ਰਗਾਸ, ਅੰਤਰ ਜੋਤ ਰਾਮ ਪ੍ਰਗਾਸਾ ਨਹੀਂ ਜੇ ਹੈ ਤਾਂ ਗੁਰਬਾਣੀ ਦੀ ਸਮਝ ਨਹੀਂ ਆ ਸਕਦੀ। ਇਹ ਰਾਜਾ ਰਾਮ ਕੀ ਕਹਾਣੀ ਨਹੀਂ ਬੁੱਝੀ ਜਾ ਸਕਦੀ। ਇਹ ਕਿਵੇਂ ਹੁੰਦੀ? ਇਹ ਗੁਰਬਾਣੀ ਤੋਂ ਪੜ੍ਹਦੇ ਫਿਰ ਹੋ ਜਾਂਦੀ। ਗੁਰਬਾਣੀ ਨੂੰ ਗੁਰੂ ਮੰਨ ਕੇ ਇਹ ਤੋਂ ਪੜ੍ਹਦੇ ਫਿਰ ਸਮਝ ਆ ਜਾਂਦੀ। ਉਹ ਕਹਾਣੀ ਇਹਦੇ ਵਿੱਚ ਹੀ ਹੈ ਨਾ। ਗੁਰਬਾਣੀ ਨੂੰ ਜਿਨ੍ਹਾਂ ਨੇ ਪੜ੍ਹਿਆ ਉਹਨਾਂ ਨੇ ਰਾਜਾ ਰਾਮ ਪਹਿਲਾਂ ਹੀ ਦਿਮਾਗ ਸੀਗਾ, ਉਹ ਪੜ੍ਹ ਲਿਆ, ਉਹਦੇ ਨਾਲ ਅਰਥ ਲਾ ਲਏ। ਗੁਰਬਾਣੀ ਨੂੰ ਪੜ੍ਹਿਆ ਨਾ। ਜੇ ਗੁਰਬਾਣੀ ਤੋਂ ਪੜ੍ਹਦੇ ਰਾਜਾ ਰਾਮ ਹੋਰ ਹੈ, ਜੇ ਗੁਰਬਾਣੀ ਨੂੰ ਪੜ੍ਹਦੇ ਰਾਜਾ ਰਾਮ ਰਮਾਇਣ ਵਾਲਾ, ਉਹ ਤਾਂ ਪਹਿਲਾਂ ਦਿਮਾਗ ਚ ਲੱਦਿਆ ਹੋਇਆ ਉਹਨਾਂ ਦੇ। ਗੁਰਬਾਣੀ ਤੋਂ ਪੜ੍ਹਦੇ ਰਾਜਾ ਰਾਮ ਬਦਲ ਜਾਂਦਾ, ਫਿਰ ਤਾਂ ਹੋਰ ਹੁੰਦਾ ਰਾਜਾ ਰਾਮ, ਉਹ ਨਹੀਂ ਰਹਿਣਾ ਸੀ। ਹਾਂਜੀ, ਭਵਰ ਏਕ ਪੋਹ ਰਸ ਵਿਦਾ। ਭਵਰ ਇੱਕ ਤਾਂ ਭੌਰਾ ਹੈ, ਇੱਕ ਫੁੱਲ ਹੈ। ਫੁੱਲ ਚ ਰਸ ਵੀ ਹੈ। ਭੌਰਾ ਫੁੱਲ ਟੋੜਦਾ ਫਿਰਦਾ। ਭਵਰ ਏਕ ਪੋਹ ਰਸ ਵਿਦਾ। ਪੋਪ ਫੁੱਲ ਨੂੰ ਕਹਿੰਦੇ ਨੇ। ਪੋਪ ਦੇ ਵਿੱਚ ਮਕਰੰਦ ਹੈ। 12 ਲੈ ਉਰ ਧਰਿਆ। ਫੁੱਲ ਦੇ ਵਿੱਚ ਜਿਹੜਾ ਰਸ ਹੁੰਦਾ ਨਾ, ਉਹਨੂੰ ਮਕਰੰਦ ਕਹਿੰਦੇ ਨੇ। ਹਰ ਚਾਰਨ ਕਮਲ ਮਕਰੰਦ ਲੋਪਿਤ ਮਨੋ। ਭਵਰੇ ਨੂੰ ਮਨ ਨੂੰ ਲੋਭ ਹੈ, ਲੋਭੀ ਹੈ ਨਾ ਭੌਰਾ, ਟੋੜਦਾ ਫਿਰਦਾ। ਪਹਿਲਾਂ ਦੇਖੋ ਭੌਰਾ ਫੁੱਲ ਟੋੜਦਾ ਫਿਰਦਾ ਹੁੰਦਾ, ਪਰ ਇੱਕ ਐਸਾ ਵੀ ਭੌਰਾ ਸੀ, ਫੁੱਲ ਸੀ ਜਿਹੜਾ ਭੌਰਾ ਟੋੜਦਾ ਫਿਰਦਾ ਸੀ। ਉਹਦੀ ਨਾਨਕ ਦੇ ਹਿਰਦੇ 'ਚ ਫੁੱਲ ਖਿੜਿਆ ਸੀ, ਉਹ ਭੌਰਾ ਟੋੜਦਾ ਫਿਰਦਾ ਸੀ। ਕੋਈ ਭੌਰਾ ਹੋਵੇ, ਦਸਾਂ ਦਿਸ਼ਾਵਾਂ ਢੂੰਡ ਲਿਆ, ਕਿਤੇ ਨਹੀਂ ਮਿਲਿਆ। ਜਾਂ ਮਿਲਿਆ ਤਾਂ ਘਰੇ ਆ ਕੇ ਮਿਲਿਆ। ਡੈ ਦਿਸ ਢੂੰਡ ਘਰ ਹੀ ਮੈਂ ਪਾਇਆ, ਮੇਲ ਪਿਆ ਸਤਿਗੁਰੂ ਬੁਲਾਇਆ। ਲੈਣਾ ਭੌਰਾ ਸੀ, ਬੈਠ ਗਿਆ ਫੁੱਲ ਤੇ ਉੱਠਿਆ ਹੀ ਨਹੀਂ, ਛੱਡਿਆ ਹੀ ਨਹੀਂ। ਜਾਂ ਜੁੜ ਗਿਆ ਫੁੱਲ ਨਾਲ, ਛੱਡਿਆ ਹੀ ਨਹੀਂ। ਘਰ ਛੱਡਤਾ, ਪਰਿਵਾਰ ਛੱਡਤਾ, ਫੁੱਲ ਨਹੀਂ ਛੱਡਿਆ। ਫਿਰ ਨਹੀਂ ਛੱਡਿਆ ਫੁੱਲ। ਜਿਹੜੇ ਪਹਿਲੇ ਨਾਲ ਰਹਿੰਦੇ ਸੀ, ਉਹਨਾਂ ਦੀ ਅਵਸਥਾ ਨਹੀਂ ਸੀ, ਉਹਨਾਂ 'ਚ ਉਹ ਭੁੱਖ ਨਹੀਂ ਸੀ, ਉਹਨਾਂ ਨੂੰ ਇਹ ਫੁੱਲ ਦੀ ਪਛਾਣ ਨਹੀਂ ਸੀ, ਜਾਂ ਉਹਨਾਂ 'ਚ ਜੋ ਭੌਰੇ ਵਾਲੀ ਅਵਸਥਾ ਪੈਦਾ ਨਹੀਂ ਸੀ ਹੋਈ। ਪਹਿਲੇ ਵੀ ਸੀ ਨਾਲ, ਉਹਨਾਂ 'ਚ ਅਵਸਥਾ ਨਹੀਂ ਪੈਦਾ ਹੋਈ, ਉਹ ਭੁੱਖ ਨਹੀਂ ਜਾਗੀ ਸੀ। ਭਵਰ ਏਕ ਪੋਹ ਰਸ ਵਿਦਾ। ਉਧਰ ਦਾ ਫੁੱਲ ਦੇ ਵਿੱਚ ਮਕਰੰਦ ਰਸ ਹੈ ਤੇ ਉਧਰ ਭੌਰਾ ਹੋਵੇ ਤਾਂ ਗੱਲ ਬਣਦੀ ਹੈ। ਦੋ ਮਿਲ ਕਾਰਜ ਉਪਜਾ ਨਦੀ ਨਾਮ ਸੰਜੋਗ। ਜੇ ਕਿਸ਼ਤੀ ਹੋਵੇ, ਨਦੀ 'ਚ ਪਾਣੀ ਨਾ ਹੋਵੇ, ਕਿਸ਼ਤੀ ਚੱਲੂਗੀ? ਬਸ ਜੇ ਨਦੀ 'ਚ ਪਾਣੀ ਹੋਵੇ, ਕਿਸ਼ਤੀ ਨਾ ਹੋਵੇ, ਫਿਰ ਵੀ ਨਹੀਂ ਚੱਲਦੀ। ਭੌਰਾ ਹੋਵੇ ਫੁੱਲ ਦੇ ਵਿੱਚ, ਕਿਸੇ ਰਸ ਨਾ ਮਿਲੇ ਤਾਂ ਕੀ ਕਰੂਗਾ? ਪਿਆਸਾ ਹੀ ਰਹਿ ਜੂ ਨਾ। ਭੌਰਾ ਬਬੀਹਾ ਹੀ ਆ ਇਹ, ਉਧਰ ਬਬੀਹਾ ਗਿਆ, ਇੱਥੇ ਭੌਰਾ ਕਹਿਤਾ ਕਿ ਫੁੱਲ ਕਿਹਾ ਨਾ ਇੱਥੇ। ਜਦ ਬਬੀਹਾ ਕਹਾਂਗੇ ਤਾਂ ਮੇਘਾ ਕਹਾਂਗੇ, ਫੁੱਲ ਨਹੀਂ ਕਹਿੰਦੇ। ਫਿਰ ਮੇਘਾ ਉਹ, ਜੇ ਫੁੱਲ ਕਹਾਂਗੇ ਫਿਰ ਭੌਰਾ ਕਹਾਂਗੇ। ਜਗੈਸੂ ਭੌਰਾ, ਉਹ ਲੈਣ ਵਾਲਾ ਭੌਰਾ ਹੈ, ਦੇਣ ਵਾਲਾ ਫੁੱਲ ਹੈ। ਹਿਰਦੇ ਕਮਲ ਪ੍ਰਗਾਸਿਆ ਹੋਇਆ, ਕਮਲ ਹਿਰਦੇ ਜਿਹੜਾ ਪ੍ਰਗਾਸਿਆ ਹੋਇਆ ਉਹੀ ਤਾਂ ਫੁੱਲ ਹੈ। ਹਾਂਜੀ, ਭਵਰ ਏਕ ਪੋਹ ਰਸ ਵਿਦਾ। 12 ਲੈ ਉਰ ਲੈ ਉਰ ਧਰਿਆ। ਉਹਦੀ ਸੰਗਤ ਕਰਕੇ ਬਾਹ ਦਾ ਮਤਲਬ ਨਾਲ, ਬਾਹ ਦਾ ਦੁਬਾਰਾ ਬਣਾਤਾ ਇਹਦਾ।
12 ਦਾ ਤੇ 12 ਬਣਾਤਾ 12 ਵਿਦਵਾਨਾਂ ਨੇ। ਵਿਦਵਾਨਾਂ ਦੀ ਬੁੱਧੀ ਨਹੀਂ ਹੁੰਦੀ ਕਿੱਥੇ, ਪੜ੍ਹਦੇ ਨੇ ਬਣਾਤਾ ਕੰਮ ਹੀ ਦੱਬੀ ਜਾਂਦੇ ਨੇ ਸਾਰੇ। ਇਹਦਾ ਅਰਥ ਕੀ ਬਣਿਆ ਫਿਰ? ਉਹ ਜੇ ਉਹਦੇ ਦੇ ਨਾਲ ਜੁੜੂਗਾ ਪੌਰਾ ਤਾਂ ਹੀ ਰਸ ਲਊਗਾ। 12 ਟੋਟੇ ਫੁੱਟ ਦੇ ਕਰੇ ਨੇ, ਪੌਰੇ ਦੇ ਕਰੇ ਨੇ ਉਹਨਾਂ ਨੇ। 12 ਕਿੱਥੋਂ ਆ ਵੜਿਆ ਇੱਥੇ? ਬਾਹ ਉਰਦੂ ਦਾ ਲਫ਼ਜ਼ ਹੈ, ਬਾਹ ਮੁਸ਼ੱਕਤ, ਬਾਹ ਮੁਲਾਹਿਜ਼ਾ, ਬਾਹ ਦਾ ਮਤਲਬ ਹੈ ਨਾਲ ਸੰਗ ਕਰਕੇ, ਬਿੱਦ ਬਾਹਰ ਹੈ ਉਹਦੇ ਨਾਲ ਰਹਿ ਕੇ, ਉਹਦੀ ਸੰਗਤ ਕਰਕੇ ਲੈ ਉਰ ਧਰਿਆ। ਉਹ ਫੁੱਲ ਦਾ ਰਸ ਆਪਣੇ ਅੰਦਰ ਧਰ ਲਿਆ, ਖਿੱਚ ਲਿਆ ਉੱਥੋਂ, ਭੌਰੇ ਨੇ ਰਸ ਚੂਸ ਲਿਆ। ਜੇ ਫੁੱਲ ਤੇ ਬੈਠੂ ਤਾਂ ਹੀ ਚੂਸੂ, ਫੁੱਲ ਦੀ ਸੰਗਤ ਕਰੂ ਤਾਂ ਹੀ ਚੂਸੂ। ਲੈਣਾ ਜੇ ਘਰ ਨੂੰ ਚਲਿਆ ਜਾਂਦਾ ਫਿਰ ਫੁੱਲ ਦਾ ਰਸ ਨਹੀਂ ਲੈ ਸਕਦਾ, ਦੂਰ ਬੈਠ ਕੇ ਨਹੀਂ ਲੈ ਹੁੰਦਾ ਰਸ ਫੁੱਲ ਦਾ। ਵੀ ਦੇਖ ਕੇ ਚਲਿਆ ਜਾ, ਮੈਂ ਘਰ ਬਹਿ ਕੇ ਲੈ ਲੂ ਰਸ। ਮਾੜਾ ਵਾਲੇ ਤਾਂ ਮੈਂ ਕਰਦੇ ਨੇ, ਮਾੜਾ ਲੈ ਜਾ, ਘਰ ਬੈਠ ਕੇ ਰਸ ਲੈ ਲਈ। ਰਸ ਕਾਹਜੋ ਲੈਣਾ? ਮਾੜਾ ਚੋ ਲੈਣਾ, ਕਾਹਜੋ ਲੈਣਾ? ਉਹਦੀ ਸੰਗਤ ਕੀਤੀ, ਜੋ ਗਿਆਨ ਕੋਲ ਸੀ ਸਾਰਾ ਹੀ ਲੈ ਲਿਆ, ਸਾਰਾ ਹੀ ਦੇ ਦਿੱਤਾ। ਇੰਜੈਕਟ ਕਰਤਾ, ਇੰਜੈਕਸ਼ਨ ਲਾਤਾ ਉਧਰ। ਡਾਕਟਰ ਕੋਲ ਜਾਵਾਂਗੇ ਤਾਂ ਇੰਜੈਕਸ਼ਨ ਲਾਊਗਾ। ਬਾਹਰ ਹੈ ਲੈ ਉਰ ਧਰਿਆ, ਉਰ ਹੁੰਦਾ ਹਿਰਦੇ ਵਿੱਚ ਧਾਰਨ ਕਰ ਲਿਆ। ਉਰ ਵਿੱਚ ਧਾਰਨ ਕੀਤਾ, ਪੇਟ ਵਿੱਚ ਨਹੀਂ ਕੀਤਾ। ਜਿਹੜੇ ਵਾਹਿਗੁਰੂ ਸਾਹ ਨਾਲ ਖਿੱਚਦੇ ਨੇ ਪੇਟ 'ਚ ਜਾਂਦਾ, ਹਿਰਦੇ 'ਚ ਨਹੀਂ ਜਾਂਦਾ। ਉਹਦਾ ਪੇਟ ਭਵਰ ਏਕ ਪੋਹ ਰਸ ਵਿਦਾ 12 ਲੈ ਉਰ ਧਰਿਆ। ਉਹਦੀ ਸੰਗਤ ਕਰਕੇ ਨਾ, ਬਾਹਰ ਹੈ ਇਹਦਾ ਮਤਲਬ ਹੈ ਨਾਲ ਰਹਿ ਕੇ ਆਪਣੇ ਹਿਰਦੇ 'ਚ ਉਹ ਸਾਰਾ ਰਸ ਸੀ, ਜਿਹੜਾ ਗਿਆਨ ਸੀ, ਉਹ ਪ੍ਰਾਪਤ ਕਰ ਲਿਆ, ਸਮਝ ਲਿਆ। ਹਾਂਜੀ, ਸੋ ਰਹਿ ਮੱਧੇ ਪਵਨ ਚ ਖੋਇਆ। ਸੁੱਤਾ ਪਿਆ ਸੀ ਨਾ, ਜਿਹੜਾ ਸੁੱਤਾ ਪਿਆ ਸੀ ਨਾ, ਸੁਪਨੇ ਜੋ ਸੰਸਾਰ ਸੀ ਨਾ, ਸੁਪਨਾ ਦੇਖ ਰਿਹਾ ਸੀ ਨਾ। ਲੈਣਾ ਸੁਪਨਾ ਕਾਹਦਾ ਦੇਖ ਰਿਹਾ ਸੀ? ਮੂਰਤੀ ਦੇ ਦਰਸ਼ਨ ਹੋਣਗੇ। ਸੁੱਤਾ ਹੀ ਪਿਆ ਸੀ, ਮੂਰਤੀ ਦੇ ਦਰਸ਼ਨ ਕਿਵੇਂ ਹੋ ਜਾਣਗੇ? ਨਾਲੇ ਕਹਿੰਦੇ ਜਿਹਦੇ ਦਰਸ਼ਨ ਕਰਨੇ ਤੇਰੇ ਅੰਦਰ ਹੈ। ਇਹ ਵੀ ਬੰਦਾ ਸੀ ਉਹ ਵੀ, ਹਾਂ ਕਹਿੰਦੇ ਨੇ। ਫਿਰ ਉੱਥੇ ਕੀ ਕਰ ਚੱਲਿਆ ਮੂਰਤੀ ਕੋਲ? ਇਹ ਵੀ ਕੰਮ ਕਰ ਚੱਲਿਆ ਸੀ ਸਵਾਮੀ ਰਾਮਾਨੰਦ, ਥਾਲੀ ਲੈ ਕੇ ਚੱਲਿਆ ਸੀ ਨਾ ਪੂਜਾ ਕਰਨ। ਜਦ ਕਹਿੰਦਾ ਗੁਰ ਬ੍ਰਹਮ ਬਤਾਓ ਮਨ ਹੈ ਮਾਹੇ, ਥਾਲੀ ਰੱਖਤੀ। ਉਹ ਮਨ ਵਿੱਚ ਹੀ ਹੈ ਸਭ ਕੁਛ। ਜੇ ਕਾਰਨ ਤੂੰ ਬਾਂਗਦੇ ਦਿਲੀ ਪੀਤਰ ਸੋਏ। ਉਹ ਜਿਹਦੇ ਖਾਤਰ ਕਾਜੀ ਨੂੰ ਕਹਿੰਦਾ ਬਾਂਗ ਦਿੰਦਾ, ਉਹ ਤਾਂ ਤੇਰੇ ਅੰਦਰ ਹੈ। ਸਾਰੇ ਮੰਨਦੇ ਨੇ ਅੰਦਰ ਹੈ, ਤੋੜਦੇ ਪਤੰਦਰ ਬਾਹਰੋਂ ਹੀ ਨੇ। ਫਿਰ ਵੀ ਬਾਹਰੋਂ ਲੋਕ ਅੰਦਰ ਨਹੀਂ ਹਟਦੇ, ਮੰਨਦੇ ਸਾਰੇ ਅੰਦਰ ਨੇ। ਆ ਦੁਬਦਾ ਇਹਨੂੰ ਕਹਿੰਦੇ ਦੁਬਦਾ। ਦੋਏ ਸੋਚਾਂ ਮੰਨਦੇ ਨੇ ਅੰਦਰ ਹੈ, ਟੋੜਦੇ ਨੇ ਬਾਹਰੋਂ। ਦੁਬਦਾ ਵਿਆਪਾ ਰੋਗ, ਦੁਬਦਾ ਨਾਲ ਲੋਭ ਮੋਹ ਕਾਮ ਕਰੋ, ਇਹ ਵਧੀ ਜਾਂਦੇ ਨੇ ਸਭ। ਦੁਬਦਾ ਨਾ ਆਪਣੀ ਗੱਲ ਨੂੰ ਆਪੇ ਘਟਤਾ, ਖੜੇ ਕਿਸੇ ਗੱਲ ਤੇ ਵੀ ਨਹੀਂ। ਹਾਂਜੀ, ਸੋ ਰਹਿ ਮੱਧੇ ਸੁੱਤਾ ਪਿਆ ਸਨ। ਜਦ ਸੁੱਤਾ ਪਿਆ ਤਾਂ ਕੰਨ 'ਚ ਗੱਲ ਜਾਂਦੀ ਹੈ, ਜਦੋਂ ਜਾਗ ਪੈਂਦਾ। ਸੁੱਤਾ ਪਿਆ ਆਦਮੀ ਪਿਆ, ਆਵਾਜ਼ ਮਾਰੀ, ਉਹਨੂੰ ਜਾਗਣਾ ਹੀ ਉਹਨੇ। ਪਵਨ ਜੋ ਮੂੰਹ ਦੀ ਆਵਾਜ਼ ਗਈ ਸੀ, ਪਵਨ ਗਈ ਸੀ ਨਾ, ਉਹ ਹੈ ਪਵਨ। ਐ ਜਾਂਦੀ ਹੈ ਜਿਹੜੇ ਵਾਹਿਗੁਰੂ ਵਾਹਿਗੁਰੂ ਕਰਦੇ ਨੇ, ਮੂੰਹ ਤੇ ਨਹੀਂ ਜਾਂਦਾ ਅੰਦਰ ਨੂੰ, ਕੰਨਾਂ ਤੇ ਜਾਂਦਾ ਹੁੰਦਾ ਅੰਦਰ ਨੂੰ। ਜਿੱਥੇ ਪਿਆ ਸੁੱਤਾ ਉਹ ਸਾਹ ਤਾਂ ਆਉਂਦਾ, ਉਹਦਾ ਮੰਨਦੇ ਨੇ ਸਾਹ ਦੇ ਨਾਲ ਉਹਦੇ ਵਾਹਿਗੁਰੂ ਵਾਹਿਗੁਰੂ ਚੱਲਦਾ ਹੁੰਦਾ। ਵੀ ਜਾਗਦੇ ਕਿਉਂ ਨਹੀਂ? ਬਾਹਰੋਂ ਵਾਹਿਗੁਰੂ ਕਰ ਵਿੱਚ ਜੋੜਨਾ ਕੋਈ ਜਦੋਂ ਜਾਗੂਗਾ। ਸੁੱਤਾ ਕਿੱਥੇ ਪਿਆ ਇਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਸੁੱਤਾ ਪੈਣ ਵਾਲਾ ਪੇਟ 'ਚ ਪਿਆ ਹੁੰਦਾ ਜਾਂ ਕਿੱਥੇ ਪਿਆ ਹੁੰਦਾ, ਪਤਾ ਹੀ ਕੱਖ ਨਹੀਂ ਹੈਗਾ। ਪੇਟ ਦਾ ਨਾਲ ਕੀ ਸੰਬੰਧ? ਤਾਂ ਵਾਹਿਗੁਰੂ ਖਾ ਕੇ ਹਜਮ ਕਰ ਲੈਣਾ ਤੁਸੀਂ। ਜੇ ਪੇਟ 'ਚ ਲੈ ਕੇ ਜਾਣਾ, ਹਜਮ ਕਰਨਾ ਹੋਊਗਾ ਖਾ ਕੇ।
ਸੋਹਰਾ ਮੱਧੇ ਪਵਨ ਚਕੋਰਿਆ, ਜਿਹੜੀ ਆਵਾਜ਼ ਗਈ ਨਾ ਕੰਨ 'ਚ ਗੁਰੂ ਅਮਰਦਾਸ ਦੇ, ਹਿਲਾ ਕੇ ਰੱਖਤਾ, ਜਗਾਤਾ, ਪਵਨ ਚਕੋਰਿਆ। ਆਕਾਸ਼ੇ ਹੁਣ ਦੀ ਬਾਣੀ ਜਦ ਅੰਦਰ ਗਈ ਹਲਾਤਾ, ਮਨ ਨੂੰ ਜਗਾਤਾ। ਇਹ ਕੀ ਆਵਾਜ਼ ਕਿੱਥੋਂ ਆਈ, ਕਹੇ ਜੀ ਆਵਾਜ਼ ਹੈ? यहाँ खाड़ चलो हला अगे बसन सहेला, जे किसी कंन च पै जाए हिला के रख देती है। जेड़ा चाहता होवे ना कुछ, इन्नी आवाज हिला देती है। यहाँ खाड़ चलो हला अगे बसना ਸਹੇਲਾ जे किसी ने आवाज पै जाए हिला के रख दूए, पर पई की पैंती नहीं किसी के अंदर, इन्नी आवाज जगा देती है। ਜਿਹਨੂੰ ਹੋਵੇ ਅੱਗੇ ਸਹੇਲਾ ਕਿਵੇਂ ਹੋਣਾ, ਪਰ ਲੋਕ ਕੀ ਹੈ, ਐਨੀ ਆਵਾਜ਼ ਹਿਲਾ ਦਿੰਦੀ ਹੈ। ਔਰ ਬਹੁਤਿਆਂ ਨੂੰ ਹਿਲਾਇਆ, ਅਗਲੇ ਨੇ ਦੱਸਿਆ ਵੀ ਮੈਨੂੰ ਆਹ ਆਵਾਜ਼ ਸੁਣੀ, ਮੈਂ ਜਦੋਂ ਹੀ ਛੱਡ ਕੇ ਸਿੰਘ ਸੱਜ ਗਿਆ। ਬਸ ਘਰ ਛੱਡਿਆ, 3 ਸਾਲ 4 ਸਾਲ ਇਹਨਾਂ ਨੇ ਅੰਮ੍ਰਿਤ ਛਕਾਇਆ, ਹਟਿਆ ਮੈਂ ਵੀ ਨੰਗੇ ਪੈਰੀ ਗੱਡੇ ਦੇ ਮਗਰੇ ਰਿਹਾ। ਆਵਾਜ਼ ਆਹੀ ਪਈ ਸੀ ਕੰਨ 'ਚ, ਹਿਲਾ ਕੇ ਰੱਖਤੇ, ਜੀਵਨ ਬਦਲਤਾ। ਜਿਹਦਾ ਜੀਵਨ ਬਦਲਦਾ ਬਦਲ, ਪਰ ਜਿਹਨੇ ਲੈਣਾ ਹੀ ਦੂਆ ਕੁਛ ਸੌਦਾ, ਅਰਦਾਸ ਦੂਈ ਹੈ। ਗਾਹਕ ਨਹੀਂ ਹੈ ਬਿਲਗੁਣ, ਬਿਨ ਗਾਹਕ ਗੁਣ ਜਿਹੜਾ ਵੇਚਦਾ ਨਾ, ਸੋ ਗੁਣ ਐਵੇਂ ਹੀ ਜਾਂਦੇ, ਸਹਿਜੋ ਜਾਏ। ਸੋਹਰਾ ਮੱਧੇ ਪਵਨ ਚਕੋਰਿਆ, ਹਿਲਾ ਕੇ ਰੱਖ ਦਿੱਤਾ ਸੁੱਤੇ ਪਏ ਨੂੰ। ਆਕਾਸ਼ੇ ਫਰ ਭਰਿਆ, ਆਕਾਸ਼ੇ ਫਰਫਰਿਆ, ਮਨ ਦੇ ਵਿੱਚ ਸੁੱਤਾ ਪਿਆ ਸੀ ਆਕਾਸ਼ 'ਚ, ਜਿਵੇਂ ਪੰਛੀ ਫੜਫੜਾਉਂਦਾ ਐ ਫੜਫੜਾਇਆ। ਪੰਛੀ ਮੈਂ ਫੜਫੜਾਇਆ ਮਨ, ਆਹ ਕੀ ਗੱਲ, ਤੂੰ ਕੀ ਕਹਿੰਦਾ ਸੀ, ਇਹ ਇੱਥੇ ਕੀ ਨਿਕਲਿਆ? ਜਦ ਜਾ ਕੇ ਮਗਰ ਦੇ ਪੜ੍ਹੇ ਨਾ ਉਹ ਗ੍ਰੰਥ, ਜਦ ਉੱਥੋਂ ਆਈ ਸਮਝ, ਮਾੜਾ ਤਾਂ ਪਹਿਲਾਂ ਹੀ ਛੱਡਿਆ ਸੀ, ਪਹਿਲਾਂ ਗੱਲ ਤਾਂ ਹਾਏ ਮਿਲਣਾ ਤਾਂ ਆਇਆ ਸੀ। ਫੜਫੜਾਇਆ ਮਨ, ਜਾਗ ਪਿਆ, ਫੜਫੜਾਇਆ ਮੈਂ ਜਾਗ ਪਿਆ। ਆਕਾਸ਼ੇ ਫਰ ਭਰਿਆ, ਪੰਛੀ ਟਾਹਣੀਆਂ ਤੇ ਬੈਠੇ ਹੁੰਦੇ ਨੇ, ਬੈਠੇ ਹੀ ਹੋ ਜਾਂਦੇ ਨੇ। ਦੇਖੋ ਟਾਹਣੀ ਤੇ ਬੈਠਾ ਪੰਛੀ ਸੌਂ ਸਕਦਾ, ਸੌਂ ਜਾਂਦਾ ਨੇ, ਪਕੜ ਹੁੰਦੀ ਹੈ ਪੰਛੀਆਂ ਦੀ। ਪਰ ਜਦ ਕੋਈ ਝੋਲਾ ਲੱਗਦਾ ਨਾ ਕਿਤੇ ਹਵਾ ਜਿਵੇਂ ਤੇਜ਼, ਜਾਗਦੇ ਨੇ। ਸੋਹਰਾ ਬੰਦੇ ਪਵਨ ਚਕੋਰਿਆ, ਪਵਨ ਦਾ ਹਲਾਰਾ ਬਾਜੇ ਉਹਨੂੰ, ਜਦ ਫੜਫੜਾਉਂਦਾ, ਕਿਉਂਕਿ ਡਿਗਣਾ ਹੁੰਦਾ ਨਾ ਉੱਥੋਂ ਦੇ, ਪਤਾ ਡਿੱਗਿਆ ਮੈਂ, ਫੜਫੜਾ ਕੇ ਜਾਗਦੇ ਨੇ ਪੰਛੀ। ਐ ਜਾਗਿਆ, ਆ ਮਿਸਾਲ ਦੇ ਰਿਹਾ ਉਹ। ਆਵੇ ਹਵਾ ਦਾ ਤੇਜ਼ ਝੌਂਕਾ ਤੇ ਟਾਹਣੀਆਂ ਜਾਣ ਹਿੱਲ, ਦਰਖਤ ਜਾਵੇ ਹਿੱਲ, ਤੇ ਪੰਛੀ ਕੀ ਕਰੂਗਾ, ਫੜਫੜਾ ਕੇ ਉੱਠੂ ਕਿ ਨਹੀਂ ਉੱਠੂ? ਐ ਜਾਗਿਆ ਮਨ। ਤਰਬਰ ਇੱਕ ਨਾਲ ਡਾਰ ਸਾਖਾ ਆਇਆ ਨਹੀਂ ਹੈ, पेड़ पे बैठा ना, अनंत डार शाखा उत्ते आता गया। पंछी बैन बिहट, पंछी तरबर ते बैठा सी, तरबर जब हिलिया पचाड़ आ गया, पचाड़ा या हिलिया, फड़फड़ा के उठा भी ये की गल, आकाशे फड़ फरिया, सहज सुन एक बिरबा उपजिया। बस फिर की सी, सहज सुन, मन तो सुन पहले ही सी ना, वो तो चुप सी, वो तो पहला चुप सी, वो सहज अवस्था च हो गया। दुआ सहज हो गया, अंदरला बिल्कुल जा गया। असल च अंदरला भी सुपना ही देखता सी। संसारी नींद तो सुता पिया सी, संसारी नींद नहीं आती अंदर नूं, सिर्फ जिहड़ी संसारी नींद है ना, वो नहीं आती। ज्ञान नहीं है उन्होंने सच का की है, ਉਹਨੂੰ ਅਸਲ ਚ ਅਸਲੀਅਤ ਦਾ ਪਤਾ ਲੱਗਿਆ। ਕੀ ਪਤਾ ਲੱਗਿਆ ਉਹਨੂੰ? ਜਿਹਨੂੰ ਮੈਂ ਟੋਲਦਾ ਤਾਂ ਮੈਂ ਆ ਪਤਾ ਲੱਗਿਆ ਉਹਨੂੰ। ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਤਾ, ਉਹਦੇ ਆਪਣੇ ਅੰਦਰੋਂ ਹੀ ਪ੍ਰਗਟ ਜਦ ਹੋਇਆ ਨਾ, ਪਵਨ ਗੁਰੂ ਅੰਦਰੋਂ ਪ੍ਰਗਟ ਹੋਇਆ ਨਾ, ਪਵਨ ਗੁਰੂ ਉਹਦੇ ਅੰਦਰੋਂ ਹੀ ਪ੍ਰਗਟ ਹੋਇਆ ਸੀ। ਹਾਂ, ਆਕਾਸ਼ ਦੇ ਵਿੱਚ ਅੰਦਰੋਂ ਹੀ ਪ੍ਰਗਟ ਹੋਇਆ ਸੀ ਸ਼ਬਦ, ਉਹਦੇ ਅੰਦਰੋਂ ਤੁਰਕੀ ਬਾਣੀ ਜਦ ਪ੍ਰਗਟ ਹੋਇਆ। ਮੇਰੇ ਅੰਦਰੋਂ ਪ੍ਰਗਟ ਹੋਈ ਹੈ ਤਾਂ ਮੈਂ ਤਾਂ ਸੋਚਦਾ ਸੀ ਬਾਹਰੋਂ ਆਊਗੀ ਇਹ, ਕਾਛੀ ਦੇ ਤੋਂ
ਕਾਸ਼ੀ ਤੇ ਧੁਨ ਉਪਜੈ, ਧੁਨ ਹਿਰਦੇ 'ਚ ਪੈਦਾ ਹੋਣੀ ਸੀ। ਉਹ ਬੀਜ ਦਾ ਬਿਰਛ ਨੂੰ ਦੇਖਦਾ ਸੀ, ਬੀਜ ਵੀ ਬਿਰਛ ਕਿਹੋ ਜਿਹਾ ਹੁੰਦਾ ਜੀ, ਤਾਂ ਮੈਂ ਟੁੱਟ ਕੇ ਆਇਆ। ਜਦ ਆਪਣੇ ਜੋ ਬਿਰਛ ਪੈਦਾ ਹੋ ਗਿਆ ਫਿਰ ਹੈਰਾਨ ਹੋਇਆ ਵੀ ਇਹ ਤਾਂ ਤੇਰੇ ਵਿੱਚ ਸੀ। ਉਹ ਬਿਰਛ ਤਾਂ ਤੂੰ ਹੀ ਵਿਚਲੇ ਹੀ ਬੈਠਾ ਸੀ। ਬਰੋਟੇ ਦਾ ਬੀਜ ਬਰੋਟੇ ਨੂੰ ਦੇਖ ਰਿਹਾ ਧਰਤੀ ਤੇ ਪਿਆ ਵੀ ਇਹ ਕਿੱਡਾ। ਜਦ ਆਪੇ ਬਰੋਟਾ ਬਣ ਗਿਆ ਹੈਰਾਨ ਹੋ ਗਿਆ ਵੀ ਤੂੰ ਬਰੋਟਾ ਸੀਗਾ। ਪਤਾ ਚੱਲ ਲੱਗਾ ਜਾਂ ਵਿੱਚੋਂ ਪੈਦਾ ਹੋਇਆ ਬਰੋਟਾ, ਪ੍ਰਗਟ ਹੋਇਆ ਜਾਂ ਪਤਾ ਲੱਗਿਆ। ਫਿਰ ਫੜਫੜਾਇਆ, ਆਕਾਸ਼ੇ ਫੜਫੜਿਆ, ਸਹਿਜ ਸੁਣ ਇੱਕ ਬਿਰਬਾ ਉਪਜਿਆ, ਉਪਜਿਆ ਅੰਦਰੋਂ ਪੇੜ, ਧਰਤੀ ਬਿਰਛ ਪੈਦਾ ਹੋ ਗਿਆ ਵਿੱਚੋਂ ਬੀਜ ਦਿਓ। ਕਿ ਸਹਿਜ ਸੁਣ ਕੇ ਘਾਟ ਹੈ ਨਾ, ਇਸ ਨੂੰ ਕਹਿ ਰਿਹਾ ਕਬੀਰ। ਉਧਰ ਮਨ ਚਿੱਤ ਸਹਿਜ ਆਪ ਸੁਣ, ਵਿਚਾਲਿਓਂ ਪੈਦਾ ਹੋਇਆ। ਸਹਿਜ ਕੀ ਹੈ, ਸੁਣ ਕੀ ਹੈ। ਮਨ ਵਿੱਚ ਮਾਇਆ ਦੀ ਭੁੱਖ ਹੈ ਨਹੀਂ, ਉਹ ਸੁਣ। ਉਹਨੇ ਆਪਣਾ ਕੰਮ ਕਰ ਲਿਆ, ਉਹਦਾ ਕੰਮ ਮੁੱਕਿਆ ਹੋਇਆ। ਉਹਨੂੰ ਕਹੇ ਥਿਰ ਘਰ ਬੈਸੋ ਹਰਜਨ ਪਿਆਰੇ, ਉਹ ਤਾਂ ਬੈਠਾ ਨਾ, ਉਹਦੀ ਕੋਈ ਇੱਛਾ ਨਹੀਂ ਬਣਦੀ, ਪਰ ਦੂਏ ਦੀ ਇੱਛਾ ਹੈਗੀ ਆ। ਉਹਨੂੰ ਨਾਮ ਦੀ ਭੁੱਖ ਹੈ ਅੰਦਰਲੇ ਨੂੰ। ਇਹਨੂੰ ਮਾਇਆ ਦੀ ਭੁੱਖ ਹੁੰਦੀ ਹੈ ਨਾ, ਛੱਡਤੀ ਮਾਇਆ ਦੀ ਭੁੱਖ, ਛੱਡਤੀ ਨਾ, ਉਹਨੂੰ ਨਾਮ ਦੀ ਭੁੱਖ ਹੈ। ਉਹ ਨਾਮ ਦੀ ਭੁੱਖ ਵਾਲਾ ਸਹਿਜ ਹੈ, ਮਾਇਆ ਦੀ ਭੁੱਖ ਵਾਲਾ ਸੁਣ। ਮਾਇਆ ਦੀ ਹੈ ਕੋਈ, ਮਾਇਆ ਦੀ ਭੁੱਖ ਤੋਂ ਸੁਣਨਾ ਤਿਆਗੀ ਹੋਈ ਆਸ, ਨਾਮ ਦੀ ਆਸ ਹੈ ਮਿਲੂਗਾ। ਇਹ ਹੈ ਸਹਿਜ ਸੁਣ। ਨਾਮ ਦੀ ਤਾਂ ਭੁੱਖ ਹੈ। ਉਹ ਨਾਮ ਦੀ ਭੁੱਖ ਵਾਲਾ ਬਿਰਬਾ ਹੀ ਪੈਦਾ ਹੋਇਆ। ਸ਼ਬਦ ਗੁਰੂ ਇਹ ਪ੍ਰਗਟ ਹੋਇਆ, ਨਾਮ ਇਹ ਪ੍ਰਗਟ ਹੋਇਆ ਅੰਦਰੋਂ। ਨਾਮਾ ਹੀ ਨਾਮ ਬਣ ਗਿਆ। ਨਾਮਾ ਸੀ ਨਾ ਜਿਹੜਾ ਨਾਮ ਦਾ ਬੀਜ, ਉਹ ਆਪੇ ਨਾਮ ਰੂਪ ਹੋ ਗਿਆ। ਸਹਿਜ ਸੁਣ ਇੱਕ ਬਿਰਬਾ ਉਪਜਿਆ, ਧਰਤੀ ਜਲ ਹਰ ਸੋਖਿਆ। ਧਰਤੀ ਜਲ ਹਰ ਸੋਖਿਆ। ਹਿਰਦੇ ਦੇ ਵਿੱਚ ਜਿਹੜਾ ਗਿਆਨ ਸੀ ਨਾ ਪਹਿਲਾਂ ਪਾਇਆ ਹੋਇਆ, ਉਹ ਗਿਆਨ ਸੋਖਿਆ ਸਾਰਾ ਹੀ। ਸਾਰਾ ਗਿਆਨ ਉਹਦੇ ਵਿੱਚ ਚਲਾ ਗਿਆ, ਬਿਰਛ ਰੂਪ ਬਣ ਗਿਆ। ਉਹ ਬਿਰਛ ਰੂਪ ਬਣ ਕੇ ਗਿਆਨ ਆਇਆ ਹੋਇਆ ਗੁਰਬਾਣੀ 'ਚ। ਜਿਹੜਾ ਸੰਸਾਰ ਦਾ ਗਿਆਨ ਵਿੱਚ ਪਾਇਆ ਹੋਇਆ, ਸੰਸਾਰ 'ਚ ਲਿਆ ਸੀ। ਜੈਸੇ ਜਲ ਮੈਂ ਕਮਲ ਨਿਰਾਲ ਮੈਂ, ਕਿੱਥੇ ਦਾ ਗਿਆਨ ਸੀ? ਇਹਦੇ ਵਿੱਚ ਪਾਇਆ ਨਹੀਂ ਹੋਇਆ ਬਿਰਛ 'ਚ। ਉਹ ਗਿਆਨ ਬਿਰਛ ਵਿੱਚ ਹੀ ਹੈ ਸਾਰਾ। ਜੋ ਗਿਆਨ ਲਿਆ ਸੀ ਮਨ ਕੋਲ ਸੀ, ਖੱਬੇ ਪਾਸੇ ਪਿਆ ਸੀ। ਜਿਹਨੇ ਛਡਾਇਆ ਸੀ ਭੁੱਖ, ਸੰਸਾਰ ਦੀ ਭੁੱਖ ਛਡਾਈ ਸੀ, ਉਹ ਗਿਆਨ ਪਿਆ ਸੀ ਨਾ, ਉਹ ਸਾਰਾ ਹੀ ਬਿਰਛ ਵਿੱਚ ਚਲਿਆ ਗਿਆ, ਬਿਰਛ ਰੂਪ ਹੋ ਗਿਆ। ਪਾਣੀ ਚਾਹੀਦਾ ਨਾ ਬਿਰਛ ਵਿੱਚ, ਸਾਰਾ ਹੀ ਬਿਰਛ ਦੇ ਵਿੱਚ ਚਲਾ ਗਿਆ। ਦੋ ਪ੍ਰਕਾਰ ਦਾ ਗਿਆਨ ਹੋ ਗਿਆ। ਹੁਣ ਇਹ ਤਾਂ ਜਿਹੜਾ ਸੀਗਾ ਸੰਸਾਰ ਦਾ ਗਿਆਨ ਗੁਰਬਾਣੀ ਦਾ ਲਿਆ ਹੈ, ਬਿਰਛ ਵਿੱਚ ਚਲਿਆ ਗਿਆ। ਉਹਦੇ ਵਿੱਚ ਥਾਈ ਇਹ ਰਸ, ਭੋਪ ਦੇ ਵਿੱਚ ਥਾਈ। ਨਿਰਾਕਾਰ ਦਾ ਜਿਹੜਾ ਦੂਆ ਗਿਆਨ ਹੈ ਉਧਰੋਂ ਆਈ ਜਾਂਦਾ, ਉਹ ਤੇ ਤਾਰ ਜੁੜ ਗਈ ਸਿੱਧੀ। ਮੱਖਣ ਉੱਥੋਂ ਮਿਲਣ ਲੱਗ ਗਿਆ, ਦੁੱਧ ਬਣਾਉਣ ਲੱਗ ਗਿਆ। ਸੰਸਾਰੀ ਗਿਆਨ ਵਿੱਚ ਪਾਉਣ ਲੱਗ ਗਿਆ। ਸੰਸਾਰੀ ਗਿਆਨ ਪਾ ਕੇ ਜਿਹੜਾ ਨਿਰਾਕਾਰੀ ਗਿਆਨ ਸੀ ਪ੍ਰਗਟ ਹੋ ਰਿਹਾ, ਉਹ ਜ ਬਣਾ ਕੇ ਗੁਰਬਾਣੀ ਰਚਣ ਲੱਗ ਗਿਆ। ਸਹਿਜ ਸੁਣ ਇੱਕ ਬਿਰਬਾ ਉਪਜਿਆ, ਧਰਤੀ ਜਲ ਹਰ ਸੋਖਿਆ। ਕਹੇ ਕਬੀਰ ਮੈਂ ਤਾਕਾ ਸੇਵਕ, ਜਿਹਨੇ ਇਹ ਬਿਰਬਾ ਦੇਖਿਆ। ਕਬੀਰ ਕਹਿੰਦਾ ਮੈਂ ਉਹਦਾ ਸੇਵਕ ਹਾਂ, ਮੈਂ ਉਹਦਾ ਚੇਲਾ ਬਣ ਜਾਊਗਾ ਜਿਹਨੇ ਇਹ ਬਿਰਬਾ ਸਮਝ ਲਿਆ। ਬਿਰਬਾ ਹੈ ਕੀ? ਜਿਹਨੇ ਬਿਰਬੇ ਦਾ ਦਰਸ਼ਨ ਕਰ ਲਿਆ, ਪੇੜ ਕਿੱਥੇ ਪੈਦਾ ਹੋਇਆ, ਜੋ ਮੈਂ ਗੱਲ ਕਹੀ ਹੈ, ਜਿਹਨੇ ਇਹ ਸਮਝ ਲਿਆ, ਉਹ ਤਾਕਾ ਸੇਵਕ, ਮੈਂ ਉਹਦਾ ਦਾਸ ਹਾਂ, ਉਹਦਾ ਸੇਵਕ। ਗੁਰੂ ਨਾਨਕ ਨੇ ਉੱਤੇ ਕਿਹਾ, ਇਸ ਪਰ ਜੋ ਅਰਥਾਇਲੇ ਸੋ ਗੁਰੂ ਹਮਾਰਾ। ਗੁਰਬਾਣੀ 'ਚ ਦੱਸਿਆ ਨੇ ਟੈਸਟ, ਜੇ ਆ ਪਰ ਤੁਸੀਂ ਅਰਥਾਲੇ ਸਮਝੋ, ਗੁਰਬਾਣੀ ਸਮਝ ਆ ਗਈ। ਬਥੇਰੇ ਸ਼ਬਦ ਪਏ ਨੇ, ਇੱਕ ਵੀ ਸ਼ਬਦ ਕਿਉਂ ਨਹੀਂ ਟੱਚ ਕੀਤਾ ਮਹਾਂਪੁਰਖਾਂ ਨੇ? ਉਹ ਇਮਤਿਹਾਨ ਦਿੰਦੇ, ਜਿਹੜਾ ਹੋਣਾ ਹੁਣ ਦੇ ਦੇਵੇ।
ਅਜੇ ਬਥੇਰੇ ਸ਼ਬਦ ਪਏ ਨੇ ਇਹਦੇ 'ਚ, ਸੈਂਕੜੇ ਸ਼ਬਦ ਪਏ ਨੇ, ਇੱਕ ਵੀ ਅਰਥ ਆ ਕੇ ਦਿਖਾਵੇ ਕੋਈ। ਇੱਕ ਦਾਸ ਅਰਥ ਆਊਗਾ, ਮਹਾਂਪੁਰਖ ਨਹੀਂ ਅਰਥ ਆ ਸਕਦੇ। ਮਹਾਂਪੁਰਖਾਂ ਦੀ ਮੱਤ ਮਾਰ, ਜਾਂ ਮੱਤ ਮਾਰੀ ਜਾਂਦੀ ਹੈ ਮਹਾਂਪੁਰਖ ਜਦ ਬਣਦਾ। ਜਿਹਦੀ ਮੱਤ ਜਾਗਦੀ ਹੈ ਉਹ ਦਾਸ ਬਣਦਾ, ਜਿਹਦੀ ਮੱਤ ਮਾਰੀ ਜਾਂਦੀ ਹੈ ਮਹਾਂਪੁਰਖ ਬਣਦਾ। ਕਿ ਸ਼ਰੀਕ ਖਸਮੇ ਕਰੇ ਬਰਾਬਰੀ ਸੋ ਗੈਰਤੰਦਰ, ਫਿਰ ਉਹ ਤਾਂ ਮੱਤ ਮਾਰੀ ਜਾਂਦੀ ਹੈ। ਮਹਾਂਪੁਰਖ ਦਾ ਆਪ ਹੈ ਪਰਮੇਸ਼ਰ। ਤੂੰ ਜਾਂ ਮਹਾਂਪੁਰਖ ਕਰਿਆ ਖਸਮੇ ਬਰਾਬਰੀ ਕਰੇਗਾ, ਮੱਤ ਤਾਂ ਪਹਿਲਾਂ ਹੀ ਮਾਰੀ ਗਈ ਜਦ ਇੱਛਾ ਪੈਦਾ ਹੋਈ ਮਹਾਂਪੁਰਖ ਬਣਦੀ। ਜਿਹੜੇ ਸੰਤ ਮਹਾਂਪੁਰਖ ਨੇ ਸਾਰਿਆਂ ਦੀ ਮੱਤ ਮਾਰੀ ਹੋਈ ਹੈ। ਜਿੰਨਾ ਚਿਰ ਮਹਾਂਪੁਰਖ ਨਾਲ ਚਿਰ ਮੱਤ ਮਾਰੀ ਗਈ ਹੈ, ਜਦੋਂ ਬਣ ਕੇ ਨਾ ਸੇਵਕ ਸ਼ਾਇਦ ਉਦੋਂ ਜਾਗਣ ਲੱਗ ਜਵੇ। ਨਾਲੇ ਦਾਸ ਕਹਿੰਦਾ ਨਾਲੇ ਮਹਾਂਪੁਰਖ ਨੇ, ਵੀ ਮਹਾਂਪੁਰਖ ਨੂੰ ਕਿਉਂ ਬਦਨਾਮ ਕਰਦੇ? ਮਹਾਂਪੁਰਖ ਦਾ ਦਾਸ ਹੁੰਦਾ। ਇੱਕ ਪਾਸੇ ਦਾਸ, ਇੱਕ ਪਾਸੇ ਮਹਾਂਪੁਰਖ। ਉਹ ਤਾਂ ਇਹ ਗੱਲ ਹੋ ਗਈ, ਇੱਕ ਜੁੱਤੀ ਦਾ ਪੈਰ ਚਾ ਇੱਕ ਸਿਰ ਤੇ ਬੰਨ ਲਿਆ। ਇੱਕ ਪੈਰ ਸਿਰ ਤੇ ਬੰਨ ਲਓ, ਇੱਕ ਪੈਰ ਨੂੰ ਪੈਰ 'ਚ ਪਾ ਕੇ ਰੱਖੋ। ਦਾਸ ਦਾ ਪੈਰ ਥੱਲੇ ਹੈ, ਇੱਕ ਪੈਰ ਸਿਰ ਤੇ ਰੱਖ ਲਿਆ, ਮਹਾਂਪੁਰਖ ਬਣ ਗਿਆ। ਮੱਤ ਮਾਰੀ ਹੋਈ ਹੈ। ਇਸੇ ਕਰਕੇ ਬਾਣੀ ਦਾ ਇੱਕ ਅੱਖਰ ਬਣੀ ਇਹਨਾਂ ਨੂੰ ਗਿਆਨ ਹੈਗਾ। ਸਾਖੀਆਂ ਸੁਖੀਆਂ ਸੁਣਾਈ ਜਾਂਦੇ ਨੇ, ਲੋਕਾਂ ਨੂੰ ਬੇਵਕੂਫ ਬਣਾਈ ਜਾਂਦੇ ਨੇ। ਹਾਂਜੀ। ਮੁੰਦਰਾ ਮੋਨ ਦਿਆ ਕਰ ਝੋਲੀ, ਪੱਤਰਕਾ ਕਰੋ ਵਿਚਾਰ ਰੇ, ਖਿੰਦਾ ਇਹ ਤਨ ਸਿਓ ਆਪਣਾ ਨਾਮ ਕਰੋ ਆਧਾਰ ਰੇ। ਜੋਗੀ ਨੂੰ ਕਹਿ ਰਿਹਾ ਕਬੀਰ, ਮੁੰਦਰਾ, ਮੁੰਦਰਾ ਨਹੀਂ ਹੈ, ਮੁੰਦਰਾ ਲਫ਼ਜ਼ ਹੈ। ਮੁੰਦਰਾ ਮੁੰਦਰਾ ਹੁੰਦੀ ਹੈ ਜਿਹੜਾ ਮਨ ਦੀ ਅਵਸਥਾ। ਟਿੱਪੀ ਪਾਈ ਹੋਈ ਉੱਤੇ, ਉਹ ਮੁੰਦਰਾ ਜੋਗੀਆਂ ਦੇ ਹੁੰਦੇ, ਉਹਨਾਂ ਨੂੰ ਕੀ ਪਤਾ ਵੀ ਟਿੱਪੀ। ਮੁੰਦਰਾ ਜਿਹੜੀ ਆ, ਮੁਦਰਾ ਮੁੰਦਰਾ ਹੁੰਦੀ ਆ ਆਦਮੀ ਦਾ ਜਿੰਨਾ ਮਨ ਟਿਕਿਆ ਹੋਇਆ ਨਹੀਂ ਟਿਕਿਆ ਹੋਇਆ। ਮਨ ਟਿਕਾਉਣ ਦੀ ਮੁਦਰਾ ਬਣਾਉਂਦਾ ਜੋਗੀ ਉੱਥੇ ਬੈਠ ਕੇ। ਦੂਏ ਨੂੰ ਲਿਖੇ ਦਿਖੇ ਵੀ ਇਹ ਤਪ ਕਰਦਾ। ਜਿਵੇਂ ਐਕਟਰ ਨਹੀਂ ਬਣਾਉਂਦੇ ਮੁਦਰਾ, ਰੋਣ ਦੀ ਮੁਦਰਾ ਬਣਾ ਲਈ, ਹੱਸਣ ਦੀ ਬਣਾ ਲਈ, ਨਕਲੀ ਪੋਜ਼, ਕਰੋਧ ਆ ਗਿਆ, ਕਦੇ ਕੁਛ ਆ ਗਿਆ, ਉਹ ਡਰਾਮਾ ਹੈ, ਇਹ ਪੋਜ਼ ਹੈ। ਮੁਦਰਾ ਮੁਦਰਾ ਦਿਆ ਕਰ ਝੋਲੀ, ਮੁਦਰਾ ਮੋਨ ਮੋਨ। ਐਸੀ ਮੁਦਰਾ ਬਣਾ ਲਈ ਵੀ ਮਨ ਜਾਣੀ ਮੋਨ ਹੋ ਗਿਆ, ਚੁੱਪ ਹੋ ਗਿਆ। ਬਾਹਰੋਂ ਦਾ ਲੱਗਦਾ ਪਰ ਅੰਦਰ ਬੋਲੀ ਜਾਂਦਾ। ਚੁੱਪਾ ਚੁੱਪ ਨਾ ਹੋ ਗਈ। ਇਸ ਨੂੰ ਕਿਹਾ ਸੀ। ਜੇ ਮੂੰਹ ਚੁੱਪ ਕਰ ਗਿਆ ਤਾਂ ਮਨ ਥੋੜੀ ਚੁੱਪ ਕਰ ਗਿਆ ਤੇਰਾ। ਬਾਹਰੋਂ ਮੁਦਰਾ ਬਣਾ ਲਈ ਵੀ ਮੈਂ ਸੰਤੋਖੀ ਹਾਂ, ਮੈਂ ਬੋਲਦਾ ਨਹੀਂ, ਮੈਨੂੰ ਭੁੱਖ ਨਹੀਂ ਕਿਸੇ ਚੀਜ਼ ਦੀ। ਅੰਦਰ ਹੋਈ ਚੀਜ਼ ਚੱਲਦੀ ਹੈ। ਉਹ ਕਹਿੰਦੇ ਜੇ ਮੁਦਰਾ ਬਣਾਉਣੀ ਹੈ ਮੌਨ ਦੀ, ਮੁਦਰਾ ਤਾਂ ਬਣੂਗੀ ਕਿਵੇਂ? ਮੁਦਰਾ ਦਾ ਤਾਂ ਭੁੱਗਾ ਨਹੀਂ, ਨਾਲ ਹੋਰ ਕੁਝ ਚਾਹੀਦਾ ਤਾਂ ਸਮਝੀ ਜਾਊਗੀ ਮੁਦਰਾ ਮੌਨ ਦੀ ਹੈ। ਕੱਲਾ ਚੁੱਪ ਕਰਨਾ ਮੁਦਰਾ ਬਣਾਉਣਾ ਗੱਲ ਨਹੀਂ ਬਣਦੀ। ਅੰਦਰ ਜਿਹੜਾ ਚੋਰ ਹੈ, ਮੈਂ ਤਾਂ ਮੰਨੂਗਾ ਤੇਰੀ ਮੁਦਰਾ ਨਾਲ ਇਹ ਚੀਜ਼ਾਂ ਚਾਹੀਦੀਆਂ ਨੇ। ਮੁਦਰਾ ਮੌਨ ਦਿਆ ਕਰ, ਦਇਆ ਕਰ ਝੋਲੀ। ਦਿਆ ਕਰ ਝੋਲੀ, ਝੋਲੀ ਦੇ ਵਿੱਚ ਦੇਣ ਨੂੰ ਹੋਵੇ ਤੇਰੇ ਕੋਲ, ਲੈਣ ਨੂੰ ਨਾ ਹੋਵੇ। ਝੋਲੀ ਦਾ ਤਾਂ ਲੋਕਾਂ ਤੋਂ ਮੰਗਣ ਨੂੰ ਪਾਈ ਹੈ। ਤੇਰੇ ਕੋਲ ਝੋਲੀ ਕਿਹੜੀ ਚੀਜ਼ ਦੀ ਹੈ ਜਾਂ ਤੈਨੂੰ ਇੱਛਾ ਨਹੀਂ ਕਿਸੇ ਚੀਜ਼ ਦੀ? ਜੇ ਇੱਛਾ ਹੀ ਨਹੀਂ ਕਿਸੇ ਚੀਜ਼ ਦੀ, ਝੋਲੀ ਕਾਹਤੇ ਰੱਖੀ ਹੈ? ਝੋਲੀ ਦਾ ਲੈਣ ਨੂੰ ਰੱਖੀ, ਇੱਛਾ ਤਾਂ ਹੈਗੀ। ਝੋਲੀ ਕਹਿੰਦੀ ਹੈ ਇੱਛਾ ਤੇਰੇ ਅੰਦਰ ਲੈਣ ਦੀ। ਮੁਦਰਾ ਦਾ ਜਾਂ ਨਾ ਲੈਣ ਦੀ ਇੱਛਾ। ਮੁਦਰਾ ਦਾ ਕਹਿੰਦੀ ਹੈ ਕੋਈ ਇੱਛਾ ਹੀ ਨਹੀਂ ਮੈਨੂੰ। ਝੋਲੀ ਕਾਹਦੇ ਵਾਸਤੇ ਟੰਗੀ ਹੈ ਮੋਢੇ ਤੇ? ਚੋਲੇ ਜਾਟਾ ਗੁੜ ਜਿਹੜਾ ਕੋਈ ਦੇ ਦੋ, ਮਰਜ਼ੀ ਦੇ ਦੋ, ਤੇ ਫਿਰ ਅੰਦਰ ਵਾਲੀ ਮੁਦਰਾ ਝੂਠੀ ਹੈ। ਉਹਦਾ ਬਖੰਡ ਵਾਲੀ ਮੁਦਰਾ। ਇਹ ਆ ਵੀ ਝੋਲੀ 'ਚ ਕੀ ਹੋਵੇ? ਝੋਲੀ ਦੇਣ ਨੂੰ ਹੋਵੇ। ਕੋਈ ਝੋਲੀ ਰੱਖ ਸਕਦਾ ਪਰ ਦੇਣ ਨੂੰ ਹੋਵੇ, ਲੈਣ ਨੂੰ ਨਾ ਹੋਵੇ। ਵੰਡਦਾ ਫਿਰ ਕੁਛ
ਨਾਨਕ ਬਣਦਾ ਹੀ ਫਿਰਦਾ ਗਿਆਨ, ਝੋਲੀ ਭਰੀ ਹੋਈ ਹੈ। ਜੋ ਦੇਗਾ ਸੋ ਲਵੇਗਾ। ਜੋ ਲੈਵੇ ਸੋ ਦੇਵੇ ਨਹੀਂ, ਜਿਹੜਾ ਲੈਂਦਾ ਉਹਦੇ ਕੋਲ ਦੇਣ ਨੂੰ ਹੈ ਕੁਛ ਵੀ ਨਹੀਂ, ਉਹਦੇ ਕੋਲ ਦੇਣ ਨੂੰ ਕੀ ਹੁੰਦਾ। ਜੋ ਲੈਵੇ ਸੋ ਦੇਵੇ ਨਹੀਂ, ਜੇ ਤੇਰੀ ਮੁਦਰਾ ਮੋਨ ਦੀ ਹੈ, ਸੰਤੋਖ ਦੀ ਹੈ, ਫਿਰ ਝੋਲੀ ਕਿਉਂ ਰੱਖੀ ਆ। ਜੇ ਸੰਤੋਖ ਦੀ ਵਿਚਾਰ ਗੁਰਦੁਆਰੇ ਹੈ, ਗੋਲਕ ਕਿਉਂ ਰੱਖੀ ਆ। ਤੂੰ ਤਾਂ ਗੁਰੂ ਨੂੰ ਮੁਕਤਾ ਬਣਾਤਾ, ਗੋਲਕ ਰੱਖਤੀ, ਭੁੱਖਾ ਬਣਾਤਾ। ਗੁਰੂ ਭੁੱਖਾ ਹੈ, ਗੋਲਕ ਰੱਖੋ। ਉਹ ਗੁਰੂ ਭੁੱਖਾ ਬਣਾਤਾ, ਭੁੱਖਾ ਤੁਸੀਂ ਹੋ, ਗੁਰੂ ਨੂੰ ਭੁੱਖਾ। ਗੁਰੂ ਨੇ ਖਾਣਾ ਕੋਈ ਕੜਾ ਪ੍ਰਸ਼ਾਦ, ਤੁਸੀਂ ਛਕ ਲੈਂਦੇ ਹੋ ਨਾ, ਗੁਰੂ ਦਾ ਬਦਨਾਮ ਕਰਦੇ ਹੋ। ਕੜਾ ਪ੍ਰਸ਼ਾਦ ਅਸੀਂ ਬਣਾਉਣਾ, ਲੰਗਰ ਬਣਾਉਣਾ, ਗੁਰੂ ਦਾ ਲੰਗਰ ਕਹਿ ਕੇ ਛਕ ਲੈਂਦੇ ਹੋ। ਚਲ ਪਰਮੇਸ਼ਰ ਦਾ ਕਹਿ ਕੇ ਅਸੀਂ ਕਹੀਏ, ਮੰਨ ਵੀ ਲਈਏ, ਚਲੋ ਠੀਕ ਵੀ ਹੈ, ਪਰ ਹੋਰ ਕਿਸੇ ਤਰੀਕੇ ਨਾਲ ਉਹ ਕਰ ਲਓ, ਜ਼ਰੂਰ ਗੋਲਕ ਰੱਖਣੀ ਮੂਹਰੇ। ਕਮ ਸੇ ਕਮ ਇਹ ਤਾਂ ਹੋਵੇ ਗੁਰੂ ਨੂੰ ਕਿਸੇ ਚੀਜ਼ ਦੀ ਇੱਛਾ ਨਹੀਂ, ਕਿਉਂਕਿ ਜੋ ਲੈਵੇ ਸੋ ਦੇਵੇ ਨਹੀਂ। ਜਿਹੜਾ ਗੁਰੂ ਕੁਛ ਇੱਛਾ ਰੱਖਦਾ ਲੈਣ ਦੀ, ਦੇ ਕੁਛ ਨਹੀਂ ਸਕਦਾ। ਇਹ ਇਲਜ਼ਾਮ ਲੱਗ ਗਿਆ ਗੁਰਬਾਣੀ ਤੇ। ਜੋ ਲੈਵੇ ਸੋ ਦੇਵੇ ਨਹੀਂ ਤਾਂ ਪੰਕਤੀ ਗੁਰਬਾਣੀ ਦੀ ਹੈ। ਉਹਦਾ ਕਹਿੰਦੇ ਜੋ ਲੈਵੇ ਸੋ ਦੇਵੇ ਨਹੀਂ, ਤੁਸੀਂ ਉਹਦੇ ਮੂਹਰੇ ਗੋਲਕ ਰੱਖਤੀ, ਫਿਰ ਦੇ ਵੀ ਨਹੀਂ ਰਿਹਾ ਕੁਛ, ਅਸੀਂ ਲੈ ਵੀ ਨਹੀਂ ਰਹੇ ਉਹ ਤੇ ਕੁਛ। ਜੇ ਦੇ ਰਿਹਾ ਤਾਂ ਲੈ ਵੀ ਨਹੀਂ ਰਹੇ, ਅਸੀਂ ਲੈ ਕੀ ਰਿਹਾ, ਫਟਾਫਟ ਗੋਲਕ ਨੂੰ ਪੈ ਜਾਂਦੇ ਆ, ਪੈਸਿਆਂ ਨੂੰ, ਚੜਾਵੇ ਨੂੰ। ਭੋਗ ਪਿਆ, ਚੜਾਵੇ ਨੂੰ ਪੈ ਜਾਂਦੇ ਨੇ, ਪੈ ਜਾਂਦਾ ਭੱਜ ਕੇ। ਜਦੋਂ ਪੈ ਜਾਂਦੇ ਭੱਜ ਕੇ, ਨਿਗਾਹ ਤਾਂ ਪੈਸਿਆਂ ਜਾਂ ਤੁਹਾਡੀ, ਜੋ ਪੜ੍ਹ ਲਿਆ ਸੁਣ ਲਿਆ ਉਹ ਤਾਂ ਨਿਗਾਹ ਕੋਈ ਨਹੀਂ ਹੈ। ਜੋਗੀ ਨੂੰ ਕਹੀ ਹੋਈ ਗੱਲ ਸੀ, ਤੁਸੀਂ ਉਦੋਂ ਵੀ ਗਾਹ ਲੰਘੇ, ਸਿੱਖ ਤਾਂ ਉਦੋਂ ਵੀ ਗਾਹ ਲੰਘੇ, ਫਿਰ ਸਿੱਖੀ ਭਾਲਦੇ ਨੇ। ਸਿੱਖੀ ਤਾਂ ਵੇਚ ਖਾਈ, ਤੁਸੀਂ ਸਿੱਖੀ ਦਾ ਠੀਕ ਹੋ ਨਹੀਂ, ਪੈਦਾ ਹੀ ਨਹੀਂ ਹੋਣ ਦਿੱਤੀ। ਵੇਚ ਖਾਈ ਤਾਂ ਹੁੰਦੀ ਜੇ ਹੁੰਦੀ ਕੋਲ, ਪੈਦਾ ਹੀ ਨਹੀਂ ਹੋਣ ਦੇਣਗੇ ਸਿੱਖੀ। ਇਹ ਜਿੰਨਾ ਚਿਰ ਗੁਰਦੁਆਰਿਆਂ 'ਚ ਗੋਲਕਾ ਸਿੱਖੀ ਪੈਦਾ ਹੀ ਨਹੀਂ ਹੋ ਸਕਦੀ। ਸਵਾਲ ਨਹੀਂ ਪੈਦਾ ਹੁੰਦਾ ਸਿੱਖੀ ਪੈਦਾ ਹੋ ਜਾਵੇ। ਸਿੱਖੀ ਤਾਂ ਉਹਨਾਂ ਦੇ ਨਹੀਂ ਪੈਦਾ ਹੋ ਸਕੀ ਜਿਹੜੇ ਗੋਲਕ ਤੋਂ ਦੂਰ ਰਹੇ ਨੇ। ਉਹ ਪਖੰਡ ਕੀਤਾ ਗੋਲਕ ਤੋਂ ਦੂਰ, ਨਾਨਕਸਰੀਆਂ ਨੇ ਉਹ ਪਖੰਡ ਕੀਤਾ ਸੀ ਉਹਨਾਂ ਨੇ। ਉਹਦਾ ਮੂਰਤੀ ਪੂਜਾ ਤੱਕ ਪਹੁੰਚ ਗਏ। ਫਿਰ ਦੂਏ ਪਾਸੇ ਪੈਸਾ ਕਿੱਥੋਂ ਆਇਆ ਹੋਇਆ ਇਹਨਾਂ, ਉਹ ਪਖੰਡ ਸੀ। ਅੱਛਾ ਜੀ, ਬਦਲਾ ਮੋਹਨ ਦਿਆ ਕਰ, ਝੋਲੀ ਝੋਲੀ ਰੱਖ ਬੜੀ ਸਾਰੀ, ਪੱਤਰਕਾ ਕਰੋ ਪਰ ਦੇਣ ਨੂੰ ਰੱਖ, ਲੋਕਾਂ ਨੂੰ ਲੈਣ ਨੂੰ ਕੁਛ ਨਾ ਰੱਖ। ਪੱਤਰਕਾ ਕਰੋ ਵਿਚਾਰ ਰਹੇ, ਪੱਤਰਕਾ ਕਰੋ ਵਿਚਾਰ ਲੈ। ਜਿਹੜਾ ਪੱਤਾ ਰੱਖਦੇ ਕੋਲ, ਪੱਤਾ ਰੱਖਦੇ ਤੇ ਪੱਤੇ ਤੇ ਖਾਣ ਨੂੰ। ਜੋਗੀ ਕੋਲ ਪਹਿਲਾਂ ਪੱਤਾ ਵੀ ਨਹੀਂ ਸੀ, ਉਹਦਾ ਹੱਥ ਹੁੰਦਾ ਸੀ। ਕਹਿੰਦਾ ਪੱਤਾ ਪਰਮੇਸ਼ਰ ਨੇ ਦਿੱਤਾ, ਹੱਥ ਤੇ ਪਵਾ ਲਿਆ, ਹੱਥ ਤੇ ਹੀ ਖਾ ਲਿਆ। ਜੇ ਪਾਣੀ ਹੈ ਧੋ ਲਿਆ, ਹੱਥ ਨਾਲੇ ਰੋਕਣਾ, ਪਾਣੀ ਪੀ ਲਿਆ, ਭਾਂਡਾ ਵੀ ਨਹੀਂ ਸੀ ਰੱਖਦੇ। ਹੱਥ ਧੋ ਲਿਆ, ਬਸ ਨਾ ਹੋਇਆ ਤਾਂ ਮਿੱਟੀ ਮਲ ਲਈ ਉੱਥੇ, ਜਿੱਥੇ ਕੋਈ ਪਾਣੀ ਮਿਲੂ ਉੱਥੇ ਪੀ ਲਿਆ, ਧੋ ਲਿਆ। ਇਹ ਜੇ ਜੋਗੀ ਸੀ। ਖਾਧਾ ਜਦ ਕਿਸੇ ਨੇ ਮਜਬੂਰ ਕੀਤਾ ਵੀ ਲੈ ਲੈ ਖਾ ਲੈ। ਉਹਦਾ ਚਾਹੇ ਸੋਨੇ ਦੀ ਥਾਲੀ ਹੋਵੇ, ਉਹਨੇ ਆਪਣੇ ਹੱਥ ਤੇ ਹੀ ਪਾ ਕੇ ਖਾਣਾ, ਉਹ ਨਹੀਂ ਲੈਣਾ। ਪਈ ਹੋਵੇ ਤੇਰੀ ਸੋਨੇ ਦੀ, ਤੂੰ ਰੱਖ ਆਪਣੀ। ਸੋਨੇ ਦੇ ਗਲਾਸ ਹੋਣਾ, ਉਹਨੇ ਪਾਣੀ ਹੱਥ ਤੇ ਹੀ ਪੀਣਾ ਆਪਣਾ। ਪਹਿਲਾ ਜੋਗੀ ਐਸੇ ਸੀ। ਉਹਦੇ ਬਾਅਦ ਫਿਰ ਗਾਂ ਢਿੱਲੀ ਹੁੰਦੀ ਗੱਲ ਢਿੱਲੀ ਹੁੰਦੀ ਚਲੀ ਗਈ। ਪੱਤਰ ਦਾ ਕਰੋ ਵਿਚਾਰ ਰਹੇ, ਪੱਤਰ ਦਾ ਹੁਣ ਵਿਚਾਰ ਰਹਿ ਗਿਆ। ਪੱਤਾ ਜੀ ਤੇ ਫਿਰ ਪੱਤੇ ਰੱਖਣ ਲੱਗੇ। ਪੱਤਾ ਜਿਵੇਂ ਪੱਤਲਾਂ ਹੁੰਦੀਆਂ ਨੇ, ਪੱਤੇ ਤੇ ਪਾ ਲੈਣਾ, ਖਾ ਲੈਣਾ, ਪੱਤਾ ਪਰੇ ਸੁੱਟ ਦੇਣਾ। ਪੱਤੇ ਦੇ ਬਾਅਦ ਫਿਰ ਝੋਲੀ ਆ ਗਈ। ਪੱਤਰ ਦਾ ਕਰੋ ਵਿਚਾਰ ਰਹੇ, ਖਿੰਥਾ ਇਹ ਤਨ ਸਿਓ ਆਪਣਾ ਨਾਮ ਕਰੋ ਉਧਾਰ ਰਹੇ। ਪੱਤਰ ਦਾ ਤੂੰ ਵਿਚਾਰ ਆਪ ਕਰ ਲੈ ਭਾਈ, ਪੱਤਾ ਰੱਖਣਾ ਕਿ ਨਹੀਂ ਰੱਖਣਾ। ਚਲ ਪੱਤੇ ਦੀ ਕੋਈ ਖਾਸ ਗੱਲ ਨਹੀਂ, ਜੇ ਰੱਖ ਲੈਂਦਾ ਤਾਂ ਵੀ ਤਾਂ ਛੱਡੇ ਦੇਣਾ ਉਹ ਖਾ ਕੇ, ਨਹੀਂ ਤਾਂ ਹੱਥ ਹੈਗਾ ਹੱਥ ਤੇ ਖਾ ਲੈ ਜਾਂ ਪੱਤੇ ਤੇ ਖਾ ਲੈ, ਇਹਦਾ ਕੋਈ ਗੱਲ ਨਹੀਂ।
ਇਹ ਤੂੰ ਆਪ ਵਿਚਾਰ ਕਰ ਲੈ, ਜੇ ਪੱਤਾ ਰੱਖਣਾ ਰੱਖ ਲੈ, ਨਹੀਂ ਰੱਖਣਾ ਨਾ ਰੱਖ ਲੈ, ਇਹ ਕੋਈ ਵਿਗਨ ਨਹੀਂ ਪਾਉਂਦਾ। ਪੱਤਾ ਤੇਰੇ ਰਸਤੇ 'ਚ ਕੋਈ ਵਿਗਨ ਰੂਪ ਨਹੀਂ ਹੈ। ਚੋਰੀ ਵਿਗਨ, ਚੋਰੀ ਲੈਣ ਵਾਸਤੇ ਵਿਗਨ ਹੈ, ਦੇਣ ਵਾਸਤੇ ਕੋਈ ਵਿਗਨ ਨਹੀਂ। ਜਾਂ ਤਾਂ ਚੋਰੀ ਰੱਖੇ ਨਾ ਜਗਿਆ ਨਾ ਰੱਖ ਨਾ, ਚੋਰੀ ਰੱਖੇ ਨਾ ਪੱਤਾ ਰੱਖ ਲੈ, ਚੋਰੀ ਲਾ ਕੇ ਪਰੇ ਮਾਰ। ਚੋਰੀ ਲੋਭ ਦਾ ਪ੍ਰਤੀਕ ਹੈ। ਜੇ ਲੈਣਾ ਚੋਰੀ ਨਾ, ਲੋਭ ਸ਼ੁਰੂ ਹੋ ਗਿਆ ਤੇਰੇ ਅੰਦਰ, त्याग भावना खत्म हो गई, संतोख टूट गया, चोली जड़ आ गई। पत्ते तक संतोख है, पत्ते तक लोड़ है, पत्ते के पालिया खा लिया शरीर की लोड़ है। इस करके पत्ते नूं नहीं कटिया गुरबाणी ने, लोड़ है ना, तो शरीर नूं भुखा नहीं मारना, लोड़ है। चोरी लोभ है, चोरी तो लोभ का प्रतीक है। चोरी हो दी राखी भी हो जू, काटों के चूहियां ते, फिर वो खातर कोई कुटिया भी बनानी पऊ, फिर उन्होंने दरवाजा भी लाना पऊ, बच गया। फिर तो बैरागी बंधन करे, बंधन पै गया, आजाद नहीं रहा, आजादी फर्क पै गया। फिर घरे रहना, फिर साध कानून बनया सी। जब नवा घर बनाने जंगल जाके तो घरे रहना, घर छड्ड के नवा घर बना लिया जाके। चोली गाह बन्नण च पा दिंदी है, चोली बन्नण, पत्ता बनना नहीं है, पत्ता सड़ देना, चोली सटे नहीं सकता। हाँ जी, खिंथा ये तन शो अपना, खिंथा गई है, खिंथा दी गोदड़ी, वो लीरक जीरन की सौ बनाई जाते हैं। पाटे कपड़े लै ले, उत्ते खिंथा बना ली, सिटने वाले कपड़े लोगों के, जोगी नवे नहीं बना सी। कहते खिंथा गया अपना तन सिव लै, चतर मन दो अड अड होए ने सिव लै। ये तन शो अपना नाम करो आधार। मन और चित नूं एक रख, सिव के रख ज्ञान नाल। रूपे की सोने की सुई, रूपे का धागा, नामे का चित हर सिव लागा। इत्थे ला सिव के, वो गल कह रहे ने असल च, नामा भी यही गल कह रहा। कबीर जिहड़ी गल कह रहा नामा, ਇਹਦੀ व्याख्या कर रहा। फिर ਜਿਹੜਾ ਨਾਮਾ ਹੁੰਦਾ, ਨਾਮ ਦਾ ਬੀਜ ਹੁੰਦਾ, ਉਹਦਾ ਹਰ ਸਿਵ ਮਨ ਲੱਗਦਾ। ਸੋਨੇ ਦੀ ਸੂਈ ਆ, ਸੁਰਤ ਧਿਆਨ, ਉਹ ਸੂਈ ਆ। चांदी का धागा, रूपे का धागा ज्ञान का धागा, ज्ञान का पता मान है, धागा ज्ञान का, धागा चिट्टा होंगे ना। संतोख सूत है, संतोख है ज्ञान वाला धागा, जोड़ के रखे इनू चित्र सिव के हल के नाल। इनू हरे का मूल है जीव का, जीव का मूल की है हर, जीव का मूल है हर। हाँ जी, खिंथा ये तन शो अपना, खिंता की है जी गोली नहीं फिरदा। मन नूं सिव पहला नाम करो आधार रे, मन नूं सिव ला, ये ते ना रोज रख टक के लाउण दे, वो भी सिव ला जिहड़ा पाटिया होया। मन पाट बंदी दा दाल होई फिरदी है, उहनूं तां इक करदा नहीं, खिंता दे लीरा जड़ी जंदे, उहनूं सिव। ये तन सिओ अपना नाम करो आधार रे, नाम करो आधार रे। नाम का आसरा रख, ज्ञान का आसरा, ज्ञान का आसरा, चोरी की लोड़ नहीं है। जे तेन ज्ञान का आसरा हुंदा, तेन समझ हुंदी, फिर की हुंदी, फिर उन्हें जहां दाने तहां कहाने, नानका सच्चे, फिर तय हुंदा। उड़ावे से कुछ सांत पाछे बचरे छरिया, तेन कमण खिलावे कमण चुगावे, मन में सिमरन करे, तेन पता नहीं है, उन्होंने पालदा, तेनू कितने भुखा मार दिंदा, तैं झोली किधर क्यों पाली मोढे च, तेनू तो जानवरां जिन्ना भरोसा भी नहीं है। फिर तेरे नाल तां कुदरत जानवरां नूं भरोसा ज्यादा है, आदमी नूं जानवर जिन्ना भरोसा नहीं है। जानवरां नूं ज्यादा भरोसा है परमेश्वर ते, आदमी नूं भरोसा जानवरां जिन्ना भी नहीं। क्यों बुद्धवान हो गया, ਇਹਦੀ अकल ਇਹਨੂੰ ਲੈ के डुब गई। ਉਹ ਜਿਹੜੇ ਕਹਿੰਦੇ ਇਹ ਲਿਟਲ ਨੌਲੇਜ,
ਇਹ ਜੇ ਡੇਂਜਰਸ ਥਿੰਗ, ਇਹਦੀ ਅਕਲ ਇਹਨੂੰ ਖਤਰਨਾਕ ਬਣ ਗਈ ਇਹਦੇ ਵਾਸਤੇ। ਅਕਲ ਅਧੂਰੀ ਹੈ, ਦੇਖੋ ਵਿਦਵਾਨਾਂ ਕੋਲ, ਸਾਇੰਸਦਾਨਾਂ ਕੋਲ ਸੰਸਾਰ ਦੀ ਅਕਲ ਅਧੂਰੀ, ਤਾਂ ਹੀ ਕਹਿਣਾ ਉਹਨਾਂ ਕੋਲ ਸੰਸਾਰ ਦੀ ਅਕਲ ਸੰਸਾਰ ਵਾਸਤੇ ਮੌਤ ਦਾ ਕਾਰਨ ਬਣੀ ਹੋਈ ਹੈ। ਜਾਂ ਤਾਂ ਪੂਰੀ ਹੁੰਦੀ ਅਕਲ ਜਾਂ ਹੋਵੇ ਹੀ ਨਾ, ਉਹ ਚੰਗੀ ਹੈ। ਜਾਨਵਰਾਂ ਨੂੰ ਹੈ ਨਹੀਂ, ਉਹ ਚੰਗੇ ਨੇ, ਇਹਨਾਂ ਨੂੰ ਇਹਦੀ ਅਕਲ ਹੋਣੀ ਇਹਦੇ ਵਾਸਤੇ ਖਤਰਨਾਕ ਹੈ। ਇਸ ਵਾਸਤੇ ਨੂੰ ਗੁਰੂ ਦੀ ਲੋੜ ਹੈ। ਜੇ ਸੰਸਾਰ ਨੂੰ ਗੁਰੂ ਨਾ ਮਿਲੇ, ਸੰਸਾਰ ਆਪਣੇ ਆਪ ਹੀ ਖਤਮ ਹੋ ਜਾਂਦਾ। ਬਾਂਸ ਹੁੰਦੇ ਨੇ, ਸਿਰਫ ਬਾਂਸ ਦੇ ਜੰਗਲ 'ਚ ਆਪਣੇ ਆਪ ਅੱਗ ਲੱਗਦੀ, ਔਰ ਕਿਤੇ ਨਹੀਂ ਅੱਗ ਲੱਗਦੀ ਆਪਣੇ ਆਪ। ਹਵਾ ਤੇਜ਼ ਚੱਲਦੀ ਹੈ, ਬਾਂਸ ਆਪਸ ਵਿੱਚ ਹੀ ਖਹਿੰਦੇ ਨੇ। ਬਾਂਸ ਬੜਾਈ ਬੂਢਿਆ, ਤਾਂ ਹੀ ਕਿਹਾ ਨਾ ਕਬੀਰ ਨੇ, ਬਾਂਸ ਉੱਚਾ ਜਾਂਦੇ ਨੇ ਇੱਕ ਦੂਏ ਤੇ। ਬਾਂਸ ਨੂੰ ਹੰਕਾਰੀ ਮੰਨਿਆ ਹੋਇਆ, ਹੰਕਾਰ ਦਾ ਪ੍ਰਤੀਕ ਹੈ। ਮੈਂ ਬੜਾ, ਮੈਂ ਬੜਾ। ਇਹਨਾਂ ਦੀ ਖਹਿ ਕਹਾਈ ਬੜਿਆਂ ਦੀ ਅੱਗ ਪੈਦਾ ਕਰਦੀ ਹੈ। ਲੀਡਰਾਂ ਦੀ ਖਹਿ ਕਹਾਈ ਚੋਂ ਕੀ ਨਿਕਲੇ? ਕਤਲ, ਅੱਗ, ਅੱਤਵਾਦ। ਇੱਥੋਂ ਹੀ ਨਿਕਲਦਾ ਨਾ, ਜੇ ਨਿਕਲਦਾ ਹੋਰ ਕਿੱਥੋਂ ਨਿਕਲਦਾ? ਇਹ ਬਾਂਸਾਂ ਚੋਂ ਨਿਕਲਦਾ, ਬਾਂਸਾਂ ਦੀ ਖਹਿ ਕਹਾਈ ਚੋਂ ਨਿਕਲਦਾ। ਇਹ ਬਾਂਸ ਹੈ ਨਾ ਸਾਰੇ ਹੀ। ਮੈਂ ਬੜਾ, बांस बढ़ाई बूढ़िया ऐसे बूढ़ो मत कोए, चंदन के निकटे बसे बांस बंद न होए। ये गुरु कोल भी बसे ते असर ही नहीं पैंदा ज्ञान तो, हुकारी ते इत्थे नहीं असर पैंदा। चंदू ते असर पै गया, चंदू ते क्यों नहीं असर पिया? भाई तारियां ते क्यों नहीं असर पिया? पंडितां ते क्यों नहीं असर पिया? भगतां दा क्यों नहीं असर पिया? कबीर उत्थे बैठा है काशी च, उन्हां ते क्यों नहीं असर? बांस ते हो, बांस ते नहीं असर पैंदा हुंदा, बांसां ते नहीं असर पैंदा। और बांस दा जंगल आपे जल के मरदा हुंदा। ਜਿਹੜੇ बड़े बड़े लीडर ने, जिन्हां दे हत्थ हुकूमतां ने, रशिया सी, अमरीका सी, ਉਹ ਆਪ ਵਿੱਚ ਹੀ ਖਹਿੰਦੇ ਨੇ ਨਾ ਉੱਪਰ। ਇਹ ਜੋ ਅੱਗ ਪੈਦਾ ਹੋਣੀ ਹੈ, ਸੰਸਾਰ ਨੇ ਭਸਮ ਹੋ ਜਾਣਾ ਉਸ ਅੱਗ ਨਾਲ। ਬਾਂਸ ਬਾਕੀ ਜੰਗਲ ਨੂੰ ਵੀ ਜਾੜ ਦਿੰਦੇ ਨੇ, ਅੱਗ ਬਾਂਸਾਂ 'ਚੋਂ ਪੈਦਾ ਹੁੰਦੀ ਹੈ। ਪੈ ਤਾਂ ਸਾਰੇ ਜੰਗਲ ਨੂੰ ਜਾਂਦੀ ਹੈ। ਜਦ ਬਾਂਸ ਚੱਲਦੇ ਨੇ, ਹਨੇਰੀ ਚੱਲਦੀ ਹੈ, ਬਾਂਸ ਆਪ ਵਿੱਚ ਹੀ ਖਹਿੰਦੇ ਨੇ ਨਾ, ਨੇੜੇ ਨੇੜੇ ਹੁੰਦੇ, ਘਸਦੇ ਨੇ, ਰਗੜ ਵੱਜਦੀ ਹੈ, ਕਹਿੰਦੇ ਵਿੱਚੋਂ ਅੱਗ ਪੈਦਾ ਹੋ ਜਾਂਦੀ ਹੈ। ਅੱਗ ਉੱਥੋਂ ਪੈਦਾ ਹੁੰਦੀ ਹੈ, ਜਦ ਸਾਰਾ ਜੰਗਲ ਜਾਂਦਾ। ਬਾਂਸ ਨੇ ਗੁਰਮਤਿ ਬਚਾਉਂਦੀ ਹੈ ਇਹਨਾਂ ਬਾਂਸਾਂ ਨੂੰ। ਬਈ ਖਹੀਦਾ ਨਹੀਂ ਹੁੰਦਾ। ਪਹਿਲੀ ਗੱਲ ਤਾਂ ਉੱਚੇ ਜਾਈਦਾ ਹੀ ਨਹੀਂ ਹੁੰਦਾ। ਉੱਚੇ ਜਾਓਗੇ ਹਵਾ ਦਾ ਅਸਰ ਪਊਗਾ, ਝੋਲਿਆਂ ਦਾ। ਨੀਵੇਂ ਰਹੋ, ਬਾਂਸ ਜਿੱਦਾਂ ਮਰਜ਼ੀ ਲੰਮਾ ਹੋਵੇ, ਨੀਵਾਂ ਰਹੇ, ਧਰਤੀ ਤੇ ਵਿਛ ਕੇ ਰਹੇ। ਬਹੁਤ ਬੜੇ ਬੜੀਆਂ ਬੇਲਾਂ ਨੇ ਜਿਹਨਾਂ ਦੀ ਲੰਬਾਈ ਬਹੁਤ ਹੁੰਦੀ ਹੈ, ਧਰਤੀ ਤੇ ਪਈਆਂ ਹੁੰਦੀਆਂ ਨੂੰ ਨਹੀਂ ਜਲਦੀਆਂ, ਜਿੰਨੀ ਮਰਜ਼ੀ ਹਵਾ ਚੱਲੀ ਜਾਵੇ। ਪਰ ਜਦ ਲੋਭ ਲਹਿਰ ਚੱਲਦੀ ਹੈ, ਬਾਂਸ ਜਿਹੜੇ ਨੇ ਨਾ ਖਹਿੰਦੇ ਨੇ ਲੋਭ ਲਹਿਰ ਨੂੰ। ਕਬਜੇ ਕਰਨ ਨੂੰ ਤਾਨਾ ਰਪੂਮ ਪ੍ਰਾਤਨ ਬੈਰਾ, ਇਲਾਕੇ ਦੱਬਣੇ, ਦੂਏ ਦਾ ਧਨ ਖੋਣਾ। ਇਹ ਬੈਰਾ ਸੰਸਾਰ ਦੇ ਵਿੱਚ। ਤਾਨਾ ਔਰ ਭੂਮ ਪ੍ਰਾਤਨ ਬੈਰਾ, ਤਿਸ ਕਾ ਬੂਆ ਜਗਤ ਕਰ ਘੇਰਾ। ਇਹਦਾ ਘੇਰਾ ਕਰਦਾ ਕਰਦਾ ਹੀ ਸਾਰਾ ਸੰਸਾਰ ਮਰੀ ਜਾਂਦਾ। ਜੀ ਤਾਕਤ ਹੁੰਦੀ ਹੈ, ਮੈਂ ਸਾਰੇ ਸੰਸਾਰ ਤੇ ਰਾਜ ਕਰਨਾ। ਇਹ ਖਿਆਲ ਜਿਹੜਾ ਹੈਗਾ, ਇਹ ਵਿਨਾਸ਼ ਦਾ ਕਾਰਨ। ਮੈਂ ਸਾਰੇ ਸੰਸਾਰ ਤੇ ਕਬਜ਼ਾ ਕਰਨਾ, ਵਿਨਾਸ਼ ਦਾ ਕਾਰਨ ਹੈ। ਜੋ ਕੀ ਨਿਕਲਦਾ? ਵਿਨਾਸ਼। ਹਥਿਆਰ ਤਿਆਰ ਕਰਦੇ ਨੇ, ਫੌਜ ਤਿਆਰ ਕਰਦੇ ਨੇ, ਗਵਾਂਢੀ ਤਿਆਰ ਕਰਦਾ ਹੈ। ਇਹ ਸਭ ਕੁਛ ਕੀ ਹੈ? ਇਹ ਚੋਂ ਵਿਨਾਸ਼ ਨਿਕਲਦਾ ਹੈ। ਹਾਂਜੀ। ਐਸਾ ਜੋਗ ਕਮਾਵੋ ਜੋਗੀ, ਜਪ ਤਪ ਸੰਜਮ ਗੁਰਮੁਖ ਭੋਗੀ। ਐਸਾ ਜੋਗ ਕਮਾਵੋ ਜੋਗੀ ਹੈ, ਜੋਗੀ ਐਸਾ ਜੋਗ ਕਮਾਵੋ। ਜਪ ਤਪ ਸੰਜਮ ਤਿੰਨੇ ਚੀਜ਼ਾਂ ਦੀ ਤੇਰੀ ਖੁਰਾਕ ਹੋਵੇ। ਜਪ ਤਪ ਸੰਜਮ ਦੇ ਵਿੱਚੋਂ ਮਨ ਦੀ ਖੁਰਾਕ ਪੈਦਾ ਹੋਵੇ। ਜਪ ਇਹੋ ਜਿਹਾ ਹੋਵੇ ਜੀ ਚੋਂ ਮਨ ਆਨੰਦ ਹੋ ਜਾਏ। ਤਪ ਇਹੋ ਜਿਹਾ ਹੋਵੇ ਜੀ ਚੋਂ ਮਨ ਰੁਕ ਜਾਵੇ,
ਤਪ ਐਸਾ ਚਾਹੀਦਾ ਜਿਹਦੇ ਨਾਲ ਮਨ ਥਿਰ ਹੋ ਜਵੇ, ਟਿਕ ਜਵੇ। ਸੰਜਮ ਐਸਾ ਹੋਵੇ ਜਿਹੜਾ ਜਮਾ ਹੋ ਜਵੇ, ਕੁਛ ਗਿਆਨ ਜਮਾ ਹੋਵੇ, ਸੰਜਮ ਨਾਲ ਜਮਾ ਹੋਊ। ਗਿਆਨ ਜਮਾ ਜਦ ਹੁੰਦਾ ਜਦ ਉਹਦਾ ਕੋਈ ਮੰਗੇ ਨਾ ਹੋਰ ਕੁਛ, ਜੇ ਅਰਦਾਸ ਨਾ ਕਰੇ, ਸੱਚ ਸੰਤੋਖ ਦੇਵੇ ਨਾ, ਹੋਰ ਕੋਈ ਅਰਦਾਸ ਨਾ ਕਰੇ, ਫਿਰ ਗਿਆਨ ਜੁੜ ਜਾਂਦਾ ਕੋਲ, ਫਿਰ ਪੂੰਜੀ ਜੁੜ ਜਾਂਦੀ ਹੈ, ਨਹੀਂ ਜੁੜਦਾ ਹੀ ਕੱਖ ਨਹੀਂ ਹੈ। ਜੇ ਜਿੰਨੇ ਰਿਕਸ਼ੇ ਵਾਲੇ ਨੇ ਕਮਾਏ ਰਾਤ ਨੂੰ ਖਰਚ ਲਏ, ਚਾਹੇ ਜੂਆ ਖੇਡ ਲਿਆ, ਚਾਹੇ ਕਿਸੇ ਵੀ ਤਰੀਕੇ ਨਾਲ ਖਰਚ ਲਏ, ਤੇ ਕੱਲ ਨੂੰ ਉਹਨੂੰ ਲੋੜ ਪੈ ਗਈ, ਬਿਮਾਰ ਹੋ ਗਿਆ, ਫਿਰ ਕੀ ਕਰੂਗਾ? ਨਿਆਣਾ ਕੋਈ ਬਿਮਾਰ ਹੋ ਗਿਆ, ਫਿਰ ਕੀ ਕਰੂਗਾ? ਜੁੜੂ ਜ਼ਿਆਦਾ ਜਾਂ ਸੰਜਮ ਨਾ ਚੱਲੂਗਾ, ਉਹ ਚੋਂ ਕੁਛ ਬਚਾਊਗਾ। ਜੋ ਅਸੀਂ ਕਰਦਾ ਜਪ ਤਪ ਕਰਦਾ, ਕੋਈ ਬਚਾ ਵੀ ਵਿੱਚੋਂ, ਖਾ ਵੀ ਤੇ ਬਚਾ ਵੀ। ਜਿਹੜਾ ਬਚਾਏਗਾ ਉਹੀ ਦੇਏਗਾ ਕਿਸੇ ਨੂੰ, ਜੇ ਬਚਿਆ ਹੀ ਕੱਖ ਨਹੀਂ ਦੂਏ ਨੂੰ ਕੀ? ਝੋਲੇ 'ਚ ਕੀ ਆ ਫਿਰ ਤੇਰੇ? ਵੰਡਣ ਨੂੰ ਕੀ ਹੈ? ਜਪ ਤਪ ਸੰਜਮ ਤੋਂ ਬਿਨਾਂ ਤੇਰਾ ਕੋਈ ਕੰਮ ਨਹੀਂ। ਚੋਰੀ ਦਿਆ ਦੀ ਹੈ, ਚੋਰੀ ਦਾ ਕੁਝ ਹੈ ਹੀ ਨਹੀਂ, ਦੇਏਗਾ ਕਿਸੇ ਨੂੰ ਕੀ? ਤੇਰੀ ਤਾਂ ਕਮਾਈ ਜਪ ਤਪ ਸੰਜਮ ਦੇ ਵਿੱਚ ਹੈ ਨਾ। ਲੋਕਾਂ ਦੀ ਕਮਾਈ ਤਾਂ ਖਾਈ ਜਾਂਦੇ ਰੋਟੀ, ਉਹਨਾਂ ਨੂੰ ਕੀ ਦੇ ਰਹੇ? ਇਹੀ ਭੋਗੀ ਆ, ਇਹ ਖਾ ਵੀ, ਇਹ ਖੜਾ ਵੀ, ਇਹੀ ਹੈ ਭੁਗਤ ਗਿਆਨ। ਭੁਗਤ ਕੀ ਆ? ਗਿਆਨ। ਖਾਣ ਵਾਲੀ ਚੀਜ਼ ਆ ਗਿਆਨ। ਦਿਆ ਕਰ ਝੋਲੀ, ਦਿਆ ਦੀ ਝੋਲੀ ਕਰ। ਗਿਆਨ ਦਾ ਭੋਜਨ ਵੰਡ ਲੋਕਾਂ ਨੂੰ। ਗਿਆਨ ਭੋਜਨ ਹੈ, ਬ੍ਰਹਮ ਗਿਆਨੀ ਦਾ ਭੋਜਨ ਗਿਆਨ। ਜਪ ਤੇਰਾ ਹੋਵੇ ਜੀ ਜੋ ਗਿਆਨ ਮਿਲੇ, ਤਪ ਤੇਰਾ ਹੋਵੇ, ਆਪਣਾ ਮਨ ਟਿਕਿਆ ਹੋਇਆ ਹੋਵੇ, ਸੰਜਮ ਹੋਵੇ ਕਿ ਗਿਆਨ ਖਰਚ ਨਹੀਂ ਕਰਨਾ, ਵੇਚਣਾ ਨਹੀਂ ਹੈ। ਗਿਆਨ ਵੇਚੀਦਾ ਨਹੀਂ ਹੁੰਦਾ। ਪੰਡਤ ਗਿਆਨ ਵੇਚਦਾ ਨਾ, ਗਿਆਨ ਵੇਚਦਾ, ਗਿਆਨ ਗਵਾਇਆ ਗਿਆ। ਰੋਵੇ ਪੰਡਤ ਗਿਆਨ ਗਵਾਏ, ਕਿਉਂ ਗਵਾਇਆ ਗਿਆ? ਗਿਆਨ ਗਵਾਇਆ, ਦੂਜੇ ਪਾਇਆ ਗਰਭ ਗਲੇ ਵਿਖਾਇਆ। ਗਿਆਨ ਗਵਾਇਆ, ਦੂਜੇ ਪਾਇਆ ਮਾਇਆ ਦੀ ਭੁੱਖ ਨੇ ਗਿਆਨ ਗਵਾਤਾ, ਮਾਇਆ ਵੱਟੇ ਵੇਚਤਾ। ਗਰਭ ਗਲੇ ਹੰਕਾਰ ਚ ਗਲ ਗਿਆ, ਬੇਖਾ ਲਈ, ਮਾਇਆ ਇਕੱਠੀ ਕਰ ਲਈ। ਇਹ ਨਹੀਂ ਕਰਨਾ ਹੈ, ਸੰਜਮ ਕਰਨਾ ਹੈ। ਸੰਜਮ ਇਹ ਬੱਚਤ ਕਰਨੀ ਹੈ ਗਿਆਨ ਦੀ, ਗਿਆਨ ਵੇਚਣਾ ਨਹੀਂ ਹੈ। ਗਿਆਨ ਨਹੀਂ ਵੇਚਣਾ। ਥੋੜਾ ਥੋੜਾ ਇਕੱਠਾ ਹੁੰਦਾ ਵੀ ਬਥੇਰਾ ਇਕੱਠਾ ਹੋ ਜੂ। ਥੋੜਾ 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 ਇਕੱਠਾ ਹੁੰਦਾ ਤਾਂ ਇਕੱਠਾ ਹੋਊ ਜੇ ਇਹਦੀ ਸਟਾਲ ਨਹੀਂ ਲਾਉਣੀ। ਜੇ ਸਟਾਲ ਲਾਤੀ ਨਾ ਜਾ ਕੇ ਬਿਜਲੀ ਵਾਲੇ ਨੂੰ, ਫਿਰ ਰਹਿਣਾ ਕੱਖ ਨਹੀਂ ਪੱਲੇ, ਫਿਰ ਕਾਗਜ਼ੇ ਰਹਿ ਜਾਣਗੇ ਪੱਲੇ। ਬਸ ਉਹੀ ਕਾਗਜ਼ੇ ਪੱਲੇ ਨੇ। ਇੰਨੇ ਕਰੋੜ ਦਾ ਸਾਡਾ ਪਿਆ ਲਿਟਰੇਚਰ, ਕਿਉਂ ਜਿਹੜਾ ਲੈਣਾ ਉਹ ਲਿਟਰੇਚਰ ਬਣ ਜਾਣਾ। ਕਾਗਜ਼ ਸਾਰੇ ਇੱਕ ਦਿਨ ਕਾਗਜ਼ੇ ਰਹਿ ਜਾਣੇ ਨੇ। ਕਾਗਜ਼ ਤਾਂ ਕਾਗਜ਼ੇ ਰਹਿ ਜਾਂਦੇ ਨੇ ਬਸ। ਕਿਉਂ? ਗਿਆਨ ਲੋਕਾਂ ਨੇ ਪਸੰਦ ਨਹੀਂ ਕਰਨਾ। ਇਹ ਗਿਆਨ ਹੈ ਉਹ ਨਹੀਂ, ਇਹ ਪੜ੍ਹਨਾ ਹੀ ਨਹੀਂ ਕਿਸੇ ਨੇ। ਜਿੱਦਣ ਪੜ੍ਹਨ ਤੇ ਛੱਡਦਾ ਉਦੋਂ ਤੁਹਾਡੇ ਕਾਗਜ਼ੇ ਨੇ ਬਥੇਰੇ ਪਏ ਨੇ, ਗ੍ਰੰਥ ਪੁਰਾਣੀਆਂ ਲਿਪੀਆਂ ਬਥੇਰੀਆਂ ਪਈਆਂ ਨੇ, ਕਾਗਜ਼ ਪਏ ਨੇ, ਕੋਈ ਨਹੀਂ ਪੁੱਛਦਾ। ਦੁਨੀਆ ਗਾਂਹ ਜਾ ਰਹੀ ਹੈ, ਗਿਆਨ ਗਾਂਹ ਜਾ ਰਿਹਾ। ਪੁਰਾਣੇ ਕਾਗਜ਼ਾਂ ਨਹੀਂ ਫਿਰੋਗੇ, ਕਿਸੇ ਦੇ ਕੰਮ ਦੇ ਨਹੀਂ ਰਹਿਣੇ। ਤਾਂ ਉਹ ਨਹੀਂ ਕੰਮ ਦੇ ਰਹਿਣੇ। ਸੰਜਮ ਨਹੀਂ ਨਾ ਕੀਤਾ, ਦੁਕਾਨਦਾਰੀ ਬਣਾ ਲਈ। ਹਾਂਜੀ, ਜਪ ਤਪ ਸੰਜਮ ਗੁਰਮੁਖ ਭੋਗੀ ਐਸਾ। ਜਿਹੜਾ ਗੁਰਮੁਖ ਹੁੰਦਾ, ਗੁਰਮੁਖ ਹੁੰਦਾ ਜਪ ਤਪ ਸੰਜਮ ਉਹ ਕਰਦਾ, ਉਹ ਭੋਗੀ ਹੁੰਦਾ। ਇਹੀ ਖਾਂਦਾ ਜਪ ਤਪ ਸੰਜਮ ਚੋਂ ਜੋ ਮਿਲਦਾ ਮਨ ਕਰਕੇ ਉਹ ਖਾਂਦਾ। ਸਰੀਰ ਦੀ ਲੋੜ ਹੈ ਪੂਰੀ ਕਰ ਲੈਂਦਾ ਪੱਤੇ ਤੇ। ਮਨ ਦੀ ਭੁੱਖ ਉਹਦੇ ਨਾਲ ਦੂਰ ਕਰਦਾ ਜਪ ਤਪ ਸੰਜਮ ਨਾਲ। ਅਸਲ ਜਪ ਤਪ ਸੰਜਮ ਮਨ ਦੀ ਭੁੱਖ ਦੂਰ ਕਰਨ ਵਾਲੀ ਚੀਜ਼ ਹੈ। ਤੇ ਦੁਨੀਆ ਦੀ ਵੀ ਭੁੱਖ ਦੂਰ ਕਰ। ਇਹ ਪਰਪਕਾਰ ਹੈ। ਦੁਨੀਆ ਲੜ ਕੇ ਮਰਦੀ ਹੈ ਪੈਸੇ ਦੀ ਭੁੱਖ ਕਰਕੇ। ਪਦਾਰਥਾਂ ਦੀ ਭੁੱਖ ਜਿਹੜੀ ਹੈ ਦੁਨੀਆ ਦੀ ਮੌਤ ਦਾ ਕਾਰਨ ਹੈ, ਝਗੜੇ ਦੀ ਜੜ ਹੈ। ਬੈਰ ਵਿਰੋਧ ਦੁਨੀਆ ਨਾਲ ਮਿਟੂਗਾ ਤਾਂ ਜੇ ਪੈਸੇ ਦੀ ਭੁੱਖ ਚੋਂ ਖੋ ਦੇਵੇਂ ਤੂੰ। ਦੁਨੀਆ ਦੇ ਤਾਂ ਖੋਏਗਾ ਜੇ ਆਪਣੇ ਅੰਦਰੋਂ ਖੋਤੀ।
ਗੁਰਮੁਖ ਇਸ ਗੱਲ ਦਾ ਭੋਗੀ ਹੈ। ਭੋਗੀ ਖਾਣ ਵਾਲਾ ਗਿਆਨ ਦਾ ਭੋਜਨ ਉਹਦਾ, ਗੁਰਮੁਖ ਦਾ, ਤੇ ਗਿਆਨ ਇਹ ਵੰਡਦਾ, ਉਹਦਾ ਅਸਰ ਹੋ ਜਾਂਦਾ। ਜਿਹੜਾ ਆਪ ਹੋਵੇ ਨਾ ਸੰਤੋਖੀ, ਉਹਦੀ ਗੱਲ ਦਾ ਹੀ ਅਸਰ ਹੁੰਦਾ, ਦੂਏ ਦਾ ਅਸਰ ਹੁੰਦਾ ਹੀ ਨਹੀਂ। ਹਾਂਜੀ। ਬੁੱਧ ਵਿਭੂਤ ਚੜਾਵੋ ਆਪਣੀ, ਸਿੰਘੀ ਸੁਰਤ ਮਿਲਾਈ। ਇੱਕ ਵਿਭੂਤ ਸਾਹ ਵਰਦਾ ਧੂੜੇ ਦੀ, ਉਹ ਸਰੀਰ ਨੂੰ ਵਰਦਾ, ਉਹ ਵਿਭੂਤਾ ਬੁੱਧੀ ਨੂੰ ਚੜਾਉਣਾ ਰਿਹਾ। ਰੋਜ਼ ਗਿਆਨ ਹੈ ਨਾ, ਰੋਜ਼ ਉਹ ਬੁੱਧੀ ਤੇ ਚਾੜ ਦੇਣਾ, ਰੋਜ਼ ਦਾ ਰੋਜ਼, ਇਹ ਵਿਭੂਤ ਹੈ। ਜਿੰਨਾ ਗਿਆਨ ਰੋਜ਼ ਮਿਲਿਆ ਚਾੜ ਦੋ ਬੁੱਧੀ ਤੇ ਰੋਜ਼, ਉਹ ਵਿਭੂਤ ਦੇਣੀ ਹੈ। ਸਵਾਹ ਧੂੜੇ ਦੀ ਪਾਥੀਆਂ ਇਕੱਠੀਆਂ ਕਰਕੇ ਲੋਕਾਂ ਦੀਆਂ ਲਿਆ ਕੇ ਧੂੜਾ ਲਾ ਕੇ ਲੱਕੜਾਂ ਦੀ ਸਵਾਹ ਮੜ ਲੈਂਦੇ, ਵਿਭੂਤ ਚੜਾਤੀ, ਇਹ ਵਿਭੂਤ ਹੈ। ਬੁੱਧ ਵਿਭੂਤ ਚੜਾਵੋ ਆਪਣੀ, ਸਿੰਘੀ ਸੁਰਤ ਮਿਲਾਈ। ਕਰ ਵਿਰਾਗ ਫਿਰੋ ਤਨ ਨਗਰੀ, ਮਨ ਕੀ ਕਿੰਗਰੀ ਵਜਾਈ। ਬਣਿਆ ਹੋਇਆ ਭੂਤ ਆ, ਕਹਿੰਦਾ ਵਿਭੂਤ। ਵਿਭੂਤ ਲਫ਼ਜ਼ ਹੈ ਅਸਲ ਦੇ ਵਿੱਚ, ਵਿਭੂਤ ਸ਼ਬਦ ਦਾ ਅਰਥ ਹੈ ਭੂਤ। ਵਿਭੂਤੀ ਜੋ ਮਾਇਆ ਨਹੀਂ ਹੈ, ਵਿਭੂਤੀ ਉਹ ਹੁੰਦੀ ਜੋ ਮਾਇਆ ਨਹੀਂ ਹੈ। ਮਾਇਆ ਦਾ ਗਿਆਨ ਤੋਂ ਪਰੇ ਦੀ ਗੱਲ ਹੈ ਨਾ, ਮਾਇਆ ਤੋਂ ਪਰੇ ਦੀ ਗੱਲ ਤਾਂ ਫਿਰ ਗਿਆਨ ਹੀ ਹੈ ਨਾ। ਬੁੱਧੀ ਵੀ ਮਾਇਆ ਤੋਂ ਪਰੇ ਦੀ ਗੱਲ ਹੈ, ਬੁੱਧੀ ਕੋ ਦੇਖਣ ਵਾਲੀ ਚੀਜ਼ ਥੋੜੀ ਹੈ। ਬੁੱਧੀ ਨੂੰ ਵਿਭੂਤੀ ਚੜ੍ਹਦੀ ਹੈ, ਸਰੀਰ ਨੂੰ ਨਹੀਂ ਚੜ੍ਹਦੀ ਹੁੰਦੀ ਵਿਭੂਤੀ। ਬੁੱਧ ਵਿਭੂਤ ਚੜਾਵੋ ਆਪਣੀ, ਰੋਜ਼ ਬੁੱਧੀ ਚਿੱਟੀ ਹੋਵੇ। ਸਿੰਘੀ ਸੁਰਤ ਮਿਲਾਈ। ਸਿੰਘੀ ਕੀ ਹੈ? ਸੁਰਤ ਨੂੰ ਬੁਲਾਓ ਸ਼ਬਦ ਨਾਲ, ਅੰਤਰਾਤਮਾ ਦੇ ਵਿੱਚ ਧਿਆਨ ਰੱਖ ਹਰ ਵਕਤ। ਅੰਤਰਾਤਮਾ ਦਾ ਹੈ ਉਹ, ਅੰਤਰਾਤਮਾ ਜਿਹੜੀ ਆਵਾਜ਼ ਹੈ ਸਿੰਘੀ ਹੈ, ਸੁਰਤ ਵਿੱਚ ਜੋੜ ਕੇ ਰੱਖ। ਅੰਤਰਾਤਮਾ ਨਾਲ ਜੋੜ ਕੇ ਰੱਖ ਪਹਿਲੀ ਸਟੇਜ। ਉੱਥੋਂ ਅੰਤਰਾਤਮਾ ਨਹੀਂ ਬਦਲੀ ਜਾਣਾ, ਰੋਜ਼ ਜੇ ਤੂੰ ਆਹ ਪ੍ਰਕਿਰਿਆ ਕਰਦਾ ਰਿਹਾ ਉਸੇ ਨੇ ਬਦਲ ਜਾਣਾ, ਉਸੇ ਨੇ ਸ਼ਬਦ ਗੁਰੂ 'ਚ ਬਦਲ ਜਾਣਾ। ਹਾਂ। ਕਰ ਵਿਰਾਗ ਫਿਰੋ ਤਨ ਨਗਰੀ, ਮਨ ਕੀ ਕਿੰਗਰੀ ਵਜਾਈ। ਐਸਾ ਵਿਰਾਗ, ਇਹ ਵਿਰਾਗ ਹੈ, ਇਹੋ ਜਿਹਾ ਵਿਰਾਗ ਹੈ। ਇਹੋ ਜਿਹਾ ਵਿਰਾਗ ਕਰਕੇ ਤਨ ਦੀ ਨਗਰੀ 'ਚ ਫਿਰ ਆ, ਸਰੀਰ ਦੀ ਨਗਰੀ, ਸਰੀਰ ਦੇ ਅੰਦਰ, ਆਪਣੇ ਸਰੀਰ ਤੋਂ ਬਾਹਰ ਨਾ ਜਾ, ਅੰਦਰ ਹੀ ਰਹਿ। ਤਨ ਦੇ ਵਿੱਚ ਨਗਰੀ ਕੀ ਹੈ? ਹਿਰਦਾ ਨਗਰੀ। ਮਨ ਕੀ ਕਿੰਗਰੀ ਵਜਾਈ। ਮਨ ਕੀ ਕਿੰਗਰੀ ਉੱਥੇ ਵੱਜੂਗੀ। ਫਿਰ ਕਿੰਗਰੀ ਰੂਪ ਵਾਜੇ ਜੋਗੀਆ ਮਤਵਾਰੋ ਨੇ। ਇੱਕ ਪਾਸੇ ਚੇਤਾ, ਇੱਕ ਪਾਸੇ ਮਾਨਾ, ਦੋਹਾਂ ਦੀ ਤਾਰ ਖਿੱਚ ਪੈ ਜੂ, ਜਾਣਾ ਜੁੜ ਜਾਣਗੇ, ਉਹ ਤਾਰ ਫਿਰ ਵੱਜੂਗੀ, ਫਿਰ ਸ਼ਬਦ ਪ੍ਰਗਟ ਹੋਊ। ਪੰਚ ਤਤ ਲੈ ਹਿਰਦੇ ਰੱਖੋ, ਰਹੇ ਨਿਰਾਲਮ ਤਾੜੀ। ਕਹਿਤ ਕਬੀਰ ਸੁਨੋ ਰੇ ਸੰਤੋ, ਧਰਮ ਦਇਆ ਕਰ ਵਾੜੀ। ਪੰਜ ਤਤ, ਸ਼੍ਰੋਮਣੀ ਤਤ, ਪਰਮ ਤਤ, ਤਤ ਗਿਆਨ, ਤਤ ਗਿਆਨ ਪ੍ਰਾਪਤ ਕਰੋ। ਗੁਰਬਾਣੀ ਤਤ ਗਿਆਨ, ਤਤ ਵਸਤੂ ਹੈ। ਗੁਰਬਾਣੀ ਦਾ ਤਤ ਹੈ ਜੋ, ਇਹਨੂੰ ਲੈ ਕੇ ਹਿਰਦੇ 'ਚ ਰੱਖੋ। ਜਦ ਇਹਦੀ ਸਟਾਰ ਨਹੀਂ ਲਾਈ ਦੀ ਹੁੰਦੀ, ਲੈ ਹਿਰਦੇ ਰੱਖੋ। ਰਹੇ ਨਿਰਾਲਮ ਤਾੜੀ। ਤਾਂ ਕਰਕੇ ਤੁਹਾਡੀ ਜਿਹੜੀ ਤਾੜੀ ਹੈ ਨਾ, ਸੁਰਤੀ ਨਿਰਾਲਮ ਰਹਿ ਸਕਦੀ ਹੈ, ਸੰਸਾਰ ਤੋਂ ਅਲੱਗ ਰਹਿ ਸਕਦੀ। ਨਿਰਾਲਮ ਹੁੰਦਾ ਸੰਸਾਰ ਤੋਂ ਅਲੱਗ, ਸੰਸਾਰ 'ਚ ਰਹਿੰਦੇ ਹੋਏ ਵੀ ਸੰਸਾਰ ਤੋਂ ਵੱਖਰੇ। ਨਿਰਾਲਮ, ਆਲਮ ਤੋਂ ਰਹਿਤ, ਮਾਇਆ ਤੋਂ ਰਹਿਤ। ਸਾਰਾ ਆਲਮ ਰਹਿਤ ਹੈ, ਸਾਰਾ ਆਲਮ ਮਾਇਆ, ਸਾਰਾ ਵਿਸ਼ਵ ਜਿਹੜਾ ਆਲਮ ਹੈ ਇਹ ਮਾਇਆ। ਇਹ ਤੋਂ ਅਲੱਗ, ਆਪਣੇ ਆਪ ਨਾਲ ਜੁੜ ਕੇ ਰਹਿ। ਨਿਰਾਲਮ ਤਾੜੀ। ਤਾੜੀ, ਕਹਿਤ ਤਾੜੀ ਕਾਹਤੇ ਰੱਖਣੀ ਹੈ? ਸੁਚੇਤ, ਸੁਚੇਤ ਰਹਿਣ ਨੂੰ ਤਾੜੀ ਕਹਿੰਦੇ ਨੇ, ਕਿ ਮਾਇਆ ਨਾ ਬਣੇ ਕਿਸੇ ਗੁੰਝੇ ਦੀ। ਜੇ ਆਲੇ ਦੁਆਲੇ ਆਪਣੇ ਪਾਣੀ ਹੈ ਨਾ, ਪਿੰਡ ਦੇ ਹੜ੍ਹ ਆਇਆ ਹੋਇਆ, ਆਪਾਂ ਪਿੰਡ ਦੇ ਆਲੇ ਦੁਆਲੇ ਤਕੜਾ ਬੰਨ੍ਹ ਲਾ ਲਿਆ। ਬੰਨ੍ਹ ਦੇ ਪਾਣੀ ਹੈਗਾ, ਚਲੋ ਉੱਤੇ ਸਿਰੇ ਤੇ ਹੀ ਨਹੀਂ ਤਾਂ ਉੱਤੋਂ ਥੋੜ੍ਹਾ ਜਿਹਾ 2-4 ਫੁੱਟ ਥੱਲੇ ਆ, ਫਿਰ ਵੀ ਧਿਆਨ ਰੱਖਣਾ ਪਊ ਕਿਤੇ ਖੱਡ ਨਾ ਪੈ ਜਾ ਕੋਈ। ਇਹ ਨਾ ਵੀ ਆਪਾਂ ਜਾਈਏ ਸੌਂ ਪੈ ਜਾਵੇ ਖੱਡ, ਜਦੋਂ ਪਤਾ ਲੱਗੇ ਉੱਠਦਾ ਨੂੰ ਜਦ ਸਭ ਕੁਝ ਤਰਦਾ ਫਿਰਦਾ ਹੋਵੇ, ਘਰਾਂ ਜਾ ਬੜੇ ਉਹੀ 4-4 ਫੁੱਟ ਪਾਣੀ। ਜਿੰਨਾ ਚਿਰ ਪਾਣੀ ਬਾਹਰ ਹੈ
ਉਹਨਾਂ ਚਿਰ ਧਿਆਨ ਰੱਖਣਾ ਪਊਗਾ, ਬੰਦਾ ਸੁਚੇਤ ਰਹਿਣਾ ਪਊਗਾ। ਜੇ ਪਾਣੀ ਬਾਹਰ ਨਹੀਂ ਰਹੂ ਫਿਰ ਜਿੰਨਾ ਚਿਰ ਮਾਇਆ ਦਾ ਬਾਹਰ ਪਾਣੀ ਹੈ, ਸਰੀਰ ਹੈ, ਉਹਨਾਂ ਚਿਰ ਸੁਚੇਤ ਰਹਿਣਾ ਪਊਗਾ। ਜੇ ਭੱਤ ਨਹੀਂ ਰਹੇ ਸੁਚੇਤ ਤੇ ਲੋਭ ਲੈਣ ਦਾ ਕੀ ਪਤਾ ਕਦ ਉੱਠ ਖੜੇ। ਹਾਂਜੀ, ਪੰਜ ਤੱਤ ਲੈ ਹਿਰਦੇ ਰੱਖੋ, ਰਹੇ ਨਿਰਾਲਮ ਤਾੜੀ। ਉਹਦੇ ਵਿੱਚ ਪੰਜ ਤੱਤ ਦੇ ਵਿੱਚ ਕੁਝ ਹੋਰ ਨਾ ਰਲੇ, ਮਾਇਆ ਦੀ ਗੱਲ। ਜੇ ਘਿਓ ਪਿਓਰ ਹੋਵੇ ਸਾਡੇ ਕੋਲ, ਉਹ 'ਚ ਮੱਖਣੀ ਨਹੀਂ ਪਾਈਦੀ ਹੁੰਦੀ ਤਾੜੇ ਹੋਏ ਘਿਓ 'ਚ। ਮੱਖਣੀ ਦਾ ਫਿਰ ਤਾੜ ਕੇ ਚੰਗੀ ਤਰ੍ਹਾਂ ਉਹਦੀ ਲੱਸੀ ਲੂਸੀ ਫੂਕ ਕੇ ਉਹ ਪਾਈਦੀ ਹੈ। ਤੱਤ ਅੱਡ ਰੱਖਿਆ ਹੋਇਆ, ਉਹ 'ਚ ਮੱਖਣੀ ਸਿੱਧੀ ਨਹੀਂ ਪਾਈਦੀ ਹੁੰਦੀ, ਉਹ ਵੀ ਤਾੜ ਕੇ ਪਾਈਦੀ ਹੈ। ਨਹੀਂ ਉਹ ਸਾਰਾ ਹੀ ਖਰਾਬ ਕਰ ਦੂ, ਘਿਓ ਵੀ ਬਦਬੂ ਆਉਣ ਲੱਗ ਜਾਊ ਉਹਦੀ 10 ਦਿਨ 'ਚ। ਉਹ 'ਚੋਂ ਮੱਖਣੀ 'ਚੋਂ ਬਦਬੂ ਆਉਣ ਲੱਗ ਜਾਂਦੀ ਹੈ ਚੌਥੇ ਦਿਨ, ਗਰਮੀਆਂ 'ਚ ਤਾਂ 30 ਦਿਨ ਆਉਣ ਲੱਗ ਜਾਂਦੀ ਹੈ। ਖੱਟਾਪਣ ਬਦਬੂ ਆਉਣ ਲੱਗ ਜਾਂਦੀ ਹੈ ਉਹ 'ਚੋਂ ਮੱਖਣੀ 'ਚੋਂ। ਤਾਂ ਜਿਹਨੂੰ ਕਹਿੰਦੇ ਸਾਨੂੰ ਤਾਂ ਮੱਖਣ ਖਾਇਆ, ਮੱਖਣ 'ਚੋਂ ਵੀ ਬਦਬੂ ਆਉਣ ਲੱਗ ਜਾਂਦਾ। ਤਾਜ਼ਾ ਤਾਜ਼ਾ ਖਾ ਲੇ ਤਾਂ ਸਵਾਦ ਹੈ, ਜੇ ਬੇਹੋ ਜਾਂ ਖਰਾਬ ਹੈ। ਪਾਣੀ ਹੁੰਦਾ ਉਹ 'ਚ, ਖਟਾਸ ਹੁੰਦੀ ਹੈ, ਲੱਸੀ ਦੀ ਖਟਾਸ ਹੁੰਦੀ ਹੈ ਉਹ 'ਚ। ਉਹ ਪੂਰੀ ਉਹ ਖਟਾਸ ਜਾੜ ਕੇ ਫਿਰ ਰੱਖੀਦਾ, ਉਹਨੂੰ ਕਹਿੰਦੇ ਨੇ ਪੰਜ ਤੱਤ। ਉਹਨੂੰ ਮੱਖਣ ਨਹੀਂ ਕਿਹਾ ਹੋਇਆ, ਮੱਖਣ ਨਹੀਂ ਕਿਹਾ ਹੋਇਆ ਉਹਨੂੰ। ਮੱਖਣ ਤਾਂ ਤਾਜ਼ਾ ਖਾਣ ਵਾਲੀ ਚੀਜ਼ ਹੈ। ਮੱਖਣ ਖਾ ਕੇ ਹਜਮ ਕਰਨਾ, ਸੰਤੋ ਮੱਖਣ ਖਾ ਕੇ ਹਜਮ ਨਹੀਂ ਕਰਨਾ। ਹਜਮ ਕਰਕੇ ਤਾਲਾ, ਹਜਮ ਕਰਦਾ ਨਾ ਤਾੜਨਾ ਉਹਨੂੰ। ਹਜਮ ਕਰਕੇ ਗਾਹਾਂ ਜੇ ਜਾ ਕੇ ਨਿਕਲਣਾ, ਉਹ ਤੱਤ ਹੈ। ਉਹਦਾ ਖਾਇਆ ਪਰਲੇ ਪਾਸੇ ਜਾ ਕੇ ਜਾਂ ਨਿਕਲਣਾ, ਖਾਧਾ ਹੋਇਆ ਤੱਤ, ਉਹ 'ਚ ਵੀ ਜਿਹੜੀ ਖਟਾਸ ਖਟੂਸ ਬਾਹਰ ਨਿਕਲ ਜਾਣੀ ਹੈ। ਸੋਧਤ 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 ਤਿੰਨ ਸਟੇਜਾਂ ਵੱਖਣ ਦੀਆਂ ਨੇ। ਸੋਧਤ, ਫਿਰ ਦੂਆਂ ਨੂੰ ਸੋਧਤ, ਫਿਰ ਸੋ ਸੀਜਿਆ। ਗੁਰ ਪ੍ਰਸਾਦ ਤੱਤ ਸਭ ਤਾਂ ਤੱਤ ਬੁੱਝ ਹੁੰਦਾ ਕਿਤੇ ਜਾ ਕੇ। ਤਿੰਨ ਸਟੇਜਾਂ ਦਾ ਪਹਿਲਾਂ ਜੋ ਸਮਝਿਆ ਪਹਿਲਾਂ ਉਹਦੀਆਂ ਹੀ ਸੁੱਧ ਕਰਦੀਆਂ ਨੇ। ਚੌਥੀ ਸਟੇਜ ਤੇ ਜਾ ਕੇ ਗੱਲ ਬਣਦੀ। ਚੌਥੀ ਤੇ ਜਾ ਕੇ ਇਹ ਤੁਰਿਆ ਪਾਦਾ। ਚੌਥੀ ਤੇ ਜਾ ਕੇ ਪਵਿੱਤਰ ਪਵਿੱਤਰ ਪਵਿੱਤਰ, ਫਿਰ ਪੁਨੀਤ ਹੈ। ਜਿਹੜਾ ਪੁਨੀਤ ਹੈ ਉਹ ਹੈ ਤੱਤ। ਪੁਨੀਤ ਤੱਕ ਤੱਤ ਨਹੀਂ ਹੈ। ਹਾਂ, ਪੁਨੀਤ ਤੱਕ ਗਿਆਨ ਹੈ। ਪਵਿੱਤਰ 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 ਤੱਕ ਗਿਆਨ ਹੈ। ਪੁਨੀਤ ਹੋ ਗਿਆ, ਤੱਤ ਗਿਆਨ ਹੋ ਗਿਆ। ਤੱਤ ਗਿਆਨ ਤਿਸ ਮਨ ਪ੍ਰਗਟ ਆਇਆ, ਜਿਸਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ। ਤਿੰਨ ਸਟੇਜਾਂ ਦਾ ਪੱਕਾ ਵਿਸ਼ਵਾਸ ਹੈ, ਪੱਕਾ ਹੁੰਦਾ। ਜਦ ਪੱਕਾ ਵਿਸ਼ਵਾਸ ਹੋ ਗਿਆ ਫਿਰ ਤੱਤ ਗਿਆਨ, ਫਿਰ ਤੱਤ ਗਿਆਨ, ਫਿਰ ਪੁਨੀਤ ਬਣ ਜਾਂਦਾ। ਫਿਰ ਪੁਨੀਤ ਬਣ ਜਾਂਦਾ। ਜਦ ਨਾਮਦੇਵ ਪੈਰੋਂ ਬੇੜੀ ਹੱਥੋਂ ਤਾਲ ਵਜਾਉਣ ਲੱਗ ਗਿਆ ਨਾ, ਉਦੋਂ ਪੁਨੀਤ ਹੋਇਆ। ਉਹ ਪਹਿਲਾਂ ਤਾਂ ਕਹਿ ਰਿਹਾ ਜੋ ਨਾ ਤੇਰੇ ਭਵਨ ਤਲੀ, ਅਜੇ ਤਾਂ ਆਸ ਰੱਖਦਾ ਤੇਰੇ ਭਵਨ ਤਲੀ ਦੀ। ਫਿਰ ਨਹੀਂ ਆ ਸਕੀ। ਫਿਰ ਭਰੋਸਾ ਹੋਇਆ ਤੇਰੇ ਭਵਨੀ ਤੂੰ ਹੀ ਹੈ, ਤੇਰੇ ਅੰਦਰੋਂ ਪੈਦਾ ਹੋਇਆ, ਤੈਨੂੰ ਕੋਈ ਮਾਰ ਸਕਦਾ ਹੀ ਨਹੀਂ। ਫਿਰ ਅਵਸਥਾ ਬਦਲੀ ਹੈ। ਉਦੋਂ ਤੱਕ ਤਾਂ ਆਇਆ ਜੋ ਅੱਜ ਹੁਣ ਆਇਆ ਤੇਰੇ ਭਵਨ ਤਲੀ ਕਹਿ ਰਿਹਾ। ਉਦੋਂ ਕਿਸੇ ਦੀ ਮਦਦ ਦੀ ਲੋੜ ਹੈ। ਤੇਰੇ ਭਵਨ ਤਲੀ ਕਾਹਨੂੰ ਕਿਤੋਂ ਆਇਆ, ਅੰਦਰੋਂ ਹੀ ਆਇਆ ਹੋਇਆ। ਪਾਖੰਤਨ ਬਾਜ ਬਜਾਏ ਲਾ, ਜਦ ਕਹਿੰਦਾ ਗੜ ਚਲੇ ਗੋਬਿੰਦ ਆਏ ਲਾ। ਗੜ ਤਾਂ ਤੇਰੇ ਅੰਦਰ ਹੀ ਆ। ਫਿਰ ਗੜ ਕਿੱਥੇ ਸੀ ਬਾਹਰ? ਗੜ ਤਾਂ ਗਿਆਨ ਹੀ ਸੀ। ਉਹ ਜਿਹੜਾ ਗੁਰ ਗਿਆਨ ਸੀ ਉਹੀ ਤਾਂ ਗੜ ਸੀ। ਅੰਦਰਲਾ ਗਿਆਨ ਹੈ ਗੜ ਬਣਿਆ, ਉਹਦੇ ਜੋ ਪੈਦਾ ਹੋਇਆ। ਉਹ ਜੋ ਬਾਜ ਆਵਾਜ਼ ਪੈਦਾ ਹੋਈ ਹੈ। ਬਾਜ ਹੋਰ ਬਜਾਏ ਲਾ ਕੀ ਹੈ?
ਆਵਾਜ਼ ਹੀ ਪੈਦਾ ਹੋਈ ਉਹ ਚੋਂ। ਉਹ ਅਮਰੂਦ ਨੂੰ ਅੱਗ ਪਈ ਹੈ, ਗੋਲਾ ਗਿਆਨ ਦਾ ਚੱਲ ਗਿਆ, ਬਸ ਨਿਰਭੈ ਹੋ ਗਿਆ, ਨਿਰਭੈ ਹੋ ਗਿਆ। ਉਹ ਗਿਆਨ ਸੀ ਪਹਿਲਾਂ, ਜਦ ਅੱਗ ਪੈ ਗਈ ਫਿਰ ਉਹਦਾ ਰੂਪ ਹੀ ਬਦਲ ਗਿਆ। ਉਹ ਅਮਰੂਦ ਦਾ ਜਿਹੜਾ ਅੱਗ ਪਈ ਦੇ ਬਾਅਦ ਰੂਪ ਬਦਲਿਆ, ਉਹ ਚੌਥੀ ਸਟੇਜ ਹੈ। ਬਸ ਜਿੰਨਾ ਚਿਰ ਬਾਰੂਦ ਹੈ ਗਿਆਨ, ਉਹਨਾਂ ਚਿਰ ਹੋਰ ਕੁਛ ਹੈ। ਜਦ ਅੱਗ ਪਈ ਬਾਰੂਦ ਜਲ ਗਿਆ, ਮਿੱਟੀ ਮਿੱਟੀ ਰਹਿ ਗਈ, ਅਸਲ ਚੀਜ਼ ਜਲ ਗਈ। ਅੱਗ ਬਾਰੂਦ ਨੇ ਪਊ, ਬਾਕੀ ਜਿਹੜਾ ਹੋਰ ਮਿਲਾਵਟ ਸੀ ਨਾ ਉਹ ਰਹਿ ਗਈ ਅਲੱਗ, ਸੁਆਹ ਰਹਿ ਗਈ। ਉਹ ਹੈ ਪੁਨੀਤ, ਉਹ ਚੀਜ਼ ਪੁਨੀਤ ਹੈ। ਜਾਂ ਘਿਓ ਤਾੜਦੇ ਹਾਂ ਛੇਤੀਆਂ ਥੱਲੇ ਰਹਿ ਜਾਂਦੀਆਂ ਨੇ, ਜਾਂ ਪੁੱਟਦੇ ਹਾਂ ਥੱਲੇ ਰਹਿ ਗਈਆਂ ਨਾ, ਕਮਾਇਰ ਸੀ ਵੱਖਰੀ ਹੋ ਗਈ, ਕੋਈ ਜਲ ਗਈ, ਕੋਈ ਥੱਲੇ ਵੱਖਰੀ ਰਹਿ ਗਈ। ਹਾਂਜੀ, ਪੰਜ ਤਤ ਲੈ ਹਿਰਦੇ ਰੱਖੋ ਰਹੇ ਨਿਰਾਲਮ ਤਾੜੀ। ਪੰਜ ਤਤ ਲੈ ਹਿਰਦੇ ਰੱਖੋ। ਪੰਜ ਤਤ ਕੀ ਆ? ਤਤ ਗਿਆਨ। ਇਹਨੂੰ ਲੈ ਕੇ ਹਿਰਦੇ 'ਚ ਰੱਖਣਾ ਹੈ। ਹਿਰਦੇ ਰੱਖੋ ਰਹੇ ਨਿਰਾਲਮ ਤਾੜੀ। ਤਾੜੀ ਫਿਰ ਨਿਰਾਲਮ ਰਹਿੰਦੀ ਹੈ। ਗਿਆਨ ਕਾ ਬੰਦਾ ਮਨ ਤਾਂ ਹੀ ਰਹਿੰਦਾ ਨਾ, ਇਹੀ ਗਿਆਨ ਕਾ ਬੰਦਾ, ਇਹੀ ਆ ਗਿਆਨ ਮਨ ਨੂੰ ਬੰਦਾ, ਹੋਰ ਨਹੀਂ ਗਿਆਨ ਬਣ ਸਕਦਾ ਮਨ ਨੂੰ। ਆ ਪੰਜ ਤੱਤਾਂ ਦਾ ਗਿਆਨ ਮਨ ਨੂੰ ਬੰਦਾ, ਇੱਥੇ ਆ ਕੇ ਪਹਿਲੇ ਸਟੇਜ ਨਹੀਂ ਬੰਦਾ ਮਨ ਗਿਆਨ ਨੂੰ। ਹਾਂ, ਇੱਥੇ ਆ ਕੇ ਬੰਨ ਹੁੰਦਾ ਮਨ, ਪਹਿਲਾਂ ਨਹੀਂ ਬੰਨ ਹੁੰਦਾ ਹੈਗਾ। ਹਾਂਜੀ, ਕਹਿਤ ਕਬੀਰ ਸੁਨੋਰੇ ਸੰਤੋ ਧਰਮ ਦਿਆ ਕਰ ਬਾੜੀ। ਕਹਿਤ ਕਬੀਰ ਸੁਨੋਰੇ ਸੰਤੋ, ਕਬੀਰ ਸੰਤਾਂ ਨੂੰ ਉਪਦੇਸ਼ ਕਰਦਾ। ਇਹਦਾ ਮਤਲਬ ਸੰਤ ਤਾਂ ਅਨਪੜ੍ਹ ਨੇ ਸਾਰੇ ਹੀ, ਅਰ ਅਗਿਆਨੀ ਵੀ ਨੇ। ਉਪਦੇਸ਼ ਅਗਿਆਨੀ ਨੂੰ ਕਰੀਦਾ, ਗਿਆਨਵਾਨ ਨਹੀਂ ਹੁੰਦੇ ਸੰਤ, ਅਗਿਆਨੀ ਨੇ। ਆਪ ਵੀ ਸੰਤਾਂ ਦੇ ਵਿੱਚੋਂ ਹੀ ਗਿਆ ਸੀ ਕਬੀਰ। ਉਹ ਸੰਤ ਹੈ ਸਵਾਮੀ ਰਾਮਾਨੰਦ, ਤਾਂ ਸਵਾਮੀ ਰਾਮਾਨੰਦ ਵਿੱਚ ਲੈ ਲਿਆ। ਅਸਲ 'ਚ ਸਵਾਮੀ ਰਾਮਾਨੰਦ ਨੂੰ ਕਹਿ ਰਿਹਾ ਸੁਣੋ ਰੇ ਸੰਤੋ। ਸੰਤਾਂ ਨੂੰ ਉਪਦੇਸ਼ ਕਰਨਾ ਮਤਲਬ ਸਵਾਮੀ ਰਾਮਾਨੰਦ ਟਾਰਗੇਟ ਹੈ। ਸਭ ਤੋਂ ਬੜਾ ਸੰਤ ਸਵਾਮੀ ਰਾਮਾਨੰਦ ਹੈ। ਸਵਾਮੀ ਰਾਮਾਨੰਦ ਵੱਲ ਇਸ਼ਾਰਾ ਹੈ ਸਿੱਧਾ ਇਹਦੇ 'ਚ। ਧਰਮ ਦਿਆ ਕਰ ਬਾੜੀ। ਕਰ ਬਾੜੀ। ਧਰਮ ਦਿਆ ਦੀ ਬਾੜੀ ਚਾਹੀਦੀ ਹੈ, ਤੇਰੀ ਬਗੀਚੀ ਚਾਹੀਦੀ ਹੈ। ਧਰਮ ਦੀ ਬਗੀਚੀ 'ਚ ਦੇਣ ਦੀ ਇੱਛਾ ਚਾਹੀਦੀ ਹੈ। ਕੁਛ ਦਿਆ ਦੇਣਾ ਹੀ ਦੇਣਾ। ਹਾਂਜੀ, ਕਵਨ ਕਾਜ ਸਿਰਜੇ ਜਗ ਭੀਤਰ ਜਨਮ ਕਵਨ ਫਲ ਪਾਇਆ। ਭਵ ਨਿਤ ਤਰਨ ਤਾਰਨ ਚਿੰਤਾਮਣੀ ਇੱਕ ਨਿਮਖ ਨਾ ਇਹ ਮਨ ਲਾਇਆ। ਕਵਨ ਕਾਜ ਸਿਰਜੇ ਜਗ ਭੀਤਰ ਜਗ ਭੀਤਰ ਜਨਮ ਕਵਨ ਫਲ ਪਾਇਆ। ਜਨਮ ਕਵਨ ਫਲ ਪਾਇਆ। ਇਹ ਸਵਾਲ ਕੀਤਾ ਕਬੀਰ ਨੇ ਸਾਰੇ ਸੰਸਾਰ ਨੂੰ, ਵਿੱਚੇ ਸੰਤਾਂ ਨੂੰ, ਵਿੱਚੇ ਪੰਡਤਾਂ ਨੂੰ, ਜਿੰਨੇ ਧਾਰਮਿਕ ਬੰਦੇ ਨੇ ਸਾਰੇ ਹੀ ਧਰਮ 'ਚ ਲੱਗੇ ਹੋਏ ਨੇ। ਸਾਰੇ ਸੰਸਾਰ ਦੇ ਅੱਗੇ ਸਵਾਲ ਰੱਖਿਆ, ਬਈ ਕੀ ਲੋੜ ਸੀ ਤੁਹਾਡੀ, ਬਈ ਤੁਹਾਨੂੰ ਜਿਹੜਾ ਜਨਮ ਦਿੱਤਾ ਹੈ, ਸਾਡਾ ਜਿਹੜਾ ਸਿਰਜਣਾ ਕੀਤੀ ਹੈ ਸੰਸਾਰ ਦੀ ਸਾਰੇ ਦੀ, ਇਹਦੇ ਪਿੱਛੇ ਲੋੜ ਕੀ ਸੀ? ਕਵਨ ਕਾਜ, ਕਿਹੜੇ ਕੰਮ ਖਾਤਰ ਸਾਰੀ ਸ੍ਰਿਸ਼ਟੀ ਸਾਜੀ ਹੈ ਪਰਮੇਸ਼ਰ ਨੇ। ਔਰ ਜਿਹੜਾ ਸਾਨੂੰ ਮਨੁੱਖਾ ਜਨਮ ਲਿਆ ਮਿਲਿਆ, ਇਹਦੇ 'ਚ ਅਸੀਂ ਕੀ ਫਲ ਪਾਇਆ ਉਹ ਦੱਸੋ। ਫਲ ਤਾਂ ਕਿਸੇ ਨੇ ਕੋਈ ਪਾਇਆ ਹੀ ਨਹੀਂ। ਫਲ ਉਹ ਹੁੰਦਾ, ਫਲ ਕਿਹਨੂੰ ਕਹਿੰਦੇ ਨੇ? ਜਿਹੜਾ ਮਰਨ ਵੇਲੇ ਨਾਲ ਜਾਵੇ ਰਹੇ ਕੋਲ, ਮਰਨ ਸਮੇਂ, ਮਰਨ ਤੋਂ ਬਾਅਦ ਵੀ ਨਾਲ ਰਹੇ, ਫਲ ਹੁੰਦਾ। ਜਦੋਂ ਕਿਉਂਕਿ ਫਲ ਦਾ ਆਤਮਾ ਨਾਲ ਸੰਬੰਧ ਹੈ। ਆਤਮਾ ਨੇ ਜੇ ਫਲ ਪਾਇਆ ਉਹਦੇ ਕੋਲ ਰਹੂਗਾ।
ਸਰੀਰ ਦੇ ਫਲ ਕੋਲ ਨਹੀਂ ਰਹਿੰਦੇ। ਸਰੀਰ ਦੇ ਫਲ ਪਹਿਲਾਂ ਤਾਂ ਔਲਾਦ ਹੈ, ਇਹਦੀ ਕੋਲ ਰਹਿੰਦੀ ਨਾਲ ਰਹਿੰਦੀ ਆਪਣਾ। ਸਰੀਰ ਤੋਂ ਔਲਾਦ ਪੈਦਾ ਹੋਈ ਹੈ, ਇਹਦਾ ਹੋਰ ਫਲ ਕੀ ਹੈ? ਪੇਟ ਨੂੰ ਫਲ ਲੱਗਦਾ, ਉਹ ਬਾਕੀ ਦਾ ਖੁਰਾਕ ਹੈ, ਫਲ ਨਹੀਂ ਹੈਗਾ ਕੋਈ ਵੀ ਹੋਰ। ਅਸੀਂ ਗਾਂ ਮੱਝਾਂ ਹੁੰਦੀਆਂ ਨੇ, ਉਹਨੂੰ ਕਹਿੰਦੇ ਫਲ ਕੀ ਇਹਦੇ ਮਗਰ, ਬੱਚੇ ਨੂੰ ਉਹਦੇ ਨੂੰ ਫਲ ਕਹਿੰਦੇ ਨੇ। ਫਲ ਕੀ ਹੈ? ਜੋ ਪੇੜ ਨੂੰ ਲੱਗਿਆ ਉਹੀ ਫਲ ਹੈ। ਸਰੀਰ ਪੇੜ ਨੂੰ ਕੀ ਫਲ ਲੱਗਿਆ? ਬੱਚੇ, ਫਿਰ ਉਹ ਨਾਲ ਲੈ ਜੂ ਕੋਈ, ਉਹਦਾ ਵੱਖਰੇ ਨਾ। ਤੇ ਸੰਸਾਰ ਦਾ ਕੋਈ ਫਲ ਦਾ ਸਾਡੇ ਨਾਲ ਸੰਬੰਧ ਨਹੀਂ ਹੈ। ਮਾਇਆ ਦਾ, ਮਾਇਆ ਤੋਂ ਪਰੇ ਦਾ ਜਿਹੜਾ ਫਲ ਹੈ ਉਹਦੀ ਗੱਲ ਕਰਦਾ ਕਬੀਰ। ਇਹ ਤਾਂ ਅਵਰ ਕਾਜ ਨੇ ਜਿਹੜੇ ਇਸ ਸੰਸਾਰ ਦੀ ਮਾਇਆ ਹੈ, ਇਹ ਸਰੀਰ ਵਾਸਤੇ। ਫਲ ਸਰੀਰ ਨੂੰ ਲੱਗਣਾ ਨਾ, ਉਹ ਫਲ ਨਹੀਂ ਹੈ। ਉਹ ਹਾਂ, ਗਿਆਨ ਫਲ ਲੱਗਾ। ਨਾਨਕ ਗੁਰ ਸੰਤੋਖ ਰੁਖ ਧਰਮ ਫੁੱਲ ਫਲ ਗਿਆਨ। ਜੋ ਗਿਆਨ ਦੀ ਪ੍ਰਾਪਤੀ ਕੀਤੀ ਹੈ ਉਹ ਫਲ ਹੈ। ਜੇ ਅੰਦਰੋਂ ਗਿਆਨ ਪੈਦਾ ਹੋਇਆ ਉਹ ਫਲ ਹੈ। ਆਪਣੇ ਅੰਦਰੋਂ ਆਪਣਾ ਬੂਟਾ ਪੈਦਾ ਹੋਇਆ, ਇਹ ਇੱਕ ਹੋ ਕੇ ਉੱਗਿਆ, ਉੱਗ ਕੇ ਇਹਨੂੰ ਫਲ ਗਿਆਨ ਦਾ ਲੱਗਿਆ। ਉਹ ਫਲ ਅਸੀਂ ਲੋਕਾਂ ਨੂੰ ਦਿੱਤਾ ਹੈ। ਜਿਵੇਂ ਦਰਖਤ ਹੈ, ਪੈਦਾ ਹੁੰਦਾ, ਫਲ ਲੱਗਦਾ। ਦਰਖਤ ਨਹੀਂ ਫਲ ਖਾਂਦਾ ਹੁੰਦਾ ਆਪਣਾ, ਆਪਣਾ ਫਲ ਦਰਖਤ ਆਪ ਨਹੀਂ ਖਾਂਦਾ। ਇਸ ਕਰਕੇ ਜੋ ਫਲ ਲੱਗਣਾ ਹੈ ਭਗਤਾਂ ਨੂੰ ਲੱਗਿਆ, ਗੁਰਮੁਖਾਂ ਨੂੰ ਲੱਗਿਆ, ਉਹਨਾਂ ਨੇ ਆਪ ਨਹੀਂ ਖਾਂਦਾ। ਉਹ ਫਲ ਵੱਡੀ ਦਾ ਹੁੰਦਾ, ਉਹੀ ਤਾਂ ਦਿਆ ਹੈ। ਉਹਦਾ ਇਹਨਾਂ ਦਾ ਪੈਦਾ ਹੋਇਆ ਜੋ ਤਾਂ ਫਲ, ਉਹਨੇ ਕੀ ਖਾਣਾ? ਉਹ ਦਰਖਤ ਥੋੜੀ ਆਪਣੇ ਫਲ ਖਾਂਦਾ ਹੁੰਦਾ। ਜੋ ਪਾਇਆ ਫਲ ਉਹ ਦੇਣ ਵਾਸਤੇ ਹੁੰਦਾ, ਵੇਚਣ ਵਾਸਤੇ ਨਹੀਂ ਹੁੰਦਾ। ਜੇ ਵੇਚੋਗੇ ਫਿਰ ਦਿਆ ਹੈ ਨਹੀਂ, ਦਿਆ ਕਿੱਥੇ ਹੈ? ਇਸ ਕਰਕੇ ਅਮੁੱਲ ਬਣੋ ਮੁੱਲ ਵਪਾਰ ਕਿਹਾ ਹੋਇਆ। ਆਇਆ ਕਿੱਥੋਂ ਆਇਆ? ਪਰਮੇਸ਼ਰ ਨੇ ਦਿੱਤਾ। ਫਲ ਤਾਂ ਉਹਦੇ ਸਿਸਟਮ ਨਾਲ ਹੀ ਸਰੀਰ ਮਿਲਿਆ, ਉਹਨੇ ਹੀ ਸਾਰਾ ਰਚਨਾ ਰਚੀ ਹੈ, ਉਹਦਾ ਹੀ ਸਭ ਕੁਛ ਕੀਤਾ ਹੋਇਆ। ਪਹਿਲਾਂ ਤਾਂ ਸਾਨੂੰ ਸਾਹ ਨਾ ਆਵੇ, ਸਾਨੂੰ ਜੇ ਹਵਾ ਨਾ ਹੋਵੇ। ਹਵਾ ਕਿਹਦੀ ਬਣਾਈ ਹੋਈ ਹੈ? ਉਹਦੀ। ਪਾਣੀ ਕਿਹਦਾ ਬਣਾਇਆ? ਉਹਦਾ। ਕਿਉਂ? ਇਹਦਾ ਅਸੀਂ ਕੀ ਮੁੱਲ ਤਾਰਿਆ ਪਾਣੀ ਦਾ? ਇਹ ਫਲ ਪੈਦਾ ਕਰਨ ਦਾ, ਸਾਨੂੰ ਫਲ ਲੱਗਣ ਦਾ ਜਿਹੜਾ ਹੈਗਾ ਪਾਇਆ ਫਲ, ਇਹਦਾ ਕ੍ਰੈਡਿਟ ਸਾਨੂੰ ਮਿਲਣਾ। ਪਰ ਜਿਹੜਾ ਪਾਇਆ ਫਲ ਲੋਕਾਂ ਨੇ ਖਾਣਾ, ਉਹ ਕੰਮ ਹੈ ਪਰਮੇਸ਼ਰ ਦਾ। ਜਨਮ ਤੁਮਾਰੇ ਲਿਖੇ। ਉਹ ਫਲ ਦਰਖਤ ਪੈਦਾ ਕਰਦੇ ਨੇ, ਪਰਮੇਸ਼ਰ ਦੇ ਪੈਦਾ ਕੀਤੇ ਜੀਵ ਉਹ ਖਾਂਦੇ ਨੇ। ਉਹਦਾ ਮੁੱਲ ਧਾਰਦਾ ਜੋ ਹੁਣ ਅੱਜ ਥਈ ਜੋ ਉਹਨੂੰ ਦਿੱਤਾ ਪਰਮੇਸ਼ਰ ਨੇ, ਉਹ ਤੇ ਅਹਿਸਾਨ ਕੀਤਾ, ਇੰਡੀਆ ਜੂਨਾਂ 'ਚ ਲੈ ਕੇ ਆਇਆ, ਉਹਦਾ ਮੁੱਲ ਧਾਰਿਆ ਉਹਨੇ। ਫਲ ਦੇ ਕੇ ਪੈਦਾ ਕਰਕੇ ਉਹਦਾ ਮੁੱਲ ਦਿੱਤਾ। ਉਹਨੇ ਆਪਣਾ ਕਰਜ਼ਾ ਲਾਇਆ, ਐ ਕਹਿ ਲਓ। ਪਰਮੇਸ਼ਰ ਦੇ ਪ੍ਰਥਾਏ ਕੰਮ ਕਰਕੇ ਉਹ ਕਰਜ਼ਾ ਮੋੜਿਆ ਬਸ। ਤੁਸੀਂ ਤਾਂ ਖਾਧਾ ਹੀ ਖਾਧਾ, ਹੁਣ ਤੱਕ ਦਿੱਤਾ ਤਾਂ ਕੋਈ ਹੈ ਨਹੀਂ। ਫਲ ਪਾਏ ਦੀ ਗੱਲ ਕਰ ਰਹੇ, ਕੀ ਫਲ ਪਾਇਆ? ਫਲ ਤਾਂ ਗਿਆਨ ਦਾ ਲੱਗਣਾ, ਹੋਰ ਤਾਂ ਕੋਈ ਫਲ ਹੁੰਦਾ ਨਹੀਂ। ਹਾਂਜੀ। ਕਵਨ ਕਾਜ ਸਿਰਜੇ ਜਗ ਭੀਤਰ, ਜਨਮ ਕਵਨ ਫਲ ਪਾਇਆ, ਪਵ ਨਿਤ ਤਰਨ ਤਾਰਨ। ਜਨਮ ਦਾ ਫਲ ਹੈ ਅਸਲ 'ਚ। ਆ ਜਨਮ ਲੈ ਕੇ ਫਲ ਨਹੀਂ ਪਾਇਆ। ਜਨਮ ਜਿਹੜਾ ਸਾਨੂੰ ਪਦਾਰਥ ਮਿਲਣਾ ਉਹ ਫਲ ਹੈ, ਉਸ ਨੂੰ ਫਲ ਲੱਗਣਾ ਜਨਮ ਪਦਾਰਥ ਨੂੰ। ਸੰਸਾਰੀ ਜਨਮ ਬਿਨਾਂ ਜਨਮ ਨਹੀਂ ਮਿਲਣਾ। ਦੋ ਹੱਥ ਆ ਗਏ, ਹਾਂ ਹਾਂ ਸੱਚ। ਅਸਲ ਦੇ ਵਿੱਚ ਜਨਮ ਜ਼ਿਆਦਾ ਉੱਗਣਾ ਅੰਦਰ, ਇੱਕ ਹੋਏ ਤਾਂ ਉੱਗ ਪਏ ਤਾਂ ਹੀ ਫਲ ਲੱਗਣਾ ਉਹ। ਪਰ ਆਹ ਜਨਮ ਨਾ ਹੋਇਆ ਤਾਂ ਉਹ ਜਨਮ ਕਿਵੇਂ ਮਿਲ ਜੂ? ਇਹ ਜਨਮ ਕਰਕੇ ਹੀ ਉਹ ਜਨਮ ਮਿਲਿਆ, ਉਸ ਜਨਮ ਨੂੰ ਫਲ ਲੱਗਿਆ। ਇਹ ਜਨਮ ਨੂੰ, ਜਿਹੜੇ ਸਰੀਰ ਦੇ ਜਨਮ ਨੂੰ ਫਲ ਲੱਗੇ ਨੇ, ਉਹ ਤਾਂ ਉਹਦੀ ਗੱਲ ਨਹੀਂ ਹੈ, ਜਿਹੜੀ ਉਹਦੀ ਕੋਈ ਗੱਲ ਨਹੀਂ, ਉਹਦੀ ਗੱਲ ਨਹੀਂ ਹੈ। ਹਾਂਜੀ। ਭਾਵ ਨਿਤ ਤਰਨ ਤਾਰਨ ਚਿੰਤਾ ਮਨ।
ਇੱਕ ਨਿਮਖ ਨਾ ਇਹ ਮਨ ਲਾਇਆ। ਜਿਹੜਾ ਭਵਨਿਧ ਨੂੰ ਤਰਨ ਤਾਰਨ ਵਾਲਾ, ਭਵ ਸਾਗਰ ਨੂੰ ਤਰਨ ਤਾਰਨ ਵਾਲਾ ਹੈ, ਚਿੰਤਾ ਮਨ ਹੈ, ਚਿੰਤਾ ਨੂੰ ਨਾਸ਼ ਕਰਨ ਵਾਲਾ ਹੈ, ਚਿੰਤਾ ਨਾਸ਼ਕ ਗਿਆਨ, ਉਹਦੇ ਨਾਲ ਤਾਂ ਇੱਕ ਸਕਿੰਟ ਵੀ ਮਨ ਨਹੀਂ ਜੋੜਿਆ। ਜਿਹੜਾ ਗਿਆਨ ਤੈਨੂੰ ਭਵ ਸਾਗਰ ਦੀ ਚਿੰਤਾ ਮਿਟਾਉਣ ਵਾਲਾ ਹੈ, ਅੰਤਰਾਤਮਾ ਦੀ ਆਵਾਜ਼ ਕਰ, ਉਹਦੇ ਨਾਲ ਤਾਂ ਇੱਕ ਮਿੰਟ ਵੀ ਨਹੀਂ ਜੁੜਿਆ ਕੇ ਰੱਖਿਆ, ਉਹਦੇ ਨਾਲ ਤਾਂ ਮਨ ਲਾਇਆ ਹੀ ਨਹੀਂ। ਤੇ ਫਿਰ ਫਲ ਕਿੱਥੋਂ ਪ੍ਰਾਪਤ ਹੋ ਜਾਂਦਾ ਭਾਈ? ਫਲ ਤਾਂ ਇੱਕ ਹੋਏ ਤੇ ਬਾਅਦ ਹੋਣਾ, ਤਾਂ ਇੱਕ ਹੋਏ ਤਾਂ ਉਗਵੇ, ਇੱਕ ਤਾਂ ਹੋਇਆ ਹੀ ਨਹੀਂ। ਦਾਲ ਦਾ ਦਾਲ ਰਹਿ ਗਿਆ, ਦਾਲ ਜਾਂ ਜੰਮੂ ਨਹੀਂ, ਫਲ ਕਿੱਥੋਂ ਲੱਗੂ? ਜਿਹਨੇ ਜੇ ਦਾਲ ਹੈ ਇੱਕੇ ਨਹੀਂ ਹੋਇਆ, ਇੱਕ ਉਗਣ ਦਾ ਸਵਾਲ ਨਹੀਂ, ਉੱਗਿਆ ਨਹੀਂ ਤੇ ਫਲ ਕਿੱਥੋਂ ਲੱਗਣਾ? ਤੂੰ ਤਾਂ ਆਪਣੇ ਆਪ ਨਾਲ ਜੁੜਿਆ ਹੀ ਨਹੀਂ, ਫਲ ਕਿੱਥੋਂ ਲੱਗਣਾ ਸੀ? ਹਾਂ, गोविंद हम ऐसे अपराधी जिन प्रभ जियो पिंड था दिया तिसकी भौ भक्ति नहीं साधी। ਹੈ ਗੋਬਿੰਦ, ਅਸੀਂ ਤਾਂ ਇਹ ਜਿਹੇ ਅਪਰਾਧੀ ਹਾਂ ਸਾਰੇ ਹੀ, ਜਿਨ੍ਹਾਂ ਨੇ ਜਨਮ ਲਿਆ ਮਨੁੱਖਾ। ਹਮ ਐਸੇ ਅਪਰਾਧੀ ਜਿਨ ਪ੍ਰਭ ਜਿਉ ਪਿੰਡ ਥੇ, जियो पिंड था दिया ਜਿਉ ਪਿੰਡ ਥਾ ਦਿਆ, तिसकी भौ भक्ति नहीं साधी। ਜਿਹਨੇ ਆ ਜਿਉ ਆਰ ਪਿੰਡ ਦਿੱਤਾ ਸੀ। ਕਿਹਨੂੰ ਦਿੱਤਾ ਸੀ ਜਿਉ ਪਿੰਡ? ਅੰਦਰਲੇ ਨੂੰ, ਜਿਹੜਾ ਬੋਲ ਰਿਹਾ ਉਹਨੂੰ ਦਿੱਤਾ ਸੀ। ਜਿਉ ਬਾਹਰ ਕੱਢਣ ਦੀ ਸਮਰੱਥਾ ਵੀ ਉਹਨੇ ਦਿੱਤੀ ਸੀ। ਜਿਉ ਤੋਂ ਬਿਨਾਂ ਪਿੰਡ ਨਹੀਂ ਮਿਲਣਾ, ਪਿੰਡ ਤੋਂ ਬਿਨਾਂ ਉਹਦਾ ਖੜਨ ਨਹੀਂ ਛੁੱਟਣਾ। ਜੇ ਜਿਉ ਨੂੰ ਆਪਣੇ ਨੂੰ ਅੱਡ ਨਹੀਂ ਕਰ ਸਕਦਾ, ਹੁਕਮ ਨਾਲ ਅੱਡ ਨਹੀਂ ਕਰ ਸਕਦਾ, ਉਹ ਜਮਣਾ ਹੁਕਮ ਹੈ ਜਿਹੜਾ ਉਹਦੇ ਜਿਉ ਅਲੱਗ ਹੁੰਦਾ ਹੈ, ਉਹ ਜਨਮ ਹੈ ਉਹਦਾ। ਜਿਉ ਉਹਦੇ ਨਾਲ ਅਲੱਗ ਹੋ ਕੇ ਮਾਇਆ ਨਾਲ ਜੁੜਦਾ ਨਾ, ਉਹ ਜਨਮ ਉਹਨੂੰ ਮਿਲਿਆ। ਜਨਮ ਨਾਲ ਜਿਉ ਅੱਡ ਹੋਣਾ। ਉਹਦਾ ਮਨ ਉਹ ਤੋਂ ਵੱਖਰਾ ਹੋ ਕੇ ਜਿਹੜਾ ਮਾਇਆ ਨਾਲ ਜੁੜਿਆ ਹੈ, ਇਹ ਹੁਕਮ ਨਾਲ ਜੁੜਿਆ ਹੈ। ਹੁਕਮ ਤੋਂ ਹੀ ਉਹਨੂੰ ਇੱਕ ਗਿਫਟ ਮਿਲੀ ਹੈ ਇੰਨਾ ਚਿਰ ਵਾਸਤੇ। ਇੰਨਾ ਚਿਰ ਵਾਸਤੇ ਦਾ ਜੀਓ ਵੱਖਰਾ ਹੋ ਕੇ ਸਰੀਰ ਨਾਲ ਜੁੜ ਕੇ ਜਨਮ ਲੈ ਕੇ ਇਹ ਕੁਝ ਗੇਨ ਕਰ ਸਕਦਾ ਹੈ। ਕਰ ਲੈ, ਗੇਨ ਕਰਨ ਵਾਸਤੇ, ਕਮਾਈ ਕਰਨ ਵਾਸਤੇ ਦਿੱਤਾ ਤਾਂ ਗਿਫਟ ਮਿਲੀ ਹੋਈ ਹੈ ਇਹਨੂੰ। ਉਸ ਪ੍ਰਭ ਨੇ ਜੀਓ ਪਿੰਡ ਹੋ ਗਿਆ ਸਰੀਰ। ਦੇਖੋ, ਜੀਓ ਅਲੱਗ ਆ, ਪਿੰਡ ਅਲੱਗ ਆ। ਜੀਓ ਵੀ ਉਹਨੇ ਦਿੱਤਾ, ਜੀਓ ਐਂ ਦਿੱਤਾ, ਹੁਕਮ ਤੋਂ ਬਿਨਾਂ ਜੀਓ ਤੋਂ ਅੱਡ ਨਹੀਂ ਹੋ ਸਕਦਾ। ਜਾਂ ਹੁਕਮ ਆਊਗਾ ਸਰੀਰ ਛੱਡਣਾ, ਜਦੋਂ ਜੀਓ ਦੇ ਵਿੱਚ ਚੱਲ ਆਉਣਾ ਉਹਨੇ। ਜਿੰਨਾ ਚਿਰ ਸਰੀਰ ਆ ਉਹਨਾਂ ਚਿਰ ਜੀਓ ਵੱਖਰਾ, ਬਾਕੀ ਰਹਿ ਨਹੀਂ ਸਕਦਾ ਵੱਖਰਾ। ਇਹ ਕਿਹਦਾ? ਇਹ ਭਾਣੇ ਨਾਲ ਹੈ, ਇਹ ਭਾਣੇ ਤੇ। ਪ੍ਰਭ ਨੇ ਜੀਵ ਔਰ ਪਿੰਡ ਤੇਰੇ ਦਿੱਤੇ ਸੀ, ਦੋ ਇਕੱਠੇ ਜੋੜੇ ਸੀ, ਟਾਈਮ ਦਿੱਤਾ ਸੀ। ਉਹਦੀ ਭਾਵ ਭਗਤਾ ਤਾਂ ਸਾਡੀ ਹੋਣੀ, ਉਹਦੀ ਭਾਵ ਭਗਤੀ ਨਹੀਂ ਸਮਝੀ। ਪ੍ਰੇਮਾ ਭਗਤੀ, ਭਾਵ ਭਗਤੀ ਕਹਿੰਦੇ ਪ੍ਰੇਮਾ ਭਗਤੀ। ਉਹਨੇ ਕਿਹਾ ਸਾਰਿਆਂ ਨਾਲ ਪ੍ਰੇਮ ਕਰਨਾ ਸਿੱਖ। ਇਹ ਸੰਸਾਰ ਦੇ ਲੋਕਾਂ ਨਾਲ ਪ੍ਰੇਮ ਕਰਨਾ ਸਿੱਖ, ਚਾਹੇ ਬੁਰੇ ਨੇ ਚਾਹੇ ਭਲੇ ਨੇ। ਤੈਂ ਕੀ ਲੈਣਾ? ਤੈਂ ਸਾਰਿਆਂ ਨਾਲ ਪ੍ਰੇਮ ਕਰਨਾ। ਜੇ ਬੁਰਿਆਂ ਭਲਿਆਂ ਨਾਲ ਪ੍ਰੇਮ ਕਰ ਲਿਆ ਤਾਂ ਕਾਮਯਾਬ ਹੋ ਗਿਆ, ਤੈਨੂੰ ਸੱਚਖੰਡ ਦਾ ਵਾਸਾ ਹੋ ਜੂ, ਤਾਂ ਤੂੰ ਇੱਥੇ ਰਹਿ ਸਕਦਾ। ਬੁਰਾ ਆਪਣੀ ਜਗ੍ਹਾ ਬੁਰਾ ਹੋਊ, ਤੈਂ ਬੁਰੇ ਤੇ ਕੀ ਲੈਣਾ? ਜਿਹੜਾ ਨਫ਼ਰਤ ਕਰਦਾ ਕਰੇ, ਜਿਹੜਾ ਵੈਰ ਕਰਦਾ ਕਰੇ, ਤੂੰ ਵੈਰ ਨਹੀਂ ਕਰ ਸਕਦਾ। ਤੂੰ ਨਿਰਵੈਰਾ ਰਹਿਣਾ। ਨਿਰਵੈਰੇ ਨਾਲ ਵੈਰ ਔਰ ਚਾਹੀਦੇ ਤਾਂ ਹੀ ਲਿਖਿਆ ਨਾ। ਗੁਰਮੁਖ ਨੇ ਨਿਰਵੈਰਾ ਰਹਿਣਾ। ਕੋਈ ਪੈਰ ਕਰਦਾ ਪਿਆ ਕਰੀ ਜਾਵੇ ਭਈ ਅਸੀਂ ਤਾਂ ਜਾਣਾ ਸੱਚਖੰਡ, ਉਹਨੇ ਕਿਹੜੇ ਸੱਚਖੰਡ ਜਾਣਾ? ਅਸੀਂ ਆਪਣੇ ਵਾਸਤੇ ਰਹਿਣਾ ਨਿਰਵੈਰ, ਉਹਦੇ ਵਾਸਤੇ ਨਹੀਂ ਰਹਿਣਾ। ਜਿਹੜੇ ਐਕਸ਼ਨ ਹੈ ਰਿਐਕਸ਼ਨ ਹੈ ਇੱਕੋ ਲੈਣ ਆਪੋਜ਼ਿਟ ਮਾਇਆਧਾਰੀਆਂ ਵਾਸਤੇ ਹੈ ਫਾਰਮੂਲਾ, ਨਿਰਾਕਾਰੀਆਂ ਵਾਸਤੇ ਨਹੀਂ ਹੈ। ਮਾਇਆ ਦੇ ਵਿੱਚ ਸੱਚ ਹੈ, ਮਾਇਆ ਤੋਂ ਪਰੇ ਸੱਚ ਨਹੀਂ ਹੈ। ਮਾਇਆ ਤੋਂ ਪਰੇ ਨਹੀਂ ਜਾਣ ਦਿੰਦਾ। ਮਾਇਆ ਤੇ ਲਾਗੂ ਨਹੀਂ ਆਏਗੀ ਗੱਲ, ਐਕਸ਼ਨ ਐਂਡ ਰਿਐਕਸ਼ਨ। ਇਹ ਮਾਇਆ ਦੇ ਵਿੱਚ ਲਾਗੂ ਹੈ, ਮਾਇਆ ਤੇ ਪਰੇ ਲਾਗੂ ਹੀ ਨਹੀਂ ਹੈ ਗੱਲ। ਐਕਸ਼ਨ ਦਾ ਰਿਐਕਸ਼ਨ ਅਸੀਂ ਨਹੀਂ ਕਰਨਾ। ਜੇ ਕੋਈ ਸਾਡੇ ਨਾਲ ਵੈਰ ਕਰਦਾ ਸੀ, ਉਹਦੇ ਨਾਲ ਵੈਰ ਨਹੀਂ ਕਰਨਾ। ਤਾਂ ਹੀ ਦਾ ਦੇਖੋ ਉੱਥੇ ਇਹ ਵੀ ਐਕਸ਼ਨ ਔਰ ਰਿਐਕਸ਼ਨ ਨੂੰ ਕੱਟ ਦਿੰਦੇ ਨੇ, ਆਪ ਵੀ ਕੱਟ ਦਿੰਦੇ ਨੇ। ਉੱਥੇ ਜਾ ਕੇ ਕਹਿੰਦੇ ਫੋਰਗਿਵਨੈਸ ਇਜ਼ ਦੀ ਬੈਸਟ ਫਾਰਮ ਆਫ ਰਿਵੈਂਜ। ਇੱਥੇ ਕਰਤਾ ਨਾ ਐਕਸ਼ਨ ਰਿਐਕਸ਼ਨ। ਸਭ ਤੋਂ ਚੰਗਾ ਤਰੀਕਾ ਕਿਸੇ ਨਾਲ ਜਿਹੜਾ ਲੈਣਾ ਨਾ ਬਦਲਾ, ਤੁਸੀਂ ਲੈਣਾ ਕਿਸੇ ਤੇ,
ਵਧੀਆ ਤਰੀਕਾ ਬਦਲਾ ਲੈਣ ਦਾ ਉਹਨੂੰ ਮਾਫ ਕਰ ਦਿਓ। ਫਿਰ ਐਕਸ਼ਨ ਦਾ ਰਿਐਕਸ਼ਨ ਤਾਂ ਹੋਇਆ ਨਾ। ਫਿਰ ਨਿਰਾਕਾਰੀ ਦੁਨੀਆ 'ਚ ਐਕਸ਼ਨ ਰਿਐਕਸ਼ਨ ਜਿਹੜਾ ਹੈਗਾ ਉਹ ਨਹੀਂ ਕਰਨਾ ਹੈਗਾ। ਇਹ ਤਾਂ ਮਾਇਆ ਦਾ ਐਕਸ਼ਨ ਰਿਐਕਸ਼ਨ ਹੁੰਦਾ, ਜੜ ਵਸਤੂ ਦਾ, ਚੇਤਨ ਦਾ ਐਕਸ਼ਨ ਰਿਐਕਸ਼ਨ। ਜੇ ਐਕਸ਼ਨ ਰਿਐਕਸ਼ਨ ਚੇਤਨ ਦਾ ਹੋ ਫਿਰ ਤਾਂ ਚੇਤਨ ਕਾਹਦਾ ਰਹੇਗਾ? ਤਾਂ ਜੜ ਹੈ। ਜੜ ਚੀਜ਼ਾਂ, ਜੜ ਦੇ ਵਿੱਚ ਐਕਸ਼ਨ ਰਿਐਕਸ਼ਨ ਚੱਲਦਾ, ਚੇਤਨ ਵਿੱਚ ਨਹੀਂ ਚੱਲਦਾ ਹੈ। ਚੇਤਨ ਵਿੱਚ ਤਾਂ ਬਣ ਨਹੀਂ ਦੇਣਾ ਐਕਸ਼ਨ ਰਿਐਕਸ਼ਨ ਵਾਲੀ ਗੱਲ। ਜੜ ਤੱਕੇ ਸੀਮਿਤ ਰਹਿਣ ਦੇਣੀ ਇਹਨੂੰ। ਚੇਤਨ ਨਾਲ ਜ਼ਿਆਦਾ ਸੰਬੰਧ ਜੁੜਿਆ ਫਿਰ ਅੱਗ ਨਿਕਲੂਗੀ ਇਹ ਚੋਂ, ਫਿਰ ਜਲ ਜੂਗਾ ਸੰਸਾਰ ਸਾਰਾ ਹੀ। ਹਾਂ, ਇਹ ਸੰਸਾਰ ਇੰਨੀ ਮਿਹਨਤ ਨਾਲ ਬਣਾਇਆ, ਆਪਣੀ ਅਕਲ ਨਾਲ ਜਾਲ ਲੈਂਦੇ ਨੇ, ਖਤਮ ਕਰ ਲੈਂਦੇ ਬੰਬ ਚਲਾ ਕੇ। ਹਾਂਜੀ, ਜਿਨ ਪ੍ਰਭ ਜੀਓ ਪਿੰਡ ਤੇ ਪਿੰਡ ਤਾਂ ਦਿਆ, ਤਿਸਕੀ ਭਾਵ ਭਗਤੀ ਨਹੀਂ ਸਾਧੀ। ਉਹਦੀ ਭਾਵ ਭਗਤੀ ਨਹੀਂ ਸਾਧੀ। ਭਾਵ ਭਗਤੀ ਕੀ ਹੁੰਦੀ ਹੈ? ਸਾਧੀ ਲਿਖਿਆ, ਭਾਵ ਭਗਤ ਕੀਤੀ ਨਹੀਂ ਲਿਖਿਆ। ਭਗਤ ਕੀਤੀ ਨਹੀਂ ਜਾਂਦੀ, ਸਾਧੀ ਜਾਂਦੀ ਹੈ। ਪਹਿਲਾਂ ਭਗਤੀ ਕੀਤੀ ਨਹੀਂ ਜਾਂਦੀ, ਸਾਧੀ ਜਾਂਦੀ। ਕਦੇ ਦੀ ਉਹ ਚੀਜ਼ ਆ ਜਿਹੜੀ ਹੋਵੇ ਨਾ, ਕੋਈ ਚੀਜ਼ ਕਰਨੀ ਕੀ ਹੈ ਜੋ ਹੈ ਨਹੀਂ ਉਹੀ ਕਰਨੀ ਸੀ। ਮਕਾਨ ਹੈ ਨਹੀਂ, ਇੱਥੇ ਪਲਾਟ ਪਿਆ, ਮਕਾਨ ਬਣਾਤਾ ਸੀ। ਉੱਥੇ ਖੇਤੀ ਕਰੀ ਦੀ ਹੈ ਤਾਂ ਕੁਝ ਪੈਦਾ ਹੁੰਦਾ। ਕਰਦੇ ਨਾ ਸੀ, ਕਰਨਾ ਤਾਂ ਕਰਮ ਹੋ ਗਿਆ। ਫਿਰ ਕਰਮ ਹੋ ਗਿਆ, ਕਰਮ ਧਰਮ ਤੋਂ ਪਖੰਡ ਕੇ ਆਇਆ। ਭਗਤੀ ਕਰੀ ਦੇ ਨਹੀਂ ਹੁੰਦੀ, ਜਿਹੜੀ ਭਗਤੀ ਕਰਦੇ ਨੇ ਨਾ ਲੋਕ, ਉਹ ਕਰਮ ਕਾਂਡ ਹੈ। ਭਗਤੀ ਸਾਦੀ ਦੀ ਹੁੰਦੀ ਹੈ, ਸਮਝੀ ਦੀ ਹੁੰਦੀ ਹੈ। ਸਮਝਣ ਦਾ ਨਾਮ ਭਗਤੀ ਹੈ। ਗੁਰਮਤਿ ਸਮਝਣੀ ਹੀ ਭਗਤੀ ਹੈ, ਗੁਰ ਕੀ ਮਤ ਲੈਣੀ ਹੀ ਭਗਤੀ ਹੈ। ਗੁਰ ਕੀ ਮਤ ਤੋਂ ਲੈ ਹੋਇਆ ਆਣਾ, ਲਊਗਾ ਕੀ? ਸਮਝੂਗਾ ਤਾਂ ਲਊਗਾ। ਜੋ ਸਮਝ ਲਈ ਮਾਤੋਂ ਅਸੀਂ ਪ੍ਰਾਪਤ ਕਰ ਲਈ। ਸਾਦੀ ਲਫ਼ਜ਼ ਲਿਖਿਆ, ਕਰਨੀ ਨਹੀਂ ਲਿਖਿਆ ਹੋਇਆ। ਕਰਨੀ ਦਾ ਕਰਮ ਕਾਂਡ ਹੋ ਜਾਊਗਾ। ਫਿਰ ਸਾਦੀ ਲਿਖਿਆ, ਫਿਰ ਮਾਰਾ ਫਿਰ ਜਾਂਦੇ। ਉਹ ਭਗਤੀ ਕਰਦੇ ਨੇ, ਸਾਧਦੇ ਨਹੀਂ। ਜਗ੍ਹਾ ਜਗ੍ਹਾ ਤੇ ਗੁਰਬਾਣੀ ਅੱਡ ਖੜੀਆਂ ਨੇ ਸੰਤਾਂ ਨੂੰ, ਸਾਰਿਆਂ ਨੂੰ। ਜਗ੍ਹਾ ਜਗ੍ਹਾ ਤੇ ਅੱਡ। ਜਿਹੜੇ ਕਰਦੇ ਨੇ ਉੱਥੇ ਹੰਕਾਰ ਹੈ। ਮੈਂ ਕੁਛ ਕਰਤਾ, ਜਬ ਲੱਗ ਜਾਏ ਮੈਂ ਕੁਛ ਕਰਤਾ, ਚਾਹੇ ਭਗਤੀ ਵੀ ਕਰਤਾ ਤਾਂ ਫਿਰ ਉਹ ਭਗਤੀ ਵੀ ਗਰਭ ਜੋਨ ਚ ਫੇਰਨ ਵਾਲੀ ਹੈ, ਜਿਹੜੀ ਕਰਤੇ ਵਾਲੀ ਹੈ। ਜਿਹੜੇ ਭਗਤੀ ਕਰਦੇ ਨੇ ਗਰਭ ਚੋਂ ਨਹੀਂ ਛੁੱਟ ਸਕਦੇ ਕਦੇ ਵੀ। ਉਹ ਰਿਸ਼ੀ ਮੁਨੀ ਸਾਰੇ ਭਗਤੀ ਕਰਦੇ ਸੀ। ਇਸ ਕਰਕੇ ਸੋ ਨਾਲ ਮੁਰਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰਤੇ ਖੋਜਦੇ ਰਹੇ ਨੇ, ਮਿਲਿਆ ਨਹੀਂ। ਮਿਲਦਾ ਤਾਂ ਜੇ ਭਗਤੀ ਸਾਧਦੇ, ਉਹ ਭਗਤੀ ਕਰਦੇ ਰਹੇ ਨੇ। ਖੇਤੀ ਵੀ ਕਰਦੇ ਆਪਾਂ, ਭਗਤੀ ਵੀ ਕਰਦੇ, ਤਾਂ ਕਰਮ ਕਾਂਡ ਬਣ ਗਿਆ। ਕਰਮ ਕਾਂਡ ਹੈ ਭਗਤੀ ਜਿਹੜੇ ਕਰਦੇ ਨੇ, ਕਰਮ ਕਾਂਡ ਬਣ ਜਾਂਦਾ ਹੁੰਦਾ। ਇੰਨੀ ਗੱਲ ਦਾ ਨਹੀਂ ਪਤਾ ਲੋਕਾਂ ਨੂੰ। ਤਾਂ ਸੰਤਾਂ ਨੂੰ ਇਸ ਗੱਲ ਦਾ ਨਹੀਂ ਪਤਾ। ਕਿਹੜੇ ਟੀਕੇ ਨੇ ਗੱਲ ਲਿਖੀ ਹੈ ਮੈਨੂੰ ਦੱਸੋ। ਇੱਕ ਟੀਕਾ ਕੱਢ ਕੇ ਦਿਖਾਓ ਜਿਹਨੇ ਗੱਲ ਦਾ ਵਿਸ਼ਲੇਸ਼ਣ ਕੀਤਾ ਹੋਵੇ ਵੀ ਆਹ ਇਹਦਾ ਅਰਥ ਕੀ ਹੈ। ਇੰਨਾ ਹੀ ਨਹੀਂ ਪਤਾ, ਉਹੀ ਆਖੜੀ ਜਾਂਦੇ ਨੇ। ਉਹ ਸਾਦੀ ਕਿਉਂ ਲਿਖਿਆ, ਕੀਤੀ ਕਿਉਂ ਨਹੀਂ ਲਿਖਿਆ? ਇਹਦਾ ਭੇਦ ਕੀ ਹੈ? ਇਹ ਸ਼ਬਦ ਭੇਦ। ਸ਼ਬਦ ਭੇਦ ਜਾਣੇ ਜਾਣਾਈ। ਇਹ ਸ਼ਬਦ ਉਪਦੇਸ਼ ਚ ਕਿੰਨਾ ਭੇਦ ਹੈ ਗੱਲ ਚ, ਇਹ ਕੌਣ ਜਾਣੂਗਾ? ਸ਼ਬਦ ਭੇਦ ਜਾਣੇ ਜਾਣਾਈ, ਉਹਦੀ ਕਿਰਪਾ ਹੋਵੇ ਤਾਂ ਕੋਈ ਜਾਣੇ। ਇਹ ਗੁਰਬਾਣੀ ਤੋਂ ਪੜ੍ਹਦੇ ਜੇ ਵੀ ਭਾਈ ਸਾਦੀ ਕਿਉਂ ਲਿਖਿਆ, ਕੀਤੀ ਕਿਉਂ ਨਹੀਂ ਲਿਖਿਆ? ਜੇ ਇਹਨੂੰ ਵਿਚਾਰਦੇ ਫਿਰ ਕਹਾਂ ਪਿਆ ਸਾਡੇ ਕੋਲ, ਜਬ ਤੱਕ ਜਾਣੇ ਮੈਂ ਕੁਛ ਕਰਤਾ ਤਬ ਲੈ ਘਰ में उनमें फिरता। गुरबाणी तो नहीं ना पढ़े, सोदत सीजिया गुर प्रसाद तत् सब बुझे, ए बुझे हूँ तत्। ये सादी सेंस है। सादी सेंस
ਉਹ ਪੈਰ ਪੈਰ ਤੇ ਇੱਥੇ ਕਿੰਨਾ ਕੁਝ ਪਿਆ ਹੈ। ਤੁਸੀਂ ਸਟੇਸ਼ਨ ਸਭ ਭੱਜ ਕੇ ਚਲੇ ਗਏ, ਗੱਡੀ ਰੁਕੀ ਹੋ ਕਿਤੇ ਨਹੀਂ। ਹਾਂਜੀ ਉਹ ਭਗਤੀ ਨਹੀਂ ਸਾਡੀ। गोविंद हम ऐसे अपराधी जिन प्रभु जो पिंड था दिया तिसकी पौ भक्ति नहीं साधी। ਹਾਂ पर तन परती निंदा पर विवाद न छूटे आवागमन होत है फुन फुन ए प्रसंग न टूटे। ਪਰ ਧਨ पर तन ਪਰਤੀ ਨਿੰਦਾ, परती निंदा पर विवाद न छूटे। ਪਰ ਦੂਜੇ ਦਾ ਗਿਆਨ ਤਾਂ ਧਨ ਕੀ ਹੈ ਗਿਆਨ, ਪਰ ਧਨ ਦੂਜੇ ਦੀ ਰਹਿਤ ਮਰਿਆਦਾ ਜਿਹੜੀ ਹੈ, ਜਿਹਦੇ ਤੇ ਖੜਾ ਹੈ ਉਹ ਧਰਮ। ਉਹ ਜਿਹੜਾ ਕਰਮਕਾਂਡ ਹੈ ਉਹ ਤਾਂ ਉਹਦਾ ਧਨ ਹੋ ਗਿਆ ਸਰੀਰ, ਜਿਹੜਾ ਉਹਦਾ ਗਿਆਨ ਹੈ ਉਹ ਧਨ ਹੋ ਗਿਆ। ਕਿਸੇ ਵੀ ਮੱਤ ਦਾ ਇੱਕ ਦੂਜੀਆਂ ਮੱਤਾਂ ਨਾਲ ਬਹਿਸਦੇ ਨੇ, ਝਗੜਾ ਕਰਦੇ ਨੇ, ਪਰਤੀ ਨਿੰਦਾ ਦੂਸਰੇ ਦੀ ਮੱਤ ਦੀ ਨਿੰਦਿਆ। ਤੀਰ ਆਉਂਦਾ ਇਸਤਰੀ ਨਹੀਂ ਹੈਗਾ, ਇਹ ਧਰਮ ਦੀ ਦੁਨੀਆ ਦੀ ਗੱਲ ਹੈ। ਇਸਤਰੀਆਂ ਇੱਥੇ ਕਿਵੇਂ ਆ ਬੜੀਆਂ, ਔਰਤਾਂ ਦਾ ਇੱਥੇ ਕੀ ਮਤਲਬ? ਉਹਦੀ ਮੱਤ ਉਹਦੀ ਔਰਤ ਹੁੰਦੀ ਹੈ, ਮੱਤ ਮਾਤਾ ਨਾ। ਪਰਤੀ ਨਿੰਦਾ पर विवाद न छूटे। ਦੂਸਰੀ ਮੱਤ ਦੀ ਨਿੰਦਾ ਕਰਨੀ, ਪਰ ਅਪਵਾਦ ਬਹਿਸ ਕਰਨੀ, ਇਹ ਹੀ ਕਰੀ ਜਾਂਦਾ ਪੰਡਤਰ। ਕੌਣ? ਮੁੱਲਾ। ਹਮਰਾ ਝਗੜਾ ਰਹਾ ਨਾ ਕਹੂ ਪੰਡਤ ਮੁੱਲਾ। ਇਹ ਕਹਿੰਦੇ ਦੋਹਾਂ ਤੇ ਨਹੀਂ ਛੁੱਟਦਾ, ਉਹਦੇ ਤੇ ਟਿੱਪਣੀਆਂ ਕਰੀ ਜਾਂਦਾ, ਉਹਦੇ ਤੇ ਕਰੀ ਜਾਂਦਾ। ਹਾਂਜੀ आवागमन होत है फुन फुन ए प्रसंग न टूटे। ਉਧਰ ਆਵਾਗਮਨ ਚ ਤਾਂ ਹੀ ਪਏ ਹੋਏ ਨੇ, ਜਲਮਾਨ ਚੱਲੀ ਜਾਂਦਾ। ਇਹ ਵੀ ਨਹੀਂ ਕੰਮ ਛੱਡਦੇ, ਉਹ ਆਹੀ ਕੰਮ ਲੱਗੇ ਹੋਏ ਨੇ, ਦੂਏ ਦੀ ਨਿੰਦਿਆ ਕਰਨ ਦੇ ਵਿੱਚ, ਦੂਏ ਤੇ ਟਿੱਪਣੀਆਂ ਕਰਨ ਦੇ ਵਿੱਚ। ਉਹ ਭਾਵ ਭਗਤ ਸਾਧਨ ਕੋਈ ਵੀ ਨਹੀਂ ਲੱਗਿਆ ਹੋਇਆ। ਇਹ ਪ੍ਰਸੰਗ ਨਹੀਂ ਟੁੱਟ ਰਿਹਾ। ਉਧਰ ਉਹ ਚੱਲੀ ਜਾਂਦਾ, ਨਿੰਦਿਆ ਚੱਲੀ ਜਾਂਦੀ ਹੈ, ਦੋਹਾਂ ਦੀ ਵਹਿ ਚੱਲੀ ਜਾਂਦੀ ਹੈ, ਉਧਰ ਆਵਾਗਮਨ ਚੱਲੀ ਜਾਂਦਾ। ਆ ਚੱਲਦਾ, ਇਹ ਪ੍ਰਸੰਗ ਟੁੱਟ ਨਹੀਂ ਰਿਹਾ ਵਿਚਾਲੇ। जय कर कथा होत हर संतन एक निमख ना पीनो मैं फेरा लंपट चोर दूत मत मारे तिन संग सदा बसेरा। ਹਾਂ जय कर कथा होत हर संतन ਜਿਹੜੇ ਘਰ ਦੇ ਵਿੱਚ ਹਰ ਸੰਤਾਂ ਦੀ ਕਥਾ ਹੁੰਦੀ ਹੋਵੇ, ਉਸ ਘਰ ਦੇ ਵਿੱਚ ਮੈਂ ਦਾ ਹੰਕਾਰ ਦਾ ਇੱਕ ਕਦੇ ਫੇਰਾ ਹੁੰਦਾ ਹੀ ਨਹੀਂ। ਮੈਂ ਦੇ ਖੰਡ ਦੀ ਉੱਥੇ ਜਗ੍ਹਾ ਹੀ ਨਹੀਂ, ਹੰਕਾਰ ਵਾਸਤੇ ਤੇ ਕੋਈ ਥਾਂ ਨਹੀਂ ਹੁੰਦਾ। ਪਰ ਜਿੱਥੇ ਦੁਆ ਹੈ, लंपट चोर दूत मत मारे ਜਿਹੜੇ ਲੰਪਟ ਨੇ, ਚੋਰ ਨੇ, ਪਖੰਡੀ ਨੇ, ਦੂਤ ਨੇ, मत मारे मत मारे ਮੱਤਾਂ ਵਾਲੇ, तिन संग सदा ਲੰਪਟ बसेरा। ਚੋਰ ਦੂਤ ਮੱਤਾਂ ਵਾਲੇ ਨੇ, ਜਮ ਕੇ ਦੂਤ ਨੇ, ਫਸਾਉਣ ਵਾਲੇ ਨੇ, ਭਰਮ ਗਿਆਨੀ ਨੇ। ਦੂਤ ਕਹਿੰਦੇ ਨੇ ਭਰਮ ਚ ਫਸਾਉਣ ਵਾਲੇ, ਜਮ ਕੇ ਦੂਤ। ਲੰਪਟ ਨੇ, ਪਖੰਡੀ ਨੇ, ਪਖੰਡਵਾਦੀ ਨੇ। तिन संग सदा बसेरा। ਉਹਨਾਂ ਦੇ ਨਾਲ ਬਸੇਰਾ, ਇਹਦਾ ਸੰਸਾਰ ਦਾ ਉਹਦੇ ਨਾਲ ਬਸੇਰਾ। ਪਰ ਜਿੱਥੇ ਹਰ ਸੰਤਾਂ ਦੀ ਕਥਾ ਹੁੰਦੀ ਹੈ ਉੱਥੇ ਨਹੀਂ ਮੈਂ ਹੁੰਦੀ। ਜਿੱਥੇ ਮੈਂ, ਉੱਥੇ ਆਏ ਮੱਤਾਂ ਹੁੰਦੀਆਂ ਨੇ। ਝਗੜਾ ਉੱਥੇ ਹੈ ਜਿੱਥੇ ਮੈਂ, ਜਿਹੜੀ ਮੱਤ 'ਚ ਮੈਂ ਹੰਕਾਰ ਹੈ, ਉਹ ਉੱਥੇ ਝਗੜਾ ਹੈ।